ਐਕਚੁਅਲੀ ਮੈਨੂੰ ਟਾਰਗੇਟ ਸੈੱਟ ਕਰਨੇ ਦਾ ਸਰ ਮੈਂ ਆਪਣੀ ਪਰਸਨਲ ਵੀ ਗੱਲ ਹੋਈ ਸੀਗੀ ਨਾ ਜੀ, ਬਟ ਮੈਂ ਉਹਨੂੰ ਛੱਡਤਾ ਜੀ। ਮੈਂ ਫਿਰ ਕੀ ਪਤਾ ਹੁੰਦਾ ਜੀ, ਬਾਜੀ ਵਾਲਾ ਬੰਦਾ ਧਿਆਨ ਕਿਤੇ ਹੋਰ ਪਾਸੇ ਚੱਲ ਜਾਂਦਾ। ਸਰ ਅਗਰ ਉਹ ਪੋਸੀਬਲ ਹੈਗਾ ਸਰ, ਪਹਿਲਾਂ ਜੋ ਦੱਸ ਦਿਓ ਸਰ ਕਿਸ ਤਰੀਕੇ ਨਾਲ ਟਾਰਗੇਟ ਤੇ ਲੋਸ ਵਾਲਾ ਕੰਮ ਜੀ। ਦੇਖ ਲੈਂਦੇ ਸਰ ਆਪਾਂ, ਕੋਈ ਗੱਲ ਨਹੀਂ ਜੀ। ਹਾਂਜੀ, ਹੋਰ ਕਿਸ ਦਾ ਟ੍ਰੇਡ ਚੱਲ ਰਿਹਾ ਜੀ? ਸਰ ਇੱਕ ਲੋਰਾ ਲੈਬਸ ਕੀ ਗੱਲ ਪੁੱਛਣੀ ਸੀ। ਥੋੜਾ ਸਰ ਐਂਟਰੀ ਐਗਜ਼ਿਟ ਦਾ ਉੱਚ ਹੋ ਗਿਆ ਸੀ, ਪਰ ਸਰ ਉਦਾਂ ਉਹ ਠੀਕ ਚੱਲਿਆ ਸੀ ਉਹਦਾ। ਇੱਕ ਸਮਝ ਨਹੀਂ ਆਇਆ ਕਿਹੜਾ ਕਹਿ ਰਹੇ ਹੋ ਜੀ? ਸਰ ਲੈਬਸ ਵਾਲਾ, ਲੋਰਾ ਲੈਬਸ। ਲੋਰ ਲੋਰਸ ਲੈਬ ਹੈ ਸਰ, ਮੈਂ ਵੀ ਸਰ ਲਿਆ ਸੀਗਾ ਟ੍ਰੇਡ, ਬਟ ਸਰ ਉਹ ਨਾ ਰਜਿਸਟਰ ਲੱਗੀ ਹੋਈ ਸੀਗੀ ਕਿਸੇ ਪੁਆਇੰਟ ਤੇ ਜਾ ਕੇ ਜੀ। ਮੰਨ ਲਓ ਜਿੰਨੀ ਇਹਦੀ ਫਸਟ ਕੈਂਡਲ ਰਾਈਜ਼ ਹੋਈ ਹੈ ਜੀ, ਹਾਂਜੀ ਸੈਕੰਡ ਕੈਂਡਲ ਵੀ ਉਸੇ ਰਜਿਸਟਰ ਤੱਕ ਰਹੀ। ਮੇਬੀ ਭਾਜੀ ਦੇ ਕੇਸ 'ਚ ਵੀ ਇੱਦਾਂ ਹੀ ਹੁੰਦਾ ਹੋਵੇ। ਤੇ ਉਹ ਲਗਭਗ ਉਹ ਮਤਲਬ ਕਿ ਨੋ ਲੋਸ ਨੋ ਪ੍ਰੋਫਿਟ ਤੇ ਮੈਂ ਕੱਟ ਦਿੱਤਾ ਸੀਗਾ ਜੀ ਵੈਸੇ। ਓਕੇ ਸਰ ਉਹ ਥੋੜਾ ਗਿਆ ਸੀ, ਉਹ ਪਿਵਟ ਪੁਆਇੰਟ ਦੇ ਹਿਸਾਬ ਨਾਲ ਉਹਦਾ ਰੈਜ਼ਿਸਟੈਂਸ ਹੈਗਾ ਸੀ 594 ਦਾ, ਤੇ ਪਰ ਉਹਦੀ ਕੈਂਡਲ ਜਿਹੜੀ ਸੀ ਉਹ 596 ਤੱਕ ਗਈ ਸੀ। ਸਰ ਟ੍ਰੇਡ ਤੁਸੀਂ ਕਿਹੜੇ ਬੇਸਿਸ ਤੇ ਲਿਆ ਸੀਗਾ ਜੀ? 30 ਮਿੰਟ ਤੇ ਜਾਂ 5 ਮਿੰਟ ਤੇ? ਸਰ 30 ਮਿੰਟ ਵਾਲੀ ਤੇ ਲਿਆ ਸੀ। 30 ਮਿੰਟ ਤੇ ਸਰ 30 ਮਿੰਟ ਤੇ ਆਪਾਂ ਦੇਖ ਰਹੇ ਹਾਂ ਜੀ, ਹਾਈ ਦਾ ਸੀਗਾ 593, ਲੋ ਸੀਗਾ 581। ਤੇ ਇਹ ਦੇਖੋ ਅਸਲ 'ਚ ਨਾ ਇਹ ਤੁਹਾਡਾ ਫਲੈਗ ਦਾ ਬ੍ਰੇਕਆਊਟ ਆਇਆ ਹੋਇਆ ਸੀਗਾ ਜੀ ਪਹਿਲਾਂ ਪ੍ਰੀਵੀਅਸ ਡੇ ਤੋਂ। ਲੋ ਸਰ ਲੋਰਸ ਲੈਬ ਮੈਂ ਸਕਰੀਨ ਸ਼ੇਅਰ ਕਰ ਰਿਹਾ ਹੈਗਾ, ਇੱਕ ਵਾਰੀ ਆਪਾਂ ਸਾਰੀ ਦੇਖ ਲੈਂਦੇ ਹਾਂ। ਵਿਜ਼ੀਬਲ ਹੈ ਜੀ ਸਕਰੀਨ? ਹਾਂਜੀ ਓਕੇ ਸਰ, ਇਹ ਦੇਖੋ ਸਰ, ਇਹ ਤੁਹਾਡਾ ਜੀ ਫਲੈਗ ਬਣ ਰਿਹਾ ਸੀਗਾ ਤੇ ਸਰ ਥੀਮ ਇਹਦਾ ਸਰ ਤੁਸੀਂ ਵਾਈਡ ਕਰ ਦੋਗੇ ਇਦਾਂ ਸਰ, ਦਿਖਦਾ ਨਹੀਂ ਡਾਰਕ ਦੇ ਵਿੱਚ ਨਾ ਸਾਨੂੰ। ਹਾਂ ਇੱਕ ਮਿੰਟ ਸਰ, ਜਦੋਂ ਆਪਾਂ ਪ੍ਰੀਵੀਅਸ ਡੇ ਦਾ ਦੇਖਦੇ ਹਾਂ ਨਾ, ਆ ਦੇਖੋ ਇਹ ਆਪਣੇ ਇੱਕ ਮੈਂ ਰਫਲੀ ਜਿਹਾ ਸਟਰਕਚਰ ਬਣਾ ਰਿਹਾ ਹੈਗਾ। ਦੇਖੋ ਆਪਣਾ ਫਲੈਗ ਦਾ ਬ੍ਰੇਕਆਊਟ ਸੀ ਆਪਣਾ ਇਹ, ਠੀਕ ਹੈ, ਜਿਹੜਾ ਅੱਜ ਦੀ ਆਪਣੀ ਮਾਰਨਿੰਗ ਕੈਂਡਲ ਸੀਗੀ ਨਾ, ਆਪਾਂ ਹਾਫ ਐਨ ਆਵਰ ਤੇ ਆਪਾਂ ਟ੍ਰੇਡ ਲੈ ਰਹੇ ਹਾਂ, ਤਾਂ ਆਪਣਾ ਇਹ ਕੀ ਸੀਗਾ, ਆ ਆਪਣਾ ਫਲੈਗ ਬਣ ਰਿਹਾ ਸੀ। ਤੇ ਦੇਖੋ ਆਪਣੀ ਜਿਹੜੀ ਕੈਂਡਲ ਆ ਆਲਰੇਡੀ ਉਹ ਇੰਨਾ ਉੱਪਰ ਚੱਲ ਚੁੱਕੀ ਸੀਗੀ। ਆਪਾਂ ਗੱਲ ਕੀਤੀ ਸੀ ਕਿ ਜੇ ਆਪਣੀ ਪਹਿਲੀ ਹੀ ਕੈਂਡਲ, ਹੁਣ ਦੇਖੋ 580 84 ਰੁਪਏ ਦਾ ਸ਼ੇਅਰ ਹੈ, 584 ਰੁਪਏ ਦਾ ਸ਼ੇਅਰ ਜਿਹੜੀ ਆਪਣੀ ਪਹਿਲੀ ਕੈਂਡਲ ਦਾ ਡਿਫਰੈਂਸ ਦੇਖੋ ਸਰ, 500 ਤੇ 93 ਹਾਈ ਸੀਗਾ ਜੀ, 581 ਦਾ ਲੋ ਸੀ, ਯਾਨੀ ਕਿ 12 ਰੁਪਏ ਆਲਰੇਡੀ ਚੱਲ ਚੁੱਕਿਆ, ਠੀਕ ਹੈ। ਹੁਣ ਜਿਹੜਾ 550 ਦਾ ਸ਼ੇਅਰ ਹੈ, ਤੁਸੀਂ ਕਿੰਨਾ ਐਕਸਪੈਕਟ ਕਰਦੇ ਹੋ ਵੀ ਉਹ ਕਿੰਨਾ ਚੱਲੂਗਾ ਉਹ? ਸਰ 2-2.5% ਆਲਰੇਡੀ ਚੱਲ ਗਿਆ। ਨਹੀਂ, ਇਹ ਦੇਖੋ ਨਾ, ਦੇਖੋ ਰੀਅਲਿਸਟਿਕ ਚੀਜ਼ਾਂ ਚ ਆ ਕੇ ਦੇਖਿਆ ਕਰੋ। ਮੈਕਸਿਮਮ ਜਿਹੜੇ ਕੋਈ ਵੀ ਸ਼ੇਅਰ ਹੁੰਦੇ ਆ ਉਹ ਕਿੰਨਾ ਚੱਲਦਾ ਹੈ? 1-1.5% ਸ਼ੇਅਰ ਚੱਲਦਾ, ਕਦੇ ਕਦੇ 2% ਵੀ ਚੱਲ ਜਾਂਦੇ, ਨੋ ਡਾਊਟ, ਠੀਕ ਹੈ। ਪਰ ਜਦੋਂ ਆਪਾਂ ਮੈਂ ਤੁਹਾਨੂੰ ਜਦੋਂ ਸਟ੍ਰੈਟਜੀ ਕਰਵਾਈ ਸੀ 30 ਮਿੰਟ ਦੀ, ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਜੇ ਕਿਸੇ ਦੀ ਫਸਟ ਕੈਂਡਲ ਹੀ 19 ਬਣ ਜੇ, ਮੰਨ ਲਓ 500 ਵਾਲਾ ਸ਼ੇਅਰ ਆਲਰੇਡੀ 12-13 ਰੁਪਏ ਚੱਲ ਗਿਆ, ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਵੀ ਹੋਰ ਕਿੰਨਾ ਚੱਲੂਗਾ ਉਹ? ਦੋ % ਤਾਂ ਆਲਰੇਡੀ ਚੱਲ ਗਿਆ ਉਹ, ਜਦੋਂ 12 ਰੁਪਏ ਚੱਲ ਗਿਆ ਨਾ, ਠੀਕ ਹੈ। ਸ਼ੇਅਰ ਨੇ 2% ਚੱਲਣਾ ਹੁੰਦਾ, ਉਹ ਪਹਿਲੀ ਕੈਂਡਲ 'ਚ ਹੀ 2% ਚੱਲ ਗਿਆ, ਤੁਹਾਡਾ ਟ੍ਰੇਡ ਬਣਦਾ ਹੀ ਨਹੀਂ ਸੀ ਅਸਲ 'ਚ ਇਹਦੇ ਵਿੱਚ, ਠੀਕ ਹੈ ਜੀ। ਹਾਂ, ਜੇ ਆਪਾਂ ਹੁਣ ਇੱਕ ਚੀਜ਼ ਜੇ ਕਿਸੇ ਨੇ ਕੱਲ ਦੇਖੀ ਹੋਵੇ, ਜਦੋਂ ਮੈਂ ਕਿਸੇ ਹੋਮਵਰਕ ਕਰਨਾ, ਆਪਾਂ ਹੋਮਵਰਕ ਕੀਤਾ ਹੁੰਦਾ, ਫੋਰ ਐਗਜ਼ਾਮਪਲ ਆਪਾਂ ਕੱਲ ਨੂੰ ਇੱਥੇ ਆਪਾਂ ਨੂੰ ਪੈਟਰਨ ਨਜ਼ਰ ਆ ਜਾਣਾ ਚਾਹੀਦਾ ਸੀ ਸਭ ਨੂੰ, ਠੀਕ ਹੈ। ਆਪਾਂ ਜਦੋਂ ਤੁਸੀਂ ਇਹ ਕਿੱਥੋਂ ਕੱਢਿਆ ਸੀਗਾ ਸਰ? ਉਥੋਂ ਟ੍ਰੇਡਰ ਕਾਕਪਿਟ ਤੋਂ ਕੱਢਿਆ ਸੀਗਾ ਜੀ? ਹਾਂਜੀ ਸਰ, ਹਾਂਜੀ ਹਾਂਜੀ। ਠੀਕ ਹੈ। ਤੇ ਜਦੋਂ ਆਪਾਂ ਨੂੰ ਰਾਤ ਨੂੰ ਇਹ ਦਿਖ ਗਿਆ ਸੀ ਟ੍ਰੇਡਰ ਕਾਕਪਿਟ ਤੇ, ਕੀ ਤੁਹਾਨੂੰ ਆਹ ਚੀਜ਼ ਨਹੀਂ ਦਿਖੀ ਉੱਥੇ ਰਾਤ ਨੂੰ ਕੱਲ? ਆਪਾਂ 30 ਮਿੰਟ ਦੇ ਕੈਂਡਲ ਤੇ ਲਗਾਉਣਾ ਸੀ, ਇਸ ਤੋਂ ਬਾਅਦ ਆਪਾਂ ਕੀ ਕਰਨਾ ਸੀਗਾ, ਆਪਾਂ ਆਪਦਾ ਫਿਕਸ ਰੇਂਜ ਪ੍ਰੋਫਾਈਲ ਲਗਾਉਣੀ ਸੀ। ਇੱਧਰ ਦੇਖੋ ਸਰ, ਲੋ ਜੀ ਆਪਾਂ ਫਿਕਸ ਰੇਂਜ ਪ੍ਰੋਫਾਈਲ ਵੀ ਲਗਾ ਦਿੰਦੇ ਆ ਜੀ।
ਲਓ ਜੀ, ਇਹ ਸਰ ਆਪਣੀ ਫਿਕਸ ਰੇਂਜ ਪ੍ਰੋਫਾਈਲ ਲੱਗ ਗਈ ਜੀ। ਹੁਣ ਆਪਣਾ ਜਿਹੜਾ ਸਟਾਪ ਲਾਸ ਆਬਵੀਅਸ ਹੈ, ਆਪਾਂ ਜੇ ਕੈਂਡਲ ਡੇ ਕੈਂਡਲ ਦੇ ਬੇਸਿਸ ਤੇ ਟ੍ਰੇਡ ਲੈਣਾ ਸੀ ਤਾਂ ਆਪਾਂ ਨੂੰ ਪਤਾ ਸੀ ਸਰ ਪਹਿਲੀ ਕੈਂਡਲ ਇਹਦੀ ਇੰਨੀ ਚੱਲ ਚੁੱਕੀ ਸੀ। ਅਸਲ 'ਚ ਆਪਣਾ ਜਿਹੜਾ ਇੱਥੇ ਇੰਟਰਾਡੇ ਵੀ ਆਪਣਾ ਬਣਦਾ ਸੀ ਨਾ, ਉਹ ਆਪਣਾ ਇੰਟਰਾਡੇ 30 ਮਿੰਟ ਦੀ ਕੈਂਡਲ ਤੇ ਨਹੀਂ ਸੀ ਬਣਦਾ, ਆਪਾਂ ਨੂੰ ਪੈਟਰਨ ਦਾ ਬ੍ਰੇਕਆਊਟ ਮਿਲਣਾ ਸੀ। ਤੁਸੀਂ ਇਹਨੂੰ ਇਹ ਨਾ ਦੇਖਣਾ ਸੀ ਕਿ 30 ਮਿੰਟ ਦੀ ਕੈਂਡਲ ਤੇ ਚੱਕਣਾ, ਤੁਸੀਂ ਰਾਤ ਨੂੰ ਹੀ ਜਦੋਂ ਇਹਨੂੰ ਦੇਖਿਆ, ਮੇਰੇ ਕੋਲ ਮੈਂ ਪਹਿਲੀ ਵਾਰੀ ਦੇਖ ਕੇ ਮੈਨੂੰ ਨਜ਼ਰ ਆ ਗਿਆ ਕਿ ਇੱਥੇ ਕੀ ਹੈ, ਫਲੈਗ ਬਣ ਰਿਹਾ। ਤੁਸੀਂ ਇਹਨੂੰ ਫਲੈਗ ਦੇ ਬ੍ਰੇਕਆਊਟ ਦਾ ਲੈ ਕੇ ਚੱਲਣਾ ਸੀ, ਨਾ ਕਿ ਤੁਸੀਂ ਇਹਨੂੰ ਇਹ ਲੈ ਕੇ ਚੱਲਣਾ ਸੀਗਾ ਕਿ ਜੀ ਇਹ ਸਾਡਾ ਬੇਸ 30 ਮਿੰਟ ਦੀ ਕੈਂਡਲ ਦੀ ਵੇਟ ਕਰਾਂਗੇ। ਵੇਟ ਕਰਨ ਦੀ ਲੋੜ ਹੀ ਨਹੀਂ ਸੀ ਸਰ। ਇਹਦਾ ਹਾਈ ਤੋਂ ਲੈ ਕੇ ਇਹਨੂੰ ਇੱਥੋਂ ਤੱਕ ਲੋ ਤੱਕ ਆਪਾਂ ਮੰਨ ਲਓ ਮਿਲਾ ਲੈਂਦੇ, ਇਸ ਤੋਂ ਬਾਅਦ ਆਪਾਂ ਇਧਰੋਂ ਇਹਨੂੰ ਮਿਲਾ ਲੈਂਦੇ, ਠੀਕ ਹੈ। ਜੇ ਸਿਰਫ ਮੈਂ ਇੰਨੀ ਵੀ ਗੱਲ ਕਰਾਂ, ਦੱਸੋ ਇੱਕ ਇਹ ਟ੍ਰਾਇੰਗਲ ਨਹੀਂ ਬਣ ਰਹੀ ਆਪਣੀ ਇੱਕ? ਹਾਂਜੀ ਸਰ। ਹਾਂਜੀ ਜਾਂ ਤਾਂ ਫਲੈਟ ਜਾਂ ਸਿਮੈਟ੍ਰਿਕ ਟ੍ਰਾਇੰਗਲ ਕਹਿ ਲਓ, ਠੀਕ ਹੈ। ਹੁਣ ਮੰਨ ਲਓ ਆਪਣੀ ਇਹ ਟ੍ਰਾਇੰਗਲ ਬਣ ਗਈ, ਜੇ ਮੈਨੂੰ ਥੋੜਾ ਜਿਹਾ 5 ਮਿੰਟ ਤੇ ਲੈ ਆਵਾਂ, ਦੇਖੋ ਇਹਨੂੰ ਜੇ ਆਪਾਂ ਲਾਈਨਸ ਥੋੜੀਆਂ ਜਿਹੀਆਂ ਆਪਾਂ ਨੂੰ ਕਰੈਕਟ ਕਰ ਲਈਏ ਤਾਂ ਆਪਾਂ ਇਹਦੇ ਬ੍ਰੇਕਆਊਟ ਦਾ ਵੇਟ ਕਰ ਸਕਦੇ ਸੀ ਕਿ ਨਹੀਂ ਕਰ ਸਕਦੇ ਸੀ? ਹਾਂਜੀ ਸਰ। ਠੀਕ ਹੈ। ਤਾਂ ਹਰ ਇੱਕ ਟ੍ਰੇਡ ਸਰ ਆਪਾਂ 30 ਮਿੰਟ ਤੇ ਨਹੀਂ ਲੈਣਾ ਜੀ, ਹਰ ਇੱਕ ਟ੍ਰੇਡ ਆਪਾਂ 5 ਮਿੰਟ ਤੇ ਨਹੀਂ ਲੈਣਾ। ਆਪਾਂ ਨੂੰ ਜੋ ਚਾਰਟ ਦੇ ਉੱਪਰ ਦਿਖੂਗਾ, ਜੇ ਤੁਹਾਡੀ ਜਗ੍ਹਾ ਤੇ ਮੈਂ ਹੁੰਦਾ, ਮੈਂ ਆਪਣੀ ਗੱਲ ਕਰਦਾ, ਤਾਂ ਮੈਂ ਇਹਦਾ ਜਿਹੜਾ ਟ੍ਰੇਡ ਲੈਣਾ ਸੀ, ਮੈਂ ਬੇਸਿਕਲੀ ਉਹ ਸਿਮੈਟ੍ਰਿਕ ਨੂੰ ਦੇਖ ਕੇ ਇਹਦਾ ਟ੍ਰੇਡ ਲੈਣਾ ਸੀ, ਨਾ ਕਿ ਫਸਟ 30 ਮਿੰਟ ਦੀ ਕੈਂਡਲ ਨੂੰ ਦੇਖ ਕੇ ਲੈਣਾ ਸੀ। ਸਰ ਬੇਸਿਕਲੀ ਫਿਰ ਆਪਾਂ ਜੇ ਆਪਾਂ ਚਾਰਟ ਪੈਟਰਨਸ ਦੀ ਵੀ ਗੱਲ ਕਰਦੇ ਸਰ, ਫਿਰ ਆਪਾਂ ਚਾਰਟ ਪੈਟਰਨਸ ਕੋਈ ਹੋਊਗਾ ਟਾਈਮ ਫਰੇਮ ਜਿੱਤੇ ਸਟਰੋਂਗ ਆ ਸਕਦੇ ਜਿੱਦਾਂ 5 ਮਿੰਟ ਵਾਲੀ ਤੇ ਵੀ ਬਣ ਜਾਂਦੇ, ਪਰ ਉਹ ਬੰਦ ਨਹੀਂ ਉਦਾਂ। ਫਿਰ ਆਪਾਂ 30 ਮਿੰਟ ਦੇਖੋ ਆਪਾਂ ਮੈਂ ਕਿਉਂ ਕਹਿ ਰਿਹਾ ਕਿ ਆਪਾਂ ਟ੍ਰੇਡਰ ਕਾਕਪਿਟ ਤੋਂ ਸ਼ੇਅਰ ਕਿਉਂ ਚੁੱਕਿਆ ਸੀ, ਕਿਉਂਕਿ ਆਪਾਂ 30 ਮਿੰਟ ਦਾ ਟ੍ਰੇਡ ਲੈਣਾ ਸੀਗਾ। ਜਦੋਂ ਤੁਸੀਂ 30 ਮਿੰਟ ਦੀ ਕੈਂਡਲ ਲਗਾ ਕੇ ਰੱਖੀ ਹੋਏਗੀ ਤਾਂ ਤੁਹਾਡੇ ਸਾਹਮਣੇ ਇੱਕ ਇਹ ਚੀਜ਼ ਨਜ਼ਰ ਆਈ ਹੋਏਗੀ ਨਾ ਤੁਹਾਨੂੰ। ਹਾਂਜੀ ਸਰ। ਵੈਸੇ ਆਪਾਂ ਦੇਖਦੇ ਹਾਂ ਕਿ ਐਕੂਰੇਟਲੀ ਆਪਾਂ 1 ਡੇ ਦੀ ਕੈਂਡਲ ਦੀ ਦੇਖਦੇ ਆ, ਪਰ ਹੁਣ ਜਦੋਂ ਆਪਾਂ ਨੂੰ ਉਹੀ ਗੱਲ ਵੀ ਜੇ ਰੱਬ ਥੱਲੇ ਆ ਕੇ ਕਹਿੰਦਾ ਵੀ ਅੱਲਾ ਭਗਤਾ ਚੱਕ ਲੈ, ਤਾਂ ਚੱਕ ਲਿਆ ਕਰੋ। ਆਪਾਂ ਨੂੰ 30 ਮਿੰਟ ਆਪਾਂ ਵੈਸੇ ਹਨਾ 1 ਡੇ ਦੀ ਕੈਂਡਲ ਤੇ ਹੀ ਲਗਾ ਕੇ ਦੇਖਣਾ ਸੀ, ਬਟ ਆਪਾਂ ਨੂੰ 30 ਮਿੰਟ ਤੇ ਬਾਈ ਚਾਂਸ ਨਜ਼ਰ ਆ ਗਿਆ ਤਾਂ ਆਪਾਂ ਨੂੰ ਫੋਕਸ 'ਚ ਰੱਖ ਸਕਦੇ ਸੀ ਨਾ। ਬਿਲਕੁਲ ਸਰ, ਬਿਲਕੁਲ ਸਰ। ਤੇ ਸਰ ਇਵੇਂ ਬਲਰਾਮਪੁਰ ਚੀਨੀ ਦੇਖਿਓ ਸਰ। ਬਲਰਾਮਪੁਰ ਚੀਨੀ ਲਓ ਸਰ, ਬਲਰਾਮਪੁਰ ਚੀਨੀ ਤੱਕ 22 ਰੁਪਏ ਦੇ ਚੁੱਕਾ ਜੀ, ਸ਼ਾਇਦ 22 ਰੁਪਏ ਦੇ ਚੁੱਕਾ ਜੀ। ਹਾਂਜੀ ਟਾਰਗੇਟ ਦੇ ਕੇ ਗਈ ਹੈ ਸਰ ਇਹ ਤਾਂ ਜੀ ਆਪਾਂ ਨੂੰ ਪ੍ਰੋਪਰ। ਹਾਂਜੀ ਹਾਂਜੀ ਹਾਂਜੀ, ਉਹ ਸਰ ਮੇਰੇ ਸੀਗਾ, ਬਟ ਉਹ ਮੇਤੇ ਮਤਲਬ ਮੈਂ ਥੋੜਾ ਇਨਕੌਨਫੀਡੈਂਟ ਜਿਹਾ ਸੀਗਾ ਐਕਚੁਅਲੀ। ਮੈਨੂੰ ਸਟਾਪ ਲਾਸ ਤੇ ਟਾਰਗੇਟ ਦਾ ਮੈਨੂੰ ਫੰਡਾ ਕਲੀਅਰ ਨਹੀਂ ਹੈਗਾ ਜੀ। ਇਹ ਮੇਰੇ ਆਪਣੀ ਫਸਟ 30 ਮਿੰਟ ਦੀ ਕੈਂਡਲ ਸੀਗੀ ਜੀ। ਹਾਂਜੀ ਹਾਂਜੀ। ਇਸ ਤੋਂ ਬਾਅਦ ਨੈਕਸਟ ਕੈਂਡਲ ਬਹੁਤ ਨੀਚੇ ਗਈ, ਠੀਕ ਹੈ, ਕੋਈ ਚੱਕਰ ਨਹੀਂ। ਉਹਨੇ ਇੱਥੇ ਹਾਈ ਬ੍ਰੇਕ ਕੀਤਾ, ਆਪਾਂ ਦੇਖਿਆ ਕਿ ਫਸਟ ਕੈਂਡਲ ਦੇਖੋ, ਫਸਟ ਕੈਂਡਲ ਦਾ ਹਾਈ ਤੇ ਲੋ ਦੇਖੋ। ਹਾਈ ਸਰ 492 ਰੁਪਏ ਹੈ ਜੀ, ਲੋ 477 ਰੁਪਏ ਹੈ। ਨਹੀਂ ਸਰ, ਇਹ ਤਾਂ ਠੀਕ ਹੈ ਜੀ, ਬਿਲਕੁਲ ਇਹ ਮਤਲਬ ਕੰਟੈਂਟ ਕਲੀਅਰ ਹੈਗਾ। ਬਟ ਆਪਾਂ ਜਦੋਂ ਆਪਣੇ ਕੀ ਕਹਿੰਦੇ ਹੁੰਦੇ ਯਰੋਦਾ ਦੇ ਵਿੱਚ ਕਿਵੇਂ ਲਾਣਾ ਹੈਗਾ ਜੀ ਆਪਣਾ ਟਾਰਗੇਟ ਵਗੈਰਾ ਨਾ ਜੀ, ਉਹ ਮੈਨੂੰ ਸਰ ਮੈਂ ਤੁਹਾਨੂੰ ਪਹਿਲੇ ਕਿਹਾ ਸੀ, ਜੇ ਤੁਹਾਨੂੰ ਵੈਸੇ ਆਪਾਂ ਉਹਦੀ ਵੀਡੀਓਜ਼ ਬਣਾ ਰਹੇ ਹਾਂ, ਪਹਿਲਾਂ ਮੈਨੂੰ ਸੀਗਾ ਮੈਂ ਤੁਹਾਨੂੰ ਵੈਸੇ ਵੀਡੀਓ ਸੈਂਡ ਕਰੂੰਗਾ, ਮੈਂ ਨਾ ਪੰਜਾਬੀ 'ਚ ਖੁਦ ਵੀਡੀਓ ਬਣਾ ਰਿਹਾ। ਉਹ ਥੋੜਾ ਟਾਈਮ ਦੇ ਦਿਓ, ਆਪਾਂ ਤੁਹਾਨੂੰ ਉਹ ਆਪਾਂ YouTube ਚੈਨਲ ਤੇ ਆਪਣੇ ਤੇ ਪਾ ਦਿਆਂਗੇ, ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗਾ। ਮੈਂ ਪਹਿਲਾਂ ਮੈਂ ਦੇਖ ਰਿਹਾ ਸੀਗਾ ਵੀਡੀਓਜ਼, ਪਰ ਮੈਂ ਕਿਹਾ ਕੋਈ ਹਿੰਦੀ 'ਚ ਹੈ, ਕੋਈ ਇੰਗਲਿਸ਼ 'ਚ ਹੈ, ਇਹਦੇ ਨਾਲੋਂ ਬੈਟਰ ਹੈ ਸਰ ਕੋਈ ਨਾ ਆਥੈਂਟਿਕ ਜਿਹਾ ਸੋਰਸ ਲੱਭ ਨਹੀਂ ਰਿਹਾ ਸੀਗਾ ਜੀ ਅਸਲ ਵਿੱਚ ਨਾ। ਮੈਂ ਆਪਾਂ ਆਪ ਹੀ ਕਰ ਰਹੇ ਹਾਂ ਜੀ। ਟ੍ਰੇਡਿੰਗ ਵਿਊ ਦਾ ਬੇਸਿਕ, ਟ੍ਰੇਡਿੰਗ ਵਿਊ, ਜ਼ੀਰੋਦਾ ਤੇ ਐਂਜਲ 1 ਤੇ ਅਪ ਸਟਾਕ ਜਿਹੜੇ ਮੇਜਰਲੀ ਆਪਾਂ ਯੂਜ਼ ਕਰਦੇ ਹਾਂ, ਮੈਂ ਉਹਨਾਂ ਦੀਆਂ ਪੰਜਾਬੀ 'ਚ ਵੀਡੀਓ ਬਣਾ ਕੇ ਪਾ ਰਿਹਾ। ਚਲੋ ਸਰ, ਬੜੀ ਮਿਹਰਬਾਨੀ, ਥੈਂਕ ਯੂ। ਇਹਨੂੰ 5 ਮਿੰਟ ਚ ਦੇਖਿਓ ਜੀ। ਹਾਂਜੀ ਸਰ, ਹੁਣ ਪਹਿਲਾਂ ਤਾਂ ਜੇ ਕਿਸੇ ਦਾ ਕੋਈ ਡਾਊਟ ਹੈ ਜੀ ਉਹ ਪੁੱਛ ਲਓ ਮੈਨੂੰ। ਸਰ ਆ ਬਲਰਾਮਪੁਰ ਚੀਨੀ ਦੇਖਿਓ ਜੀ 5 ਮਿੰਟ ਚ। ਦੱਸੋ ਸਰ। ਸਰ ਇਹੀ ਸੇਮ 5 ਮਿੰਟ ਚਾਰਟ ਚ ਦੇਖਿਓ ਜੀ, ਬਲਰਾਮਪੁਰ ਚੀਨੀ। ਦੱਸੋ ਕਿ ਤੁਸੀਂ ਮੈਨੂੰ ਦੱਸ ਦਿਓ, ਕੋਈ ਗੱਲ ਨਹੀਂ। ਸਰ ਉਹ ਪਹਿਲਾਂ ਸ਼ਾਰਟ ਦਾ ਉਹ ਬਣ ਰਿਹਾ ਸੀ ਸਿਨੈਰੀਓ। ਓਕੇ ਜੀ, 5 ਮਿੰਟ ਚ। ਠੀਕ ਹੈ ਸਰ। ਹਾਂਜੀ, ਸ਼ੋਰਟ ਦਾ ਹੀ ਬਣ ਰਿਹਾ ਸੀਗਾ 5 ਮਿੰਟ ਦੇ ਵਿੱਚ ਪਹਿਲਾਂ ਹੀ ਇਹਦੇ ਵਿੱਚ ਨਾ ਜੀ। ਹਾਂਜੀ
ਓਕੇ, ਤੁਸੀਂ ਕੀਤਾ ਜੀ? ਨਹੀਂ ਕੀਤਾ ਤਾਂ ਨਹੀਂ ਸਰ, ਵੈਸੇ ਬਣ ਰਹੇ ਸੀ, ਦੇਖ ਰਿਹਾ ਸੀ ਉਦੋਂ ਮੈਂ। ਸਰ ਫਿਰ ਜੇ ਦੇਖੋ ਮੇਰੀ ਇੱਕ ਗੱਲ ਸੁਣੋ, ਜੇ ਆਪਾਂ ਨਾ ਕਈ ਵਾਰੀ ਦੇਖਦੇ ਹੁੰਦੇ ਆ, कई बार इंस्टाग्राम पे देखते हैं या किसी और देखते हैं, ਉੱਥੇ ना लिखा होता है कि अगर आपने इसमें पैसे लगाए होते तो आज आपके पैसे 3 गुना हो जाते, या ये शेयर यहाँ से यहाँ पर चल पड़ा। और सर ਜਿਹੜਾ ਟਾਈਮ ਨਿਕਲ ਗਿਆ ਛੱਡ ਦੋ ਬਸ ਉਹਨੂੰ। ਜੇ ਆਪਾਂ ਇਹ ਸੋਚਦੇ ਰਵਾਂਗੇ ਨਾ ਵੀ ਯਾਰ ਅਸੀਂ ਲਾਏ ਹੁੰਦੇ, ਹੁਣ ਕਾਮਨ ਜੀ ਗੱਲ ਮੈਂ ਦੱਸਦਾ ਤੁਹਾਨੂੰ, ਬਹੁਤ ਸਾਰੇ ਨਾ ਸ਼ੇਅਰ ਇਦਾਂ ਦੇ ਹੁੰਦੇ ਆ, ਚਾਹੇ ਟਾਟਾ ਦੇ ਕੋਈ ਵਧੀਆ ਕੰਪਨੀ ਦਾ ਵੀ ਕਿਉਂ ਨਾ ਸ਼ੇਅਰ ਹੋਵੇ। ਅੱਜ ਕੱਲ ਜਿਵੇਂ ਉਹ ਅਡਾਨੀ ਦੇ ਸ਼ੇਅਰ ਬੜੇ ਚੱਲ ਰਹੇ ਆ, ਕਿਸੇ ਨੇ ਸੋਚਿਆ ਸੀਗਾ ਕਿ ਅਡਾਨੀ ਰਿਲਾਇੰਸ ਨੂੰ ਵੀ ਪਿੱਛੇ ਛੱਡ ਜੂਗਾ? ਉਹਨੇ ਪਿੱਛੇ ਛੱਡਣਾ ਸ਼ੁਰੂ ਕੀਤਾ ਤਾਂ ਉਹਦਾ ਨਾਮ ਆ ਗਿਆ, ਠੀਕ ਹੈ। ਹੁਣ ਜੇ ਮੈਂ ਕਹਾਂ ਵੀ ਅੱਜ ਤੋਂ 5 ਸਾਲ ਪਹਿਲਾਂ ਜੀ ਜੇ ਆਪਾਂ ਅਡਾਨੀ ਦਾ ਸ਼ੇਅਰ ਲਿਆ ਹੁੰਦਾ, ਨਾ ਤਾਂ ਉਹਦੇ ਜੀ ਕਰਦਾ ਸੀ। ਇਹ ਨਾ ਉਹ ਗੱਲ ਹੁੰਦੀ ਹੈ, ਮੈਂ ਸਿੰਪਲ ਜੀ ਗੱਲ ਦੱਸਦਾ, ਕਈ ਵਾਰੀ ਨਾ ਫਿਲਮ ਵਾਲੇ ਦਿਖਾ ਦਿੰਦੇ ਆ, ਜਾਂ ਉਹ ਜਿਹੜੇ ਅੱਜ ਕੱਲ ਨਵੇਂ ਸਮਾਜ ਸੁਧਾਰ ਵਾਲੇ ਚੱਲੇ ਹੋਏ ਆ ਇੰਸਟਾਗ੍ਰਾਮ ਤੇ YouTube ਤੇ, ਵੀ ਹਾਂਜੀ ਪਹਿਲਾਂ ਮੰਨ ਲਓ ਮੁੰਡਾ ਕੁਛ ਨਹੀਂ ਕਰਦਾ ਸੀ, ਕੁੜੀ ਉਹਨੂੰ ਛੱਡ ਕੇ ਚਲੀ ਗਈ, ਫਿਰ ਮੁੰਡੇ ਨੇ ਗੱਡੀ ਲੈ ਲਈ, ਬਿਜ਼ਨਸ ਸਕਸੈਸ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਜਿੱਦੇ ਉਹਨੂੰ ਛੱਡਿਆ ਸੀ ਉਹਦੇ ਕੋਲੇ ਕੱਖ ਨਹੀਂ ਸੀ, ਛੱਡਤਾ, ਬਹੁਤ ਵਧੀਆ ਗੱਲ ਹੋ ਗਈ। ਹੁਣ ਉਹ 5 ਸਾਲਾਂ ਬਾਅਦ ਕੀ ਕਰ ਰਿਹਾ? ਜੇ ਫਿਰ ਐਡੀ ਹਿੰਮਤ ਹੁੰਦੀ ਉਹ 5 ਸਾਲ ਪਹਿਲਾਂ ਕਰ ਲੈਂਦਾ। ਵੀ ਇਹ ਨਾ ਸਿਰਫ ਉਹ ਇੱਕ ਨਾ ਸਟ੍ਰੈਟਜੀ ਹੈ, ਕਹ ਲਓ ਕਿ ਦਿਮਾਗ ਘੁਮਾਉਣ ਵਾਲੀ ਗੱਲ ਹੁੰਦੀ ਹੈ। ਅਗਰ ਆਪਨੇ यहाँ पे लगाए होते, ਉਹ ਜਿਹੜਾ ਆਪਾਂ ਕਹਿੰਦੇ ਪੰਜਾਬੀ ਚ ਵੀ ਜੇ ਕਦੇ ਫੜੀ ਨਹੀਂ ਜਾਂਦੀ, ਜਾਂ ਤਾਂ ਕਰ ਦਿਓ ਜਾਂ ਪ੍ਰੋਫਿਟ ਹੋ ਜਾਊਗਾ ਜਾਂ ਲਾਸ ਹੋ ਜਾਊਗਾ। ਤੇ ਆਪਾਂ ਉਹੀ ਗੱਲ ਕਰਨ ਲੱਗੇ ਹਾਂ, ਜਾਂ ਤਾਂ ਪ੍ਰੋਫਿਟ ਹੋ ਜਾਊ ਜਾਂ ਲਾਸ ਹੋ ਜਾਊ। ਤੇ ਨਹੀਂ ਨਿਕਲ ਗਿਆ ਟਾਈਮ ਤਾਂ ਨਿਕਲ ਗਿਆ, ਛੱਡ ਦਿਓ। ਆਪਾਂ ਨਾ ਹਮੇਸ਼ਾ ਉਹ ਲੋਕ ਹੈ ਜਿਹੜੇ ਬਸ ਚੀਜ਼ਾਂ ਨੂੰ ਹੁੰਦੀਆਂ ਨੂੰ ਵੇਖਦੇ ਰਹਿੰਦੇ ਵੀ ਅੱਛਾ ਲੈ ਐਂ ਹੋ ਜਾਣਾ ਸੀ। ਅਸੀਂ ਵੀ ਬਹੁਤ ਵਾਰੀ ਇਹ ਚੀਜ਼ਾਂ ਸਟਾਰਟਿੰਗ ਚ ਕੀਤੀਆਂ, ਲੈ ਯਾਰ ਜੇ ਨਾ ਅਸੀਂ ਇੰਨੇ ਸ਼ੇਅਰ ਲਏ ਹੁੰਦੇ, ਲੈ ਨਾਲੇ ਮੈਂ ਕਹੀ ਜਾਂਦਾ ਸੀ ਸ਼ੇਅਰ ਲੈ ਲਓ, ਫਿਰ ਨਹੀਂ ਲਏ, ਨਾਲੇ ਮੈਂ ਕਹੀ ਜਾਂਦਾ ਸੀ ਜੇ ਕਿਸੇ ਦਿਨ ਸਟਾਪ ਲਾਸ ਹਿੱਟ ਹੁੰਦਾ ਨਾ, ਲੈ ਮੈਂ ਕਿਹਾ ਸੀ ਇਹ ਰਹਿਣ ਦੀ ਨਾ ਲਈਏ। ਜੋ ਐਕਸ਼ਨ ਆਪਾਂ ਦੇਖੋ, ਆਪਾਂ ਕੀ ਕੀਤਾ, ਆਪਾਂ ਪ੍ਰੋਪਰ ਆਪਦੀ ਨੌਲੇਜ ਨਾਲ ਇੱਕ ਐਕਸ਼ਨ ਲਿਆ। ਇਹ ਤੋਂ ਬਾਅਦ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਨਾ। ਐਕਸ਼ਨ ਨਹੀਂ ਲਿਆ ਤਾਂ ਵੀ ਆਪਾਂ ਰਿਸਪੌਂਸੀਬਲ ਹੈ, ਐਕਸ਼ਨ ਲੈ ਲਿਆ ਤਾਂ ਵੀ ਆਪਾਂ ਰਿਸਪੌਂਸੀਬਲ ਹੈ। ਆਪਣਾ ਸਭ ਤੋਂ ਵੱਡੀ ਮੈਂ ਇੱਕ ਚੀਜ਼ ਮੰਨਦਾ ਹੁੰਦਾ ਕਿ ਆਪਾਂ ਨਾ ਆਪਦੀ ਸਕਸੈਸ ਨੂੰ ਕਿਉਂ ਨਹੀਂ ਇੰਜੋਏ ਕਰ ਪਾਉਂਦੇ। ਤੁਸੀਂ ਇੱਕ ਚੀਜ਼ ਦੇਖੀ ਹੋਊਗੀ, ਜਦੋਂ ਵੀ ਤੁਸੀਂ ਪਾਸ ਹੁੰਦੇ ਹੋ, ਤੁਹਾਨੂੰ ਨਾਲ ਦੀ ਨਾਲ ਘਰ ਦੇ ਗੁਰਦੁਆਰੇ ਮੱਥਾ ਟੇਕਣ ਭੇਜਦੇ ਵੀ ਜਾ ਪੁੱਤ ਬਾਬੇ ਨੇ ਪਾਸ ਕਰਾਇਆ, ਤੂੰ ਜਾ ਕੇ ਮੱਥਾ ਟੇਕਿਆ। ਤੇ ਜਿੱਦੇ ਤੁਸੀਂ ਫੇਲ ਹੁੰਦੇ ਹੋ, ਕੀ ਤੁਸੀਂ ਤੁਹਾਡੇ ਘਰ ਦੇ ਨੇ ਕਿਹਾ ਵੀ ਪੁੱਤ ਬਾਬੇ ਨੇ ਤੈਨੂੰ ਫੇਲ ਕਰਾਤਾ? ਨਹੀਂ ਸਰ ਇਹ ਚੀਜ਼ ਤਾਂ ਬਹੁਤ ਵੱਡੀ ਹੈ ਸਰ। ਇਹ ਜਿੱਦਣ ਆਪਾਂ ਇਹ ਚੀਜ਼ ਸਮਝ ਕੇ ਸਰ ਉਦੋਂ ਦੇ ਆਪਣਾ ਦੇਸ਼ ਆ ਤਰੱਕੀ ਕਰ ਜੂਗਾ। ਮੈਂ ਨਾ ਵੀ ਮੈਂ ਆਪਾਂ ਡਿਬੇਟਿਕ ਟੌਪਿਕ ਨਹੀਂ ਲੈ ਕੇ ਚੱਲ ਰਹੀ ਨੂੰ, ਵੈਸੇ ਰਿਲੀਜਨ ਆਬਵੀਅਸ ਹੈ, ਡਿਬੇਟਿਕ ਹੈ, ਬਟ ਮੈਂ ਜਨਰਲੀ ਗੱਲ ਕਰਦਾ ਕਿ ਜਿਹੜੀ ਨਿੱਕੀ ਤੋਂ ਨਿੱਕੀ ਸਕਸੈਸ ਵੀ ਹੁੰਦੀ ਹੈ ਨਾ, ਆਪਾਂ ਨਾ ਆਪਣੇ ਘਰ ਦੇ ਦੂਜਿਆਂ ਦੇ ਸੁੱਟ ਦਿੰਦੇ ਆ ਵੀ ਤੇ ਤੂੰ ਨਹੀਂ ਪਾਸ ਹੋਇਆ, ਤੈਨੂੰ ਬਾਬੇ ਨੇ ਪਾਸ ਕਰਾਇਆ। ਤੇ ਜਦੋਂ ਅਸਫਲਤਾ ਮਿਲਦੀ ਹੈ ਉਹ ਆਪਣੇ ਦੇ ਸਿੱਟ ਦਿੰਦੇ ਆ। ਜੇ ਤੁਸੀਂ ਆਪਣੀ ਸਕਸੈਸ ਨੂੰ ਇੰਜੋਏ ਕਰਨਾ ਸਿੱਖਿਆ ਹੁੰਦਾ ਤਾਂ ਤੁਸੀਂ ਆਪਦੀ ਚਲੋ ਫੇਲੀਅਰਸ ਨੂੰ ਵੀ ਇੰਜੋਏ ਕਰ ਪਾਉਂਦੇ। ਤਾਂ ਆਪਾਂ ਸਕਸੈਸ ਜਦੋਂ ਵੀ ਆਪਣੇ ਕੋਲ 4 ਪੈਸੇ ਆਏ ਨਾ, ਆਪਾਂ ਨੂੰ ਡਰ ਲੱਗਣ ਲੱਗੇ ਨਾ ਵੀ ਕਿਤੇ ਬਾਬਾ ਖੋ ਹੀ ਨਾ ਲਵੇ ਵਾਪਸ, ਠੀਕ ਹੈ। ਤਾਂ ਕਾਮਨ ਜੀ ਗੱਲ ਹੈ, ਸਟਾਰਟਿੰਗ 'ਚ ਮੈਂ ਵੀ ਇਦਾਂ ਕਰਦਾ ਸੀ। ਕਈ ਵਾਰੀ ਮੈਂ ਗੁਰਦੁਆਰੇ ਜਾ ਕੇ ਬਹਿ ਕੇ ਵੀ ਟ੍ਰੇਡ ਲਏ ਹੋਏ ਆ ਵੀ ਬਾਬਾ, ਨਾਲੇ ਉਹੀ ਜਿਹਾ ਰਿਸ਼ਵਤ ਵਾਲਾ ਕੰਮ ਵੀ ਬਾਬਾ ਇੰਨੇ ਪੈਸੇ ਬਣ ਜਾਣ, ਵਿੱਚੋਂ ਇੰਨੇ ਪੈਸੇ ਤੇਰੇ। ਉਹੀ ਹੋਣਾ ਇਹ ਰਿਐਲਿਟੀ ਹੈ। ਮੇਰੇ ਨਾਲ ਇਹ ਚੀਜ਼ ਗੁਜ਼ਰੀ ਹੈ ਵੀ ਮੈਂ ਨਹਾ ਕੇ ਟ੍ਰੇਡ ਲੈ ਕੇ ਦੇਖਿਆ, ਬਿਨਾਂ ਨਹਾ ਕੇ ਟ੍ਰੇਡ ਲੈ ਕੇ ਵੀ ਦੇਖਿਆ ਵੀ ਨਹਾ ਕੇ ਕੋਈ ਫਰਕ ਤਾਂ ਨਹੀਂ ਪੈਂਦਾ, ਬਿਨਾਂ ਨਹਾ ਤਾਂ ਨਹੀਂ ਫਰਕ ਪੈਣ ਲੱਗਿਆ ਕੋਈ। ਗੁਰਦੁਆਰੇ 'ਚ ਬਹਿ ਕੇ ਵੀ ਟ੍ਰੇਡ ਲਏ, ਬਾਹਰ ਬਹਿ ਕੇ ਵੀ ਅੱਛਾ ਵੀ ਆਹ ਕਮਰਾ ਮੇਰੇ ਲਈ ਲੱਕੀ ਹੈ ਜਾਂ ਕੱਪੜਾ ਮੇਰੇ ਲਈ ਲੱਕੀ ਹੈ, ਸਭ ਕੁਝ ਕਰਕੇ ਦੇਖਿਆ ਮੈਂ। ਪਰ ਐਟ ਦਾ ਐਂਡ ਜੇ ਤੁਹਾਨੂੰ ਚਾਰਟ ਪੜ੍ਹਨਾ ਆਉਂਦਾ ਤਾਂ ਹੈਲਪਫੁਲ ਉਹੀ ਹੈ, ਨਾ ਕੋਈ ਕੱਪੜਾ ਹੈਲਪਫੁਲ ਹੈ, ਨਾ ਕੋਈ ਬਾਬਾ ਹੈਲਪਫੁਲ ਹੈ, ਠੀਕ ਹੈ ਨਾ। ਪਰ ਆਪਾਂ ਕਹਿ ਦਿੰਦੇ ਹਾਂ ਵੀ ਚਲੋ ਬਾਬੇ ਨੂੰ ਚਲੋ, ਉਹ ਗੱਲ ਵੱਖਰੀ। ਅਗੇਨ ਆਪਾਂ ਡਿਬੇਟਿੰਗ 'ਚ ਨਹੀਂ ਪੈਣਾ, ਪਰ ਹਾਂ ਕਿ ਸਭ ਤੋਂ ਜ਼ਰੂਰੀ ਚੀਜ਼ ਹੈ ਐਕਸ਼ਨ ਨੂੰ ਲੈਣਾ। ਤੁਸੀਂ ਸਿਰਫ ਉਹੀ ਗੱਲ, ਇੱਕ ਬੰਦਾ ਨਾ ਹਰ ਰੋਜ਼ ਕਹਿੰਦੇ ਗੁਰਦੁਆਰੇ ਜਾਂਦਾ ਹੁੰਦਾ ਸੀ ਵੀ ਬਾਬਾ ਲਾਟਰੀ ਜਿਤਾ ਦੇ, ਬਾਬਾ ਲਾਟਰੀ ਜਿਤਾ ਦੇ। ਉਹਨੂੰ 2 ਸਾਲ ਹੋ ਗਏ, 3 ਸਾਲ ਹੋ ਗਏ, 5 ਸਾਲ ਹੋ ਗਏ ਜਾਂਦੇ ਨੂੰ, ਤੇ ਕਹਿੰਦੇ ਕਿਤੇ ਨਾ ਅੱਗੋਂ ਬਾਬਾ ਬੋਲ ਪਿਆ ਵੀ ਪਤੰਦਰਾ ਲਾਟਰੀ ਪਾ ਤਾਂ ਲੈ, ਜਿਤਾਵਾਂ ਕੀ। ਤਾਂ ਇਹ ਚੀਜ਼ ਹੋ ਜਾਂਦੀ ਹੈ। ਆਪਾਂ ਕਹਿੰਦੇ ਵੀ ਬਾਬਾ ਪ੍ਰੋਫਿਟ ਕਰਾ ਦੇ, ਤੇ ਜੇ ਆਪਾਂ ਐਕਸ਼ਨ ਹੀ ਨਹੀਂ ਲੈਣਾ ਪ੍ਰੋਫਿਟ ਕਿੱਥੋਂ ਹੋਊਗਾ? ਠੀਕ ਹੈ। ਚਲੋ ਸਰ, ਆਪਾਂ ਅੱਜ ਆਪਣੀ ਨੈਕਸਟ ਕਲਾਸ ਕਰਦੇ ਹਾਂ ਜੀ। ਇਸ ਦਾ ਕੋਈ ਡਾਊਟ ਹੈ ਤਾਂ ਪਹਿਲਾਂ ਜਿੰਨਾ ਆਪਾਂ ਪੜਿਆ ਉਹਦੇ ਚ ਮੈਨੂੰ ਦੱਸ ਲਓ, ਨਹੀਂ ਫਿਰ ਆਪਾਂ ਨੈਕਸਟ ਕਰੀਏ। ਸਰ ਹਾਂਜੀ ਸਰ ਮੈਨੂੰ ਨਾ ਫੰਡਾਮੈਂਟਲਸ ਦੇ ਵਿੱਚ ਸਰ ਜਿਹੜੀਆਂ ਰੇਸ਼ੀਓਜ਼ ਸਰ, 1-2 ਰੇਸ਼ੀਓਜ਼ ਦਾ ਪਤਾ, ਬਾਕੀ ਸਰ ਜਿਹੜੀਆਂ ਪਰ ਰੇਸ਼ੀਓਜ਼ ਆ ਉਹ ਸਰ ਕਈ ਨੈਗੇਟਿਵ ਚ ਵੀ ਆ, ਕਈ ਦੂਜੀਆਂ ਸਰ ਇੱਕ ਅਰਨਿੰਗਸ ਪਰ ਸ਼ੇਅਰ ਵਾਲਾ ਜਿਹੜਾ ਵਾ ਉਹਦਾ ਥੋੜਾ ਚੱਕਰ ਹੈ ਵੀ ਸਰ ਉਹ
ਜਿੱਦਾਂ ਮੈਂ ਪੁਰਾਣੇ ਦੇਖਦਾ ਸੀ ਵੀ ਉਹ ਸਰ ਐਕਚੁਅਲ ਇੱਕ ਕਰਦੇ ਹੁੰਦੇ, ਇੱਕ ਐਸਟੀਮੇਟ ਕਰਦੇ ਹੁੰਦੇ ਸਰ, ਜਿਹਦੇ ਡਿਫਰੈਂਸ ਆਉਂਦਾ ਸਰ ਉਦੋਂ ਵੀ ਸਟਾਕ ਜਿਹੜਾ ਉਹ ਬਹੁਤ ਉੱਪਰ ਹੇਠਾਂ ਜਾਂਦਾ। ਸਰ ਦੱਸ ਸਕਦੇ ਵੀ ਇਹਦਾ ਕੀ ਅਰਨਿੰਗਸ ਪਰ ਸ਼ੇਅਰ ਦਾ ਕੀ ਕੋਰਿਲੇਸ਼ਨ ਕੀ ਹੈ ਜੀ ਇੱਕ ਤਰੀਕੇ ਨਾਲ? ਦੇਖੋ ਸਰ, ਬੇਸਿਕਲੀ ਇੱਕ ਚੀਜ਼ ਦੇਖੋ ਕਿ ਜਿਹੜਾ ਅਰਨਿੰਗ ਪਰ ਸ਼ੇਅਰ ਹੈ ਉਹ ਈਅਰਲੀ ਵਧਣਾ ਚਾਹੀਦਾ ਕਿ ਘਟਣਾ ਚਾਹੀਦਾ? ਵਧਣਾ ਚਾਹੀਦਾ। ਠੀਕ ਹੈ, ਹਮੇਸ਼ਾ ਜਦੋਂ ਆਪਾਂ ਅਰਨਿੰਗ ਪਰ ਸ਼ੇਅਰ ਦੀ ਗੱਲ ਕਰਦੇ ਹਾਂ ਸਰ, ਅਰਨਿੰਗ ਪਰ ਸ਼ੇਅਰ ਹਮੇਸ਼ਾ ਵਧਣਾ ਚਾਹੀਦਾ ਤੇ ਰੈਗੂਲਰ ਬੇਸਿਸ ਤੇ ਉਹ ਵਧਣਾ ਚਾਹੀਦਾ। ਠੀਕ ਹੈ, ਹੁਣ ਜੇ ਅਰਨਿੰਗ ਪਰ ਅਸਲ 'ਚ ਜੇ ਸ਼ੇਅਰ ਦੀ ਵੈਲਿਊ ਵਧ ਰਹੀ ਹੈ ਤਾਂ ਹੀ ਅਰਨਿੰਗ ਪਰ ਸ਼ੇਅਰ ਵਧੂਗਾ। ਜਾਂ ਕਹ ਲਓ ਜਿਵੇਂ ਆਪਾਂ ਗੱਲ ਕਰਦੇ ਵੀ ਆਪਾਂ ਕਹਿੰਦੇ ਵੀ ਕੰਪਨੀ ਦੀ ਵੈਲਿਊਏਸ਼ਨ ਵਧ ਗਈ ਜਾਂ ਕੰਪਨੀ ਜ਼ਿਆਦਾ ਪ੍ਰੋਫਿਟ ਕਰ ਰਹੀ ਹੈ। ਠੀਕ ਹੈ, ਆਪਾਂ ਅਰਨਿੰਗ ਪਰ ਸ਼ੇਅਰ ਦੀ ਕੀ ਗੱਲ ਕੀਤੀ ਸੀ ਕਿ ਜਿਹੜੀ ਪ੍ਰੋਫਿਟ ਹੈ ਨਾ ਆਪਾਂ ਉਹਨੂੰ ਸ਼ੇਅਰਸ ਦੀ ਗਿਣਤੀ ਨਾਲ ਡਿਵਾਈਡ ਕਰ ਦਿੰਦੇ ਆ। ਜੇ ਕੰਪਨੀ ਦਾ ਪ੍ਰੋਫਿਟ ਵਧ ਰਿਹਾ ਤਾਂ ਆਬਵੀਅਸ ਉਹਦੀ ਅਰਨਿੰਗ ਪਰ ਸ਼ੇਅਰ ਵਧ ਰਹੀ ਹੈ। ਉਹ ਜੇ ਕੋਈ ਕੰਪਨੀ ਪ੍ਰੋਫਿਟੇਬਲ ਹੈ, ਉਹਦਾ ਪ੍ਰੋਫਿਟ ਹਰ ਸਾਲ ਵੱਧਦਾ ਜਾ ਰਿਹਾ ਤਾਂ ਉਹਦੀ ਸ਼ੇਅਰ ਦੀ ਜਿਹੜੀ ਪ੍ਰਾਈਸ ਹੈ ਕਾਮਨ ਜੀ ਗੱਲ ਉਹ ਵਧੇਗੀ। ਠੀਕ ਹੈ ਜੀ। ਹਾਂਜੀ ਹਾਂਜੀ ਹੋਰ ਸਰ? ਸਰ ਭਾਜੀ ਮੇਰੇ ਸਰ ਇੰਡੀਕੇਟਰ ਇੱਕ ਨਾ ਜੀ ਆਪਣੇ ਸਰ ਇਹ ਨਹੀਂ ਮਤਲਬ ਥੋੜੇ ਕਲੀਅਰ ਹੈਗਾ ਜੀ। ਇੱਕ ਜਿਹੜਾ ਆਪਾਂ ਨੇ ਸਰ ਕੰਬੀਨੇਸ਼ਨ ਕੀਤਾ ਸੀਗਾ ਸ਼ੈਂਡਲਰ ਐਗਜ਼ਿਟ ਐਂਡ ਇਸ਼ੂ ਮੁੱਕੂ ਵਾਲਾ ਨਾ ਜੀ। ਹਾਂਜੀ ਸਰ। ਸਰ ਇਹ ਨਹੀਂ ਸਰ ਕਲੀਅਰ ਹੈਗਾ ਜੀ ਮੇਰਾ ਨਾ ਜੀ, ਮਤਲਬ ਇਸ਼ੂ ਮੁੱਕੂ ਦਾ ਯੂਜ਼ ਆਪਾਂ ਕਿਵੇਂ ਕਰਨਾ? ਸ਼ੈਂਡਲਰ ਵਾਲਾ ਤਾਂ ਚਲੋ ਠੀਕ ਹੈ, ਇੱਕ ਜਗ੍ਹਾ ਆ ਕੇ ਬਾਈ ਦੇ ਦੂਗਾ ਜੀ, ਇੱਕ ਜਗ੍ਹਾ ਆ ਕੇ ਨਾ ਐਗਜ਼ਿਟ ਦੇ ਦੂਗਾ। ਆਪਾਂ ਉਹਦੇ ਨਾਲ ਮੈਂ ਦੱਸਦਾ ਸਰ, ਸ਼ੈਂਡਲਰ ਇੱਕ ਅਜਿਹਾ ਟੂਲ ਹੈ ਜਿਹੜਾ ਤੁਹਾਨੂੰ ਬਾਈ ਤੇ ਸੈਲ ਦਾ ਸਿਗਨਲ ਦੇ ਦਿੰਦਾ। ਇੰਨੀ ਗੱਲ ਜੀ 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 ਤੇ ਜੀ ਇਸ਼ੂ ਮੁੱਕੂ ਦਾ ਕੰਮ ਕੀ ਹੈ ਸਰ? ਉਹ ਨਾ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਕਿ ਸਪੋਰਟ ਤੇ ਰੈਜ਼ਿਸਟੈਂਸ ਦਾ ਕੰਮ ਕਰਦੀ ਹੈ। ਠੀਕ ਹੈ, ਹੁਣ ਜਿਵੇਂ ਆਪਾਂ ਈਐਮਏ ਲਗਾ ਕੇ ਦੇਖਿਆ ਵੀ 200 ਦਿਨਾਂ ਦੀ ਈਐਮਏ। ਸਰ ਜਿਹੜਾ ਸਕਰੀਨ ਸ਼ੇਅਰ ਕਰਕੇ ਦੱਸ ਦਿਓ ਜੀ ਉਹ ਵਾਲਾ ਜੀ। ਠੀਕ ਹੈ ਜੀ। ਮੰਨ ਲਓ ਜੀ ਆਪਾਂ ਬਲਰਾਮਪੁਰ ਚੀਨੀ ਦੀ ਉਹ ਚੀਜ਼ ਲਗਾ ਕੇ ਦੇਖਦੇ ਹਾਂ ਸਰ। ਆਪਾਂ ਇੰਡੀਕੇਟਰਸ ਜਾਵਾਂਗੇ ਜੀ। ਇੰਡੀਕੇਟਰ ਦੇ ਵਿੱਚ ਆਪਾਂ ਇੱਕ ਤਾਂ ਸ਼ੈਂਡਲਰ ਐਗਜ਼ਿਟ ਕੀਤਾ, ਇੱਕ ਆਪਾਂ ਇਚਿਮੋਕੂ ਕਲਾਊਡ ਸਿਲੈਕਟ ਕਰ ਲਿਆ। ਠੀਕ ਹੈ ਜੀ, ਇਹ ਤੋਂ ਬਾਅਦ ਆਪਾਂ ਸੈਟਿੰਗਸ ਦੇ ਵਿੱਚ ਆ ਗਏ ਜੀ। ਸਰ ਸ਼ੈਂਡਲਰ ਐਗਜ਼ਿਟ ਦਾ ਕੋਡ ਕਿੰਨਾ ਹੈਗਾ ਜੀ? ਐਵਰਗੇਟ ਕਿੰਨਾ ਜੀ? 3582 ਕਿੰਨਾ ਹੈਗਾ ਜੀ? ਐਵਰਗੇਟ ਦਾ ਹਾਂਜੀ ਸਰ, ਐਵਰਗੇਟ ਦਾ ਹੈਗਾ ਜੀ ਤੇ ਕੋਡ ਇਹਦਾ ਹੈਗਾ 3617। ਤੇ ਸਰ ਕਦੇ 3610 ਸ਼ੋ ਹੁੰਦਾ ਜੀ, ਕਦੇ ਮਤਲਬ 36 ਕੁਛ, ਮਤਲਬ ਫਿਕਸ ਜਾਂ ਨਹੀਂ ਹੈਗਾ ਜੀ? ਆਪਾਂ ਐਵਰਗੇਟ ਨੂੰ ਕਲੀਅਰ ਕਰਨਾ, ਆਪਾਂ ਨੂੰ ਐਵਰਗੇਟ ਚਾਹੀਦਾ, ਕੋਡ ਨੂੰ ਰਹਿਣ ਦਿਓ। ਐਵਰਗੇਟ ਚਲੋ ਦਾ ਐਵਰਗੇਟ ਦਾ ਲੈਣਾ ਆਪਾਂ। ਓਕੇ ਜੀ, ਓਕੇ, ਠੀਕ ਹੈ ਜੀ, ਓਕੇ। ਠੀਕ ਹੈ ਜੀ। ਹੁਣ ਸਰ ਆਪਾਂ ਕੀ ਕੀਤਾ, ਇਚਿਮੋਕੂ ਤੇ ਆ ਜਾਓ, ਇਹਦੀ ਸੈਟਿੰਗਸ ਦੇ ਵਿੱਚ ਆ ਜਾਓ। ਲੀਡਿੰਗ ਸਪੈਨ ਵੀ ਰਹਿਣ ਦਿਓ। ਕੈਂਡਲ, ਠੀਕ ਹੈ, ਇਹਦਾ ਜਿਹੜਾ ਕੈਂਡਲ ਪੈਟਰਨ ਠੀਕ ਹੈ, 1 ਮਿੰਟ ਰੁਕੋ। ਉਹਨੂੰ ਹਾਈਫਨੇਸ਼ਨ ਤੇ ਲਾ ਲਓ ਜੀ। ਠੀਕ ਹੈ ਸਰ। ਹੁਣ ਆਪਾਂ ਕੀ ਦੇਖਦੇ ਹਾਂ ਇੱਥੇ ਕਿ ਆਪਾਂ ਨੂੰ ਦੇਖੋ ਤੇ ਬਾਈ ਦਾ ਸਿਗਨਲ ਆਇਆ ਹੋਇਆ, ਪਰ ਜਿਹੜੀ ਆਪਣੀ ਇਚਿਮੋਕੂ ਦੀ ਲਾਈਨ ਆ ਉਹ ਆਹ ਵਾਲੀ ਜਾ ਰਹੀ ਹੈ। ਠੀਕ ਹੈ, ਇੱਕ ਆਪਾਂ ਈਐਮਏ ਨੂੰ ਆਪਾਂ ਇੱਥੇ ਕ੍ਰੋਸ। ਹੁਣ ਇਚਿਮੋਕੂ ਸਰ ਮੰਨ ਲਓ ਜੀ ਆਪਣੀ ਸਪੋਰਟ ਤੇ ਰੈਜ਼ਿਸਟੈਂਸ ਹੈ। ਹੁਣ ਮੈਨੂੰ ਇੱਕ ਸਿੰਪਲ ਜੀ ਗੱਲ ਦੱਸੋ ਕਿ ਜਦੋਂ ਆਪਾਂ ਕਿਸੇ ਸ਼ੇਅਰ ਨੂੰ ਬਾਏ ਕਰਨਾ ਹੈ ਉਹ ਆਪਣੀ ਸਪੋਰਟ ਤੋੜ ਕੇ ਨੀਚੇ ਹੋਣਾ ਚਾਹੀਦਾ ਹੈ ਕਿ ਸਪੋਰਟ ਤੋਂ ਉੱਪਰ ਹੋਣਾ ਚਾਹੀਦਾ? ਉੱਪਰ ਹੋਣਾ ਚਾਹੀਦਾ। ਬਸ ਆਪਾਂ ਜਿਹੜੀ ਇਚਿਮੋਕੂ ਦੀ ਲਾਈਨ ਹੈ ਇਹਨੂੰ ਆਪਾਂ ਇੰਨਾ ਹੀ ਦੇਖ ਰਹੇ ਹਾਂ ਕਿ ਜਦੋਂ ਆਪਾਂ ਬਾਏ ਕਰਨਾ ਤੇ ਜਿਹੜਾ ਆਪਣਾ ਸ਼ੇਅਰ ਹੈ ਇਚਿਮੋਕੂ ਦੀ ਲਾਈਨ ਤੋਂ ਉੱਪਰ ਹੈ ਕਿ ਨਹੀਂ ਹੈ। ਠੀਕ ਹੈ ਸਰ ਇੱਕ ਸ਼ੈਂਡਲਰਸ ਦੀਆਂ ਸੈਟਿੰਗਸ ਦੱਸ ਦਿਓ ਸਰ। ਸ਼ੈਂਡਲਰ ਦੀਆਂ ਸੈਟਿੰਗਸ ਦੇਖੋ ਜੀ। ATR ਪੀਰੀਅਡ ਦੱਸੋ ਸਰ ਕਿੰਨਾ ਕਰਨਾ ਸੀਗਾ ਜੀ ਆਪਣਾ? 5 ਸਰ 5 ATR ਪੀਰੀਅਡ ਸਰ ਆਪਾਂ 5 ਰੱਖਣਾ ਜੀ, ਹੋਰ ਕੁਝ ਨਹੀਂ ਕਰਨਾ ਇਹਦੇ ਵਿੱਚ, ਬਾਕੀ ਸਭ ਕੁਝ ਸੇਮ ਹੈ ਆਪਣਾ। ਠੀਕ ਹੈ, ਸ਼ੈਂਡਲਰ ਦੀ ਜਿਹੜੀ ATR ਪੀਰੀਅਡ ਹੈ ਉਹ ਆਪਾਂ 5 ਰੱਖਣਾ। ਇਚਿਮੋਕੂ ਚ ਆਪਾਂ ਕੀ ਕਰਨਾ ਕਿ ਜਿਹੜੀ ਸਟਾਈਲ ਦੇ ਵਿੱਚ ਲੀਡਿੰਗ ਸਪੈਨ B ਇਹਨੂੰ ਰੱਖਣਾ, ਬਾਕੀ ਸਾਰਿਆਂ ਨੂੰ ਅਨਟਿਕ ਕਰ ਦਿਓ। ਬਸ ਇਹ ਸੈਟਿੰਗਸ ਹੈ ਜੀ ਆਪਣੀ। ਠੀਕ ਹੈ ਸਰ, ਹੁਣ ਸਮਝ ਆ ਗਿਆ ਜੀ। ਬਸ ਜਦੋਂ ਵੀ ਤੁਸੀਂ ਬਾਏ ਕਰਨਾ ਤਾਂ ਤੁਸੀਂ ਦੇਖਣਾ ਇਚਿਮੋਕੂ ਨੂੰ ਆਪਾਂ ਇਹਦਾ ਕਹਿੰਦੇ ਸਪੋਰਟ ਲਾਈਨ ਲੈ ਕੇ ਚੱਲਦੇ ਕਿ ਆਪਣੀ ਸਪੋਰਟ ਹੈ ਇਹ। ਠੀਕ ਹੈ, ਤੇ ਜਦੋਂ ਵੀ ਆਪਾਂ ਬਾਏ ਕਰਨਾ ਇਹ ਦੇਖਣਾ ਵੀ ਜਿਹੜਾ ਬਾਏ ਕਰਨ ਲੱਗੇ ਆ
ਤਾਂ ਉਹ ਜਿਹੜਾ ਆਪਣਾ ਸ਼ੇਅਰ ਹੈ ਸਪੋਰਟ ਲਾਈਨ ਤੋਂ ਉੱਪਰ ਹੈ ਕਿ ਨਹੀਂ ਹੈ। ਜੇ ਉੱਪਰ ਹੈ ਤਾਂ ਆਪਾਂ ਨੂੰ ਬਾਈ ਕਰ ਲਾਂਗੇ। ਜਦੋਂ ਵੀ ਉੱਪਰ ਜਾਊਗਾ, ਬਾਈ ਦਾ ਸਿਗਨਲ ਆਇਆ ਹੋਇਆ, ਜਦੋਂ ਵੀ ਉੱਪਰ ਜਾਊਗਾ ਉਹਨੂੰ ਕ੍ਰੋਸ ਕਰੂਗਾ ਦੀ ਸਪੋਰਟ ਨੂੰ, ਆਪਾਂ ਨੂੰ ਉਦੋਂ ਬਾਈ ਕਰਨਾ। ਬਸ ਇਹ ਗੱਲ ਦਾ ਧਿਆਨ ਰੱਖਣਾ। ਉਸੇ ਤਰ੍ਹਾਂ ਹੁਣ ਦੇਖੋ ਇੱਥੇ ਸੈਲ ਦਾ ਸਿਗਨਲ ਆ ਗਿਆ ਫॉर ਐਗਜ਼ਾਮਪਲ। ਹੁਣ ਸਰ ਹਾਈ ਤੱਕ ਸ਼ੇਅਰ ਨੇ ਕਦੀ ਸਪੋਰਟ ਤੋੜੀ ਨਹੀਂ, ਉਹ ਸਪੋਰਟ ਦੇ ਬਰਾਬਰ ਫਿਰਦਾ ਹੈ, ਫਿਰ ਉੱਪਰ ਜਾਣ ਦੀ ਕੋਸ਼ਿਸ਼ ਕੀਤੀ, ਉਹਨੇ ਇਸ ਕੈਂਡਲ ਤੇ ਆ ਕੇ ਸਪੋਰਟ ਤੋੜੀ ਹੈ। ਸੈਲ ਦਾ ਸਿਗਨਲ ਆਪਾਂ ਨੂੰ ਕੋਲੇ ਆ ਗਿਆ ਜੀ 24 ਫਰਵਰੀ ਨੂੰ, ਪਰ ਸਪੋਰਟ ਕਿਸ ਦਿਨ ਟੁੱਟੀ ਹੈ? ਉਹ ਆਪਾਂ 30 ਮਿੰਟ ਦੇ ਲਈ ਬੈਠੇ ਹਾਂ, 1 ਡੇ ਕਰੋ ਜੀ। ਮੈਂ ਵੀ ਕਿਹਾ ਇੰਨਾ ਲੌਂਗ ਕਿਵੇਂ ਚੱਲ ਰਿਹਾ। ਓਕੇ ਸਰ, ਹੁਣ ਆ ਦੇਖੋ ਜੀ ਇੱਥੇ ਕੀ ਹੋਇਆ। ਮੰਨ ਲਓ ਆਪਾਂ ਇੱਥੋਂ ਬਾਈ ਕੀਤਾ ਹੋਇਆ ਸੀ, ਠੀਕ ਹੈ। ਹੁਣ ਜੇ ਆਪਾਂ ਇੱਥੋਂ ਬਾਈ ਕਰਨਾ ਹੋਵੇ, ਹਜੇ ਤਾਂ ਸ਼ੇਅਰ ਆਪਦੀ ਸਪੋਰਟ ਤੋਂ ਨੀਚੇ ਫਿਰਦਾ, ਕਿ ਆਪਾਂ ਨੂੰ ਬਾਈ ਕਰਨ ਦੀ ਜ਼ਰੂਰਤ ਹੈ ਇੱਥੇ? ਨਹੀਂ ਸਰ। ਸ਼ੇਅਰ ਨੇ ਆਪਦੀ ਸਪੋਰਟ ਕਦੋਂ ਉੱਪਰ ਗਿਆ? ਇਸ ਜਗ੍ਹਾ ਤੇ 31 ਦਸੰਬਰ ਨੂੰ। ਹਾਲਾਂਕਿ ਆਪਾਂ ਨੂੰ ਬਾਈ ਦਾ ਸਿਗਨਲ ਆ ਗਿਆ ਸੀ 29 ਦਸੰਬਰ ਨੂੰ, ਪਰ ਆਪਾਂ ਦੇਖਿਆ ਵੀ ਸ਼ੇਅਰ ਤਾਂ ਨਾ ਹਜੇ ਸਪੋਰਟ ਦੇ ਉੱਪਰ ਹੀ ਫਿਰਦਾ ਹੈ, ਸਪੋਰਟ ਦੇ ਵਿੱਚ ਵਿਚਾਲੇ ਜੇ ਫਿਰਦਾ। ਤਾਂ ਐਗਜ਼ੈਕਟਲੀ 31 ਦਸੰਬਰ ਨੂੰ ਸ਼ੇਅਰ ਆਪਣੀ ਸਪੋਰਟ ਤੋਂ ਉੱਪਰ ਜਾਣਾ ਸ਼ੁਰੂ ਹੋ ਗਿਆ, ਠੀਕ ਹੈ ਸਰ। ਆਪਾਂ ਬਾਈ ਕਰ ਲਿਆ ਜੀ। ਇਸ ਤੋਂ ਬਾਅਦ ਕੀ ਹੋਇਆ ਕਿ ਸੈਲ ਦਾ ਸਿਗਨਲ ਆਇਆ ਉੱਪਰ ਜਾ ਕੇ ਆਪਾਂ ਨੂੰ, ਠੀਕ। ਪਰ ਸੈਲ ਦਾ ਸਿਗਨਲ ਆਪਾਂ ਦੇਖਿਆ ਕਿ ਸੈਲ ਦਾ ਸਿਗਨਲ ਤਾਂ ਆ ਗਿਆ ਆਪਾਂ ਨੂੰ 22 ਫਰਵਰੀ ਨੂੰ, ਪਰ ਕੀ ਸ਼ੇਅਰ ਨੇ ਆਪਦੀ ਸਪੋਰਟ ਤੋੜੀ? ਨਹੀਂ ਤੋੜੀ ਸਰ। ਆਪਾਂ ਨੂੰ ਸੈਲ ਕਰਨ ਦੀ ਜ਼ਰੂਰਤ ਹੀ ਨਹੀਂ ਸੀਗਾ ਜੀ। ਆ ਦੇਖੋ ਜੇ ਆਪਾਂ ਇਸ ਦਿਨ ਨਾ ਸੈਲ ਕੀਤਾ ਹੁੰਦਾ, ਕਿਉਂਕਿ ਸਪੋਰਟ ਨਹੀਂ ਸੀ ਤੋੜੀ, ਤਾਂ ਆਪਣਾ ਸ਼ੇਅਰ ਦਾ ਅੱਜ ਦਾ ਪ੍ਰਾਈਸ ਕਿੰਨਾ ਚੱਲ ਰਿਹਾ? 498। ਆਪਾਂ ਬਾਈ ਕਿੱਥੇ ਕੀਤਾ ਸੀਗਾ ਜੀ? ਇਸ ਜਗ੍ਹਾ ਤੇ 350 ਦੇ ਆਪਾਂ ਬਾਈ ਕੀਤਾ ਸੀ, ਤੇ 150 ਰੁਪਿਆ ਸ਼ੇਅਰ ਆਪਣਾ ਉੱਪਰ ਚੱਲ ਰਿਹਾ ਦਸੰਬਰ ਤੋਂ ਲੈ ਕੇ ਅੱਜ ਮਾਰਚ ਚੱਲ ਰਹੀ ਹੈ, 3 ਮਹੀਨਿਆਂ ਚ। 3 ਮਹੀਨੇ ਵੀ ਨਹੀਂ ਕਹਿ ਸਕਦੇ ਆਪਾਂ। 31 ਦਸੰਬਰ ਨੂੰ ਆਪਾਂ ਬਾਈ ਕੀਤਾ, ਜਨਵਰੀ ਫਰਵਰੀ ਤੇ ਅੱਜ ਮਾਰਚ ਦੀ 14-15 2.5 ਮਹੀਨਿਆਂ ਚ ਸਰ ਸ਼ੇਅਰ ਆਪਣਾ 150 ਰੁਪਿਆ ਵੱਧ ਗਿਆ ਜੀ। ਆਪਾਂ ਇੱਥੇ ਸੈਲ ਆਇਆ ਸੀ, ਪਰ ਆਪਾਂ ਵੇਟ ਕੀਤੀ ਕਿ ਆਪਨੇ ਆਪਣੀ ਸਪੋਰਟ ਨੂੰ ਨਹੀਂ ਤੋੜਿਆ ਤਾਂ ਆਪਾਂ ਨਹੀਂ ਵੇਚਣਾ। ਹੁਣ ਦੁਬਾਰਾ ਬਾਈ ਆਇਆ ਹੋਇਆ, ਆਪਾਂ ਇੱਥੇ ਦੇਖਿਆ ਦੁਬਾਰਾ ਤੋਂ ਬਾਈ ਆਇਆ ਹੋਇਆ, ਸ਼ੇਅਰ ਆਲਰੇਡੀ ਆਪਣੀ ਸਪੋਰਟ ਲਾਈਨ ਤੋਂ ਉੱਪਰ ਚੱਲ ਰਿਹਾ, ਆਪਾਂ ਇਹਨੂੰ ਬਾਈ ਕਰ ਸਕਦੇ ਹਾਂ। ਜੇ ਆਪਾਂ ਇਹਨੂੰ ਲੌਂਗ ਟਰਮ 'ਚ ਵੀ ਲੈ ਕੇ ਚੱਲਣਾ ਹੋਵੇ, ਠੀਕ ਹੈ। ਇੱਕ ਤਾਂ ਆਪਾਂ ਸਰ ਚਲੋ ਇੰਟਰਡੇ ਕਰਨ ਦੀ ਗੱਲ ਕਰ ਰਹੇ ਸੀ, ਜੇ ਆਪਾਂ ਇਹਨੂੰ ਲੌਂਗ ਟਰਮ 'ਚ ਵੀ ਲੈ ਕੇ ਚੱਲਣਾ ਤਾਂ ਦੇਖੋ ਬਾਈ ਦਾ ਸਿਗਨਲ ਆਇਆ ਹੋਇਆ, ਇਚਮੋਕੂ ਤੋਂ ਉੱਪਰ ਆਪਣਾ ਆਪਾਂ ਇਹਨੂੰ ਬਾਈ ਕਰ ਸਕਦੇ ਹਾਂ ਜੀ ਲੌਂਗ ਟ੍ਰੇਡ ਦੇ ਲਈ, ਠੀਕ ਹੈ। ਸਰ ਜਦੋਂ ਫਿਰ ਆਪਾਂ ਜੇ ਸੈਲ ਕਰਨਾ ਸਰ, ਇਹਦੀ ਕੈਂਡਲ ਜਦੋਂ ਜਿਹੜੀ ਇਚਮੁਕ ਤੋਂ ਥੱਲੇ ਕਲੋਜ਼ ਹੋਵੇ ਫਿਰ ਕਰਨਾ? ਜੋ ਸੈਲ, ਹਾਂਜੀ ਸਰ ਬਿਲਕੁਲ। ਜਦੋਂ ਇਚਮੋਕੂ ਨੂੰ ਤੋੜ ਕੇ ਨੀਚੇ ਜਾ ਸੈਲ ਕੋ ਪ੍ਰੋਪਰ ਜਿਹੜੀ ਫੁੱਲ ਕੈਂਡਲ ਜਿਹੜੀ ਨੀਚੇ ਬਣ ਜੇ, ਉਹ ਵਿੱਚ ਵਿਚਾਲੇ ਤੋੜ ਦੀ ਸਰ ਇੱਕ ਹੋਰ ਕੁਐਸਚਨ ਸੀਗਾ, ਜਿੱਦਾਂ ਬਾਏ ਦਾ ਆ ਗਿਆ ਸਿਗਨਲ ਇਹਦੇ ਵਿੱਚ, ਬਟ ਆਪਦੀ ਸਪੋਰਟ ਤੇ ਰੈਜ਼ਿਸਟੈਂਸ ਲਾਈਨ ਤੋਂ ਕਾਫੀ ਉੱਪਰ ਆ, ਤਾਂ ਵੀ ਆਪਾਂ ਕਰ ਸਕਦੇ ਹਾਂ ਕਿ ਸਪੋਰਟਸ ਰੈਜ਼ਿਸਟੈਂਸ ਉਸ ਲਾਈਨ ਦੇ ਨੇੜੇ ਹੋਣਾ ਚਾਹੀਦਾ ਹੈ? ਜੇ ਮੈਂ ਦੱਸਾਂ ਵੈਸੇ ਤਾਂ ਲੱਭੋ ਉਦੋਂ ਉਹ ਵਾਲਾ ਲੱਭੋ ਜਿਹੜਾ ਨੇੜੇ ਆਪਦੀ ਸਪੋਰਟ ਦੇ, ਕਿਉਂਕਿ ਫਿਰ ਆਪਾਂ ਨੂੰ ਪੁਆਇੰਟ ਜ਼ਿਆਦਾ ਮਿਲ ਜਾਂਦੇ ਆ। ਹੁਣ ਇਹ ਆਲਰੇਡੀ ਆਪਣੀ ਸਪੋਰਟ ਲਾਈਨ ਤੋਂ ਇੰਨੀ ਦੂਰ ਹੈਗਾ, ਆਪਾਂ ਨੂੰ ਇਹ ਹੁਣ ਬਾਏ ਕਰ ਸਕਦੇ ਹਾਂ, ਪਰ ਆਪਾਂ ਨੂੰ ਪੁਆਇੰਟ ਥੋੜੇ ਮਿਲਣਗੇ। ਜੇ ਕਿਤੇ ਇੱਥੇ ਜੀ ਨੇੜੇ ਹੁੰਦਾ ਤਾਂ ਆਪਾਂ ਨੂੰ ਉਹਨੇ ਪੁਆਇੰਟ ਜ਼ਿਆਦਾ ਮਿਲ ਜਾਣੇ ਸੀ, ਹੋਰ ਗੱਲ ਕੋਈ ਨਹੀਂ, ਬਸ ਪੁਆਇੰਟ ਦਾ ਫਰਕ ਪੈਂਦਾ, ਅਦਰਵਾਈਜ਼ ਪ੍ਰੋਫਿਟ ਹੋ ਜਾਂਦਾ ਹੈ। ਹਾਂਜੀ ਸਰ, ਹੋਰ ਕੋਈ ਡਾਊਟ? ਸਰ ਇੱਕ ਹੋਰ ਕੁਐਸਚਨ ਸੀਗਾ ਸਰ, ਜਿਵੇਂ ਹੁਣ ਕੋਈ ਵੀ ਸ਼ੇਅਰ ਆ ਸਰ, ਉਹਦਾ ਮਤਲਬ ਪ੍ਰੋਫਿਟ ਲੋਸ ਸੇਮ ਚੱਲ ਰਿਹਾ ਤੇ ਮਾਰਜਨ ਵੀ ਸੇਮ ਆ, ਪਰ ਕਿਸੇ ਕਾਰਨ ਸਮਾਨ ਮਹਿੰਗਾ ਹੋ ਜਾਂਦਾ ਪਰ ਮਾਰਜਨ ਸੇਮ ਆ, ਸਰ ਫਿਰ ਸੇਲ ਤੇ ਇਫੈਕਟ ਪੈਂਦਾ? ਬਿਲਕੁਲ ਸਰ, ਦੇਖੋ ਮਾਰਜਨ ਕੰਪਨੀ ਨੇ ਸੇਮ ਰੱਖਿਆ ਹੋਇਆ, ਠੀਕ ਹੈ। ਹਾਂਜੀ ਸਰ। ਉਹਨੇ ਕੀ ਕੀਤਾ, ਮਾਰਜਨ ਸੇਮ, ਇੱਕ ਮਿੰਟ ਮਾਰਜਨ ਸੇਮ ਕਿਵੇਂ ਕਹਿ ਸਕਦੇ ਹੋ ਤੁਸੀਂ? ਸਰ ਮੈਂ ਇਦਾਂ ਜਿਵੇਂ ਕਈ ਵਾਰ ਜਿਵੇਂ ਰੋ ਮਟੀਰੀਅਲ ਮਹਿੰਗਾ ਹੋ ਗਿਆ ਤੇ ਫਿਰ ਆਪਣਾ ਮਾਰਜਨ ਵੈਸੇ ਸੇਮ, ਪਰ ਵੈਸੇ ਸਮਾਨ ਮਹਿੰਗਾ ਵਿਕ ਰਿਹਾ, ਜਿਵੇਂ ਸਰ ਬਾਹਰ ਦੇ ਚੱਕਰ 'ਚ ਤੇਲ ਮਹਿੰਗਾ ਹੋਇਆ ਸੀ। ਮੈਂ ਦੱਸਦਾ, ਫਿਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਾਰਜਨ ਸੇਮ ਹੈ, ਮਾਰਜਨ ਤਾਂ ਘਟ ਗਿਆ ਕੰਪਨੀ ਦਾ। ਜੇ ਉਸ ਮੰਨ ਲਓ ਪਹਿਲਾਂ ਕਿਸੇ ਕੋਈ ਕੰਪਨੀ ਨੂੰ ਕੋਈ ਚੀਜ਼ 2 ਰੁਪਏ 'ਚ ਪੈ ਰਹੀ ਸੀ, ਉਹ 10 ਰੁਪਏ ਦੀ ਵੇਚ ਦਿੰਦੀ ਸੀਗੀ, ਉਹਨੂੰ ਉਹਦਾ 8 ਰੁਪਏ ਦਾ ਮਾਰਜਨ ਸੀ। ਹੁਣ ਉਹਨੂੰ ਉਹ ਚੀਜ਼ ਪੈਣ ਲੱਗ ਗਈ 3 ਰੁਪਏ 'ਚ, ਪਰ ਉਹ ਵੇਚ ਰਹੀ ਹੈ 10 ਰੁਪਏ 'ਚ, ਤਾਂ ਉਹਦਾ ਮਾਰਜਨ ਰਹੇਗਾ 7 ਰੁਪਏ। ਨਹੀਂ ਸਰ, ਫਿਰ ਜਿਵੇਂ ਸਰ ਫਿਰ 11 ਰੁਪਏ ਵਿੱਚ ਮਤਲਬ ਮਾਰਜਨ 8 ਰੁਪਏ ਰੱਖੇ ਸਰ, ਫਿਰ ਇੱਕ ਸਿਨੈਰੀਓ ਤਾਂ ਇਹ ਸੀਗਾ ਕਿ ਉਹਨੇ ਮਾਰਜਨ ਘੱਟ ਕਰਕੇ ਆਪਦਾ ਪ੍ਰਾਈਸ ਉਹਨਾਂ ਹੀ ਰੱਖਿਆ। ਇੱਕ ਆਪਸ਼ਨ ਇਹ ਹੈ ਕਿ ਉਹਨੇ ਮਾਰਜਨ 8 ਰੁਪਏ ਹੀ ਰੱਖਿਆ ਹੈਗਾ, ਠੀਕ ਹੈ, ਉਹਨੇ 11 ਰੁਪਏ 'ਚ ਵੇਚਦਾ, ਤਾਂ ਕੋਈ ਖਾਸ ਫਰਕ ਨਹੀਂ ਪੈਣ ਲੱਗਿਆ ਸਰ। ਹਾਂ, ਇਹਦਾ ਇੱਕ ਚੀਜ਼ ਹੁੰਦਾ ਕਿ ਚੀਜ਼ ਮਹਿੰਗੀ ਹੋ ਗਈ, ਸ਼ਾਇਦ ਲੋਕੀ ਘੱਟ ਖਰੀਦਣਗੇ, ਪਰ ਜਦੋਂ ਆਪਾਂ ਮਾਰਜਨ ਦੀ ਗੱਲ ਕਰਦੇ ਹਾਂ ਤੇ ਕੰਪਨੀ ਕੋਲੇ ਮਾਰਜਨ ਉਨਾ ਹੀ ਹੈ, ਤਾਂ ਨਾ ਬਾਲਾ ਇਹਦਾ ਪੋਜ਼ਿਟਿਵ ਇਫੈਕਟ ਹੈ, ਨਾ ਹੀ ਇਹਦਾ ਬਹੁਤ ਜ਼ਿਆਦਾ ਨੈਗੇਟਿਵ ਇਫੈਕਟ ਹੈ। ਠੀਕ ਹੈ। ਹਾਂਜੀ ਸਰ, ਕਰੀਏ ਜੀ ਨੈਕਸਟ ਆਪਾਂ।
ਇੱਕ ਹਾਂਜੀ ਸਰ ਸਰ। ਜਿਹੜਾ ਆਪਾਂ ਹਾਂਜੀ ਵੈਸੇ ਸਪੋਰਟ ਤੇ ਰੈਜ਼ਿਸਟੈਂਸ ਵਾਲੀਆਂ ਲਾਈਨਾਂ ਲਾਉਂਦੇ ਹੁੰਦੇ ਆ, ਹਾਂਜੀ ਉਹ ਹਜੇ ਥੋੜ੍ਹੀਆਂ ਘੱਟ ਲਾਉਣੀਆਂ ਆ ਰਹੀਆਂ, ਤੇ ਉਹਦੀ ਜਗ੍ਹਾ ਫਿਬ ਰੀਟਰੇਸਮੈਂਟ ਵੀ ਹਨਾ ਉਸ ਦੇ ਬਿਹਾਵ ਤੇ ਵੀ ਚੱਲ ਸਕਦੇ ਆ। ਹਾਂਜੀ, ਆਪਾਂ ਫਿਬ ਰਿਟਰੇਸਮੈਂਟ ਵੀ ਲਗਾ ਸਕਦੇ ਹਾਂ। ਆਪਾਂ ਸਰ ਗੱਲ ਇਹ ਕੀਤੀ ਸੀ ਕਿ ਕਈ ਵਾਰੀ ਨਾ ਫਿਬ ਰਿਟਰੇਸਮੈਂਟ ਦੇ ਵਿੱਚ ਮੰਨ ਲਓ ਕੋਈ ਬਹੁਤ ਵੱਡਾ ਗੈਪ ਰਹਿ ਜਾਂਦਾ ਫੋਰ ਐਗਜ਼ਾਮਪਲ, ਤਾਂ ਉਹਦੇ ਵਿੱਚ ਵੀ ਕਈ ਵਾਰੀ ਸ਼ੇਅਰ ਇੱਕ ਦੋ ਜਗ੍ਹਾ ਤੋਂ ਸਪੋਰਟ ਲੈ ਜਾਂਦਾ, ਤਾਂ ਤੁਸੀਂ ਰਫਲੀ ਇੱਕ ਵਾਰੀ ਬੇਸਿਕ ਜਿਹੜੀਆਂ ਲਾਉਣੀਆਂ ਉਹ ਫਿਬ ਨਾਲ ਲਾ ਲਿਓ। ਜੇ ਤੁਹਾਨੂੰ ਲੱਗਦਾ ਕਿ ਵਿੱਚ ਇੱਥੇ ਸ਼ੇਅਰ ਸਪੋਰਟ ਲੈ ਰਿਹਾ, ਜਿਵੇਂ ਮੰਨ ਲਓ ਇੱਥੇ ਆਪਾਂ ਨੂੰ ਲੱਗਿਆ ਕਿ ਇੱਥੇ ਨਾ ਸ਼ੇਅਰ ਦੀ ਰੈਜ਼ਿਸਟੈਂਸ ਹੀ ਬਣ ਰਹੀ ਸੀ ਇਸ ਜਗ੍ਹਾ ਤੇ ਆ ਕੇ, ਠੀਕ ਹੈ, ਤਾਂ ਤੁਸੀਂ ਇੱਥੇ ਇੱਕ ਆਪਦੇ ਵੱਲੋਂ ਵੀ ਲਾ ਲਓ, ਫਿਬ ਦੀਆਂ ਵੀ ਲਾ ਲਓ, ਨਾਲ ਤੁਹਾਨੂੰ ਕਿਤੇ ਹੋਰ ਲੱਗਦਾ ਕਿ ਵਿੱਚ ਵਿਚਾਲੇ ਸ਼ੇਅਰ ਨੇ 2 ਵਾਰੀ ਸਪੋਰਟ ਲਈ ਹੈ, ਉੱਥੇ ਤੁਸੀਂ ਨਾਲ ਆਪਦੀ ਲਾ ਲਓ। ਠੀਕ ਹੈ ਸਰ ਹੈਲੋ। ਹਾਂਜੀ ਹਾਂਜੀ ਸਰ ਉਹ ਇੱਕ ਨਾ ADX ਇੰਡੀਕੇਟਰ ਦੀ ਨਾ ਸੈਟਿੰਗ ਦੇਖਣੀ ਸੀ। ਦੱਸੋ ਵੀ ADX ਇੰਡੀਕੇਟਰ ਦੀ ਸੈਟਿੰਗ ਕਿਸੇ ਨੂੰ ਯਾਦ ਹੋਵੇ ਤਾਂ। ਸਰ ਇਸੇ ਕਰਕੇ ਮੈਂ ਕਹਿੰਦਾ ਨਾਲ ਦੀ ਨਾਲ ਲਿਖਦੇ ਰਿਹਾ ਕਰੋ। ਸਰ ਬਾਕੀ ਉਹ ਇੱਕ ਰਹਿ ਗਿਆ ਸੀ। ਹਾਂ ਵੀ ਕਿਸੇ ਨੇ ਲਿਖੀ ਹੈ, ਕਿਉਂਕਿ ਸਰ ਇਹ ਚੀਜ਼ਾਂ ਨਾ ਤੁਹਾਡੇ ਬਾਅਦ ਚ ਬਹੁਤ ਕੰਮ ਆਉਣੀਆਂ। ਤੁਸੀਂ ਵਾਰੀ ਵਾਰੀ ਕਿੱਥੋਂ ਨੂੰ ਦੇਖੋਗੇ, ਸੈਟਿੰਗਸ ਲਿਖੀਆਂ ਹੁੰਦੀਆਂ ਆਪਾਂ। ਹਾਂਜੀ ਦੱਸੋ ਸੈਟਿੰਗ ਆ ਗਏ। ਹਾਂਜੀ ਭਾਈ ਸਟਾਈਲ ਚ ਜਾ ਕੇ DX ਨੂੰ ਖੜਾ ਕਰ ਲਾ। ਪਰ ADX ਰਹਿਣ ਦੀ ਬਸ। ਸਟਾਈਲ ਦੇ ਵਿੱਚ ਜਾ ਕੇ ਸਰ ਆਪਾਂ ਇਕੱਲਾ ADX ਨੂੰ ਔਨ ਰੱਖੋ, ਬਾਕੀ ਸਾਰੀਆਂ ਚੀਜ਼ਾਂ ਆਫ ਕਰ ਦਿਓ। ਜੇ ਲੈਵਲ ਨੂੰ ਔਨ ਰੱਖਣਾ ਤੁਸੀਂ ਰੱਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਅੱਛਾ ਦੱਸੋ ਜੀ ਇਨਪੁਟ ਦੇ ਵਿੱਚ ਕੁਝ ਚੇਂਜ ਕਰੀਏ? ਨਹੀਂ ਭਾਜੀ ਨਹੀਂ ਜੀ, ਇਨਪੁਟ ਚ ਸਰ ਆਪਾਂ ਕੁਝ ਨਹੀਂ ਚੇਂਜ ਕਰਨਾ। ਸਟਾਈਲ ਦੇ ਵਿੱਚ ਬਸ ਆਪਾਂ ADX ਵਾਲੀ ਲਾਈਨ ਰੱਖਣੀ ਹੈ। ਲੈਵਲ ਰੱਖ ਰਹੇ ਹੋ ਤਾਂ ਵੀ ਠੀਕ ਹੈ, ਨਹੀਂ ਰੱਖ ਰਹੇ ਤਾਂ ਵੀ ਕੋਈ ਗੱਲ ਨਹੀਂ। ਤਾਂ ADX ਆਪਣਾ ਕੰਮ ਕਿੱਥੇ ਕਰਦਾ ਸੀਗਾ ਜੀ? ਚਾਰ ਪੈਟਰਨਸ ਦੀ ਸਟਰੈਂਥ ਦੇਖਣੀ ਹੋਵੇ। ਹਾਂਜੀ, ਹੁਣ ਇੱਕ ਚੀਜ਼ ਦੇਖੋ ਸਰ, ਪ੍ਰਾਈਸ ਉੱਪਰ ਨੂੰ ਜਾ ਰਿਹਾ, ADX ਡਾਊਨ ਆ ਰਿਹਾ, ਤਾਂ ਦੱਸੋ ਜਿਹੜਾ ਪ੍ਰਾਈਸ ਉੱਪਰ ਜਾ ਰਿਹਾ ਇਹ ਫੇਕ ਹੈ ਕਿ ਰੀਅਲ ਹੈ? ਫੇਕ ਹੈ। ਇਹ ਫੇਕ ਹੈ। ਇਹ ਛੇਤੀ ਪ੍ਰਾਈਸ ਨੀਚੇ ਗਿਰੂਗਾ। ਤੇ ਸਰ ਇੱਕ ਗੱਲ ਹੋਰ ਹੈ ਜੀ, ਮੰਨ ਲਓ ਜਿੱਦਾਂ ਕਿ ਹੈ ਨਾ ਜੀ, ਇੱਥੇ ਮੰਨ ਲਓ ਜਿੱਥੇ ਕੈਂਡਲ ਆ, 2 ਬੜੀਆਂ ਕੈਂਡਲ ਰੈੱਡ ਕੈਂਡਲਸ ਬਣੀਆਂ ਹੋਈਆਂ ਜੀ, ਮਤਲਬ ਡਾਊਨਵਰਡ ਦਾ ਸਰ ਸਿਗਨਲ ਹੈਗਾ ਜੀ, ਤੇ ਗ੍ਰਾਫ ਵੀ ਆਪਣਾ ਡਾਊਨਵਰਡ ਬਿਲਕੁਲ ਸਰ ਜਿੱਥੇ ਤੁਹਾਡਾ ਐਰੋ ਹੈਗਾ ਜੀ। ਹਾਂਜੀ ਸਰ ਮੰਨ ਲਓ ਅਗਰ ਲਾਈਨ ਜਿਹੜੀ ਆਪਣੀ ਗ੍ਰਾਫ ਵਾਲੀ ਮੰਨ ਲਓ ਜਿਹੜੀ ਆ ਲਾਈਨ ਹੈ, ਅਗਰ ਇਹ ਨੀਚੇ ਨੂੰ ਆ ਰਹੀ ਹੈ, ਇਟ ਮੀਨਸ ਇਹ ਡਾਊਨਫਾਲ ਦੀ ਸਟਰੈਂਥ ਦੱਸ ਰਹੀ ਹੈ ਜੀ ਫਿਰ ਨਾਲ? ਨਹੀਂ ਜੀ ਨਹੀਂ ਸਰ, ਸਟਰੈਂਥ ਇਹਨੇ ਉਦੋਂ ਹੀ ਦੱਸਣੀ ਹੈ ਜਦੋਂ ਇਹ ਉੱਪਰ ਨੂੰ ਜਾਊਗਾ। ਤੇ ਸਰ ਡਾਊਨਵਰਡ ਮਤਲਬ ਕੀ ਇੰਡੀਕੇਸ਼ਨ ਹੋ ਰਹੀ ਹੈ ਜੀ ਫਿਰ ਇਹ? ਦੇਖੋ ਸਰ ਹੁਣ ਕੀ ਹੈ ਜੀ, ਜਿਹੜਾ ਇਹ ਡਾਊਨ ਹੈ ਤੇ ਇਹਦਾ ਮਤਲਬ ਹੈ ਕਿ ਪ੍ਰਾਈਸ ਡਾਊਨ ਤਾਂ ਆ ਰਿਹਾ। ਦੇਖੋ ਪ੍ਰਾਈਸ ਡਾਊਨ ਇੱਥੇ ਤੱਕ ਆਇਆ, ਯਾਨੀ ਕਿ ਇਸ ਲੈਵਲ ਤੱਕ ਬਸ। ਇਸ ਤੋਂ ਬਾਅਦ ਜਿਹੜਾ ਪ੍ਰਾਈਸ ਅਪ, ਇੱਥੇ ਦਾ ਪ੍ਰਾਈਸ ਅਪ ਜਾਣਾ ਸ਼ੁਰੂ ਹੋ ਗਿਆ। ਆਪਾਂ ਨਾ ਗਲਤੀ ਕੀ ਕਰ ਰਹੇ ਹਾਂ, ਦੇਖੋ ਦੇਖਣਾ ਕਿਵੇਂ ਆ, ਜਿੱਥੇ ਇਹ ਵਾਲੀ ਬਣੀ ਇੱਥੇ ਤੱਕ ਦੇਖੋ, ਜਾਂ ਆਹ ਵਾਲੀ ਕੈਂਡਲ ਦੇਖੋ, ਫਸਟ ਰੈਡ ਕੈਂਡਲ ਦੇਖੋ, ਇੱਥੇ ਤੱਕ ਆਪਣਾ ADX ਔਨ ਉੱਪਰ ਨੂੰ ਸੀ, ਯਾਨੀ ਕਿ ਇਹਦੇ ਗਿਰਨ ਦੇ ਵਿੱਚ ਵੀ ਸਟਰੈਂਥ ਹੈ। ਇਸ ਤੋਂ ਬਾਅਦ ਇੱਥੇ ਤੱਕ ਗਿਰਿਆ, ਉਸ ਤੋਂ ਬਾਅਦ ਸਟਰੈਂਥ ਘਟਣੀ ਸ਼ੁਰੂ ਹੋ ਗਈ ਗਿਰਨ ਚ। ਦੇਖੋ ਹੁਣ ਕੀ ਹੋਇਆ, ਜਦੋਂ ਆਹ ਵਾਲੀ ਕੈਂਡਲ ਬਣੀ ਤਾਂ ਸਟਰੈਂਥ ਘਟਣੀ ਸ਼ੁਰੂ ਹੋ ਗਈ। ਜੇ ਸਟਰੈਂਥ ਹਜੇ ਵੀ ਉੱਪਰ ਨੂੰ ਹੁੰਦੀ ਤਾਂ ਸ਼ੇਅਰ ਹੋਰ ਗਿਰ ਸਕਦਾ ਸੀ, ਪਰ ਅਸਲ 'ਚ ਕੀ ਹੋਇਆ ਕਿ ਸ਼ੇਅਰ ਦੀ ਜਿਹੜੀ ਸਟਰੈਂਥ ਹੈ ਘਟਣ ਦੇ ਟਾਈਮ 'ਚ ਸਟਰੈਂਥ ਘਟ ਗਈ, ਤਾਂ ਉਹ ਹੋਰ ਜ਼ਿਆਦਾ ਨਹੀਂ ਗਿਰਿਆ, ਉਹਨੇ ਵਾਪਸ ਉੱਪਰ ਨੂੰ ਜਾਣਾ ਸ਼ੁਰੂ ਕੀਤਾ। ਪਰ ਜਦੋਂ ਉੱਪਰ ਨੂੰ ਜਾਣਾ ਸ਼ੁਰੂ ਕੀਤਾ ਤਾਂ ਉਹਦੇ ਉੱਪਰ ਜਾਣ 'ਚ ਵੀ ਕੋਈ ਸਟਰੈਂਥ ਨਹੀਂ ਸੀ। ਉਹ ਉੱਪਰ ਨੂੰ ਜਾਂਦਾ, ਫਿਰ ਨੀਚੇ ਆ ਜਾਂਦਾ, ਫਿਰ ਉੱਪਰ ਨੂੰ ਜਾਂਦਾ, ਫਿਰ ਨੀਚੇ ਆ ਜਾਂਦਾ। ਠੀਕ, ਇੱਥੋਂ ਆਪਾਂ ਥੋੜਾ ਜਿਹਾ ਦੇਖਿਆ ਕਿ ਸ਼ੇਅਰ ਦੇ ਵਿੱਚ ਸਟਰੈਂਥ ਆਉਣੀ ਸ਼ੁਰੂ ਹੋਈ। ਕਾਹਦੇ ਲਈ? ਡਾਊਨ ਜਾਣ ਦੇ ਲਈ। ਸ਼ੇਅਰ ਜਦੋਂ ਅਪ ਜਾਊਗਾ, ਇਹਦਾ ਜਦੋਂ ADX ਜਦੋਂ ਅਪ ਜਾਊਗਾ, ਇਹਦਾ ਮਤਲਬ ਸਟਰੈਂਥ ਹੈ। ਕਾਹਦੇ 'ਚ? ਭਾਵੇਂ ਉਹ ਗਿਰਨ ਦੇ ਵਿੱਚ ਹੋਵੇ, ਭਾਵੇਂ ਉਹ ਉੱਪਰ ਚੜਨ ਦੇ ਵਿੱਚ ਹੋਵੇ। ਤੁਸੀਂ ਇਹ ਨਾ ਦੇਖਿਆ ਕਰੋ ਕਿ ਇੱਥੇ 2 ਰੈਡ ਕੈਂਡਲ ਬਣੀਆਂ, ਨੀਚੇ ਤੁਸੀਂ ਆ ਸਾਰਾ ਦੇਖ ਲਿਆ ਵੀ ਇਹ ਤਾਂ ਸਾਰਾ ਹੀ ਡਾਊਨ ਹੋ ਗਿਆ। ਠੀਕ ਹੈ ਨਾ, ਇਹ ਦੱਸ ਰਿਹਾ ਵੀ ਚਾਹੇ ਗ੍ਰੀਨ ਕੈਂਡਲ ਬਣ ਰਹੀ ਹੈ, ਚਾਹੇ ਰੈਡ ਕੈਂਡਲ ਬਣ ਰਹੀ ਹੈ, ਇਹਦੇ ਵਿੱਚ ਸਟਰੈਂਥ ਨਹੀਂ ਹੈ। ਵੀ ਨਾ ਤਾਂ ਰੈਡ ਕੈਂਡਲ ਬਹੁਤ ਦੂਰ ਤੱਕ ਬਣੂਗੀ ਤੇ ਨਾ ਹੀ ਗ੍ਰੀਨ ਕੈਂਡਲ ਬਹੁਤ ਦੂਰ ਤੱਕ ਬਣੂਗੀ, ਜਿੰਨਾ ਚਿਰ ਉਹਦੇ ਵਿੱਚ ਸਟਰੈਂਥ ਨਹੀਂ ਆਉਂਦੀ। ਹੋਰ ਦੱਸੋ ਸਰ। ਤੇ ਸਰ ਇੱਕ ਸਰ ਨਾ ਇੱਕ ਜਿੱਦਾਂ 5 ਮਿੰਟ ਲਈ ਸਟ੍ਰੈਟਜੀ ਆ ਹਾਂਜੀ ਸਰ, ਉਹਦੇ ਚ ਨਾ ਜਦੋਂ ਆਪਾਂ ਸਟਾਕਸ ਦੇਖਦੇ ਆ ਤੇ ਉਹਦੇ ਵਿੱਚ ਭੱਜ ਦੌੜ ਬੜੀ ਹੋ ਜਾਂਦੀ। ਕਦੀ ਉਹ ਵਾਲਾ ਬ੍ਰੇਕਆਊਟ ਕਰ ਜਾਂਦਾ, ਕਦੀ ਉਹ ਵਾਲਾ ਕਰ ਜਾਂਦਾ। ਇੱਕ ਵਾਰ ਦੱਸ ਦਿਓ ਕਿ ਕਿਹੜੇ ਸਟਾਕ ਤੇ ਆਪਾਂ ਜ਼ਿਆਦਾ ਖੜੇ ਰਹੀਏ। ਪਹਿਲੀ ਗੱਲ, ਜਦੋਂ ਆਪਾਂ ਟ੍ਰੇਡਰ ਕਾਕਪਿਟ ਤੋਂ ਆਪਣੇ ਸਟਾਕਸ ਚੱਕਦੇ ਆ, ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਚੱਕਦੇ ਹੋ? ਜਿਹੜੇ ਫੁੱਲ ਫਲੈਜ ਤੁਹਾਨੂੰ, ਜਿਨ੍ਹਾਂ ਦਾ ਆਪਾਂ ਦੇਖਿਆ ਸੀ ਕਿ ਓਪਨ ਇੰਟਰਸਟ ਵੀ ਬਹੁਤ ਵਧੀਆ ਹੈ, ਵੋਲਿਊਮ ਵੀ ਅੱਛਾ ਹੈਗਾ, ਠੀਕ ਹੈ, ਜਿਨ੍ਹਾਂ ਦੇ ਤਿੰਨੇ ਐਰੋ ਅਪ ਜਾ ਰਹੇ ਆ, ਯਾਨੀ ਕਿ ਜਿਨ੍ਹਾਂ ਨੂੰ ਆਪਾਂ ਫਸਟ ਆਫ ਆਲ ਸਿਲੈਕਟ ਕੀਤਾ ਕਿ ਸਭ ਤੋਂ ਵਧੀਆ ਸ਼ੇਅਰ ਮੇਰਾ ਇਹ ਹੈ,
ਤੁਸੀਂ ਉਹਨਾਂ ਨੂੰ ਉਸੇ ਤਰ੍ਹਾਂ ਲਾਈਨ ਦੇ ਵਿੱਚ ਲਗਾ ਕੇ ਰੱਖਿਆ ਕਰੋ ਕਿ ਬੈਸਟ ਸਟਾਕਸ ਸਭ ਤੋਂ ਉੱਪਰ ਰੱਖੇ ਆ, ਫਿਰ ਆਪਾਂ ਐਵਰੇਜ ਰੱਖ ਲਈ, ਫਿਰ ਆਪਾਂ ਗੁੱਡ ਰੱਖ ਲਈ, ਫਿਰ ਆਪਾਂ ਐਵਰੇਜ ਰੱਖ ਲਈ। ਤਾਂ ਜਦੋਂ ਤੁਸੀਂ ਜੇ ਤੁਹਾਨੂੰ ਬੈਸਟ ਦੇ ਵਿੱਚੋਂ ਕੋਈ ਟ੍ਰੇਡ ਮਿਲ ਜਾਂਦਾ, ਦੇਖੋ ਆਪਾਂ ਇਹ ਨਹੀਂਗਾ ਕਿ ਆਪਾਂ ਹਰ ਇੱਕ ਦੇ ਵਿੱਚ ਟ੍ਰੇਡ ਪਾਉਣਾ। ਹਾਂ ਆਪਾਂ ਦੇਖੋ ਚੈੱਕ 5 ਮਿੰਟ ਦੀ ਸਟ੍ਰੈਟਜੀ ਨੂੰ ਬ੍ਰੇਕਆਊਟ ਚੈੱਕ ਕਰਨ 'ਚ ਕਿੰਨਾ ਟਾਈਮ ਲੱਗਦਾ ਜੀ? 10 ਸ਼ੇਅਰ ਹੈ, ਤੁਹਾਡੇ ਅੱਧਾ ਮਿੰਟ ਵੀ ਨਹੀਂ ਲੱਗਣਾ ਕਿ ਬ੍ਰੇਕਆਊਟ ਆਇਆ ਕਿ ਨਹੀਂ ਆਇਆ, ਜੇ ਤੁਹਾਡਾ ਹੋਮਵਰਕ ਕੰਪਲੀਟ ਹੈ। ਠੀਕ ਹੈ, ਤੁਸੀਂ ਪੀਓਸੀ ਵਾਲੀ ਲਾਈਨ ਲਾ ਕੇ ਰੱਖੀ ਹੋਈ ਹੈ, ਵੀਵੈਪ ਆਲਰੇਡੀ ਤੁਹਾਡਾ ਸ਼ਾਮ ਨੂੰ ਲੱਗਿਆ ਹੋਇਆ, 5 ਮਿੰਟ ਦੀ ਕੈਂਡਲ ਦਾ ਤੁਸੀਂ ਪਹਿਲਾਂ ਹੀ ਟਾਈਮ ਲਗਾ ਕੇ ਰੱਖਿਆ ਹੋਇਆ, ਤਾਂ ਫਿਰ ਤਾਂ ਕੁਝ ਨਹੀਂ। ਜੇ ਤੁਸੀਂ ਉਹੀ ਗੱਲ ਵੀ ਸਵੇਰ ਉੱਠ ਕੇ ਵੀਵੈਪ ਵੀ ਲਾਉਣੀ ਹੈ, ਫਿਰ ਤੁਸੀਂ 5 ਮਿੰਟ ਦਾ ਬ੍ਰੇਕਆਊਟ ਵੀ ਦੇਖਣਾ, ਫਿਰ ਤੁਹਾਨੂੰ ਟਾਈਮ ਲੱਗ ਜਾਏਗਾ। ਹੋਮਵਰਕ ਆਪਣਾ ਹਮੇਸ਼ਾ ਪਹਿਲਾਂ ਕਰਕੇ ਰੱਖੋ। ਇਸ ਤੋਂ ਬਾਅਦ ਸਵੇਰ ਉੱਠ ਕੇ ਬਸ ਤੁਸੀਂ ਸਰ ਐਰੋ ਨਾਲ ਪਹਿਲਾਂ ਚੈੱਕ ਹੀ ਕਰਨਾ ਵੀ ਮੇਰੇ 10 ਸ਼ੇਅਰ ਸੀਗੇ, 10 ਤੋਂ ਕਿਸੇ 'ਚ ਬ੍ਰੇਕਆਊਟ ਆਇਆ ਕਿ ਨਹੀਂ ਆਇਆ। ਮੈਨੂੰ ਨਹੀਂ ਲੱਗਦਾ ਕਿ 10 ਸ਼ੇਅਰ ਚੈੱਕ ਕਰਨ ਲਈ ਤੁਹਾਨੂੰ ਬਹੁਤ ਟਾਈਮ ਲੱਗਦਾ ਹੈ। ਵਿਦਿਨ 20 ਸੈਕਿੰਡਸ, ਵਿਦਿਨ 20 ਸੈਕਿੰਡਸ ਚੈੱਕ ਹੋ ਜਾਂਦਾ ਹੈ। ਸਰ ਇੱਕ ਸਰ ਨਾ ਜੇ ਵੀਵੈਪ ਵੀ ਦੱਸ ਦਿਓ। ਹਾਂਜੀ ਜੇ ਸਰ ਪਰ ਮਾਰਕੀਟ ਦੇ ਵਿੱਚ ਹੁਣ ਗੈਪ ਆ ਜਾਂਦਾ ਜਿੱਦਾਂ ਸਰ ਕਿਸੇ ਵੇਲੇ, ਸਰ ਉਹ ਦੱਸ ਦਿਓ ਕੀ ਸਰ ਉਹ ਹੁੰਦਾ ਹੈ ਉਹ ਸਰ ਕਿਸੇ ਵੇਲੇ ਉਹ ਦੇਖਿਆ ਵੀ ਇਕੱਲਾ ਗੈਪ ਕਵਰ ਕਰਨਾ ਹੁੰਦਾ ਹੈ, ਤਾਂ ਮੁੜ ਕੇ ਗੈਪ ਕਵਰ ਕਰਕੇ ਫੇਰ ਅਪ ਬੜੀ ਤੁਰ ਪੈਂਦਾ। ਸਰ ਨਾਰਮਲੀ ਕੀ ਹੁੰਦਾ ਕਿ ਆਪਾਂ ਦੇਖਿਆ ਸੀ ਮਾਰਕੀਟ ਗੈਪ ਅਪ ਜਾਂ ਗੈਪ ਡਾਊਨ ਕਿਉਂ ਹੁੰਦੀ ਹੈ। ਜਦੋਂ ਪ੍ਰੀ ਮਾਰਕੀਟ ਦੇ ਵਿੱਚ ਆਰਡਰ ਲੱਗਦੇ ਆ, ਹੁਣ ਮੰਨ ਲਓ ਕੋਈ ਸ਼ੇਅਰ ਹੈ ਉਹ 100 ਰੁਪਏ ਤੇ ਬੈਠਾ, ਮੈਨੂੰ ਇਹ ਲੱਗਿਆ, ਮੰਨ ਲਓ ਮੈਨੂੰ ਲੱਗਦਾ ਕਿ ਇਹ ਜਿਹੜਾ ਸ਼ੇਅਰ ਹੈ ਨਾ ਇਹ ਤਾਂ 150 ਰੁਪਏ ਦਾ ਵੀ ਹੋ ਜਾਣਾ, ਇਹ ਤਾਂ 200 ਰੁਪਏ ਤੱਕ ਵੀ ਜਾਊਗਾ ਵੀ ਕੋਈ ਮੰਨ ਲਓ ਮੈਨੂੰ ਨਿਊਜ਼ ਪਤਾ ਸੀ ਵਟਐਵਰ ਜੋ ਵੀ ਸੀ, 100 ਰੁਪਏ ਦਾ ਸ਼ੇਅਰ ਸੀ, ਮੈਂ ਕਹਿੰਦਾ ਯਾਰ 110 ਰੁਪਏ ਦਾ ਵੀ ਮੈਨੂੰ ਅੱਜ ਮਿਲ ਜੇ ਨਾ ਤਾਂ ਵੀ ਕੋਈ ਗੱਲ ਨਹੀਂ, ਇਹਨੇ ਤਾਂ 150 ਤੱਕ ਚਲੀ ਜਾਣਾ, ਤਾਂ ਮੈਂ ਇੱਕ ਆਰਡਰ ਲਾਤਾ 110 ਰੁਪਏ। ਠੀਕ ਹੈ, ਹੁਣ ਜਿਹੜਾ ਸੈਲਰ ਹੈ, ਸੈਲਰ ਕਹਿੰਦਾ ਵੀ ਇਹ ਤਾਂ 100 ਰੁਪਏ ਦਾ ਹੋ ਗਿਆ, ਹੁਣ ਲੋਕਾਂ ਨੇ ਵੇਚਣਾ ਸ਼ੁਰੂ ਕਰ ਦੇਣਾ। ਠੀਕ ਹੈ, ਤਾਂ ਮੈਨੂੰ ਇਹ ਹੈ ਕਿ ਮੇਰਾ ਸ਼ੇਅਰ ਸਭ ਤੋਂ ਪਹਿਲਾਂ ਵਿਕ ਜੇ। ਹੁਣ ਸਭ ਤੋਂ ਪਹਿਲਾਂ ਕਿਹੜਾ ਵਿਕੂਗਾ? ਜਿਹੜਾ ਸ਼ੇਅਰ ਦੀ ਬੋਲੀ ਸਸਤੀ ਕਰਕੇ ਲਾਊਗਾ। ਹੁਣ ਤੁਹਾਨੂੰ ਮਾਰਕੀਟ 'ਚ 100 ਰੁਪਏ ਦਾ ਮਿਲ ਰਹੀ ਹੈ ਚੀਜ਼, ਸੇਮ ਚੀਜ਼ ਤੁਹਾਨੂੰ 90 ਰੁਪਏ ਦੀ ਮਿਲ ਰਹੀ ਹੈ, ਤੁਸੀਂ ਕਿਹਦੇ ਵੱਲ ਭੱਜ ਕੇ ਜਾਓਗੇ? 100 ਰੁਪਏ ਵਾਲੇ ਤੇ 90 ਰੁਪਏ ਵਾਲੇ? 90 ਸਰ। ਠੀਕ ਹੈ ਨਾ, ਉਹਨੂੰ ਇਹ ਹੈ ਕਿ ਵੀ ਸਭ ਤੋਂ ਪਹਿਲਾਂ ਸ਼ੇਅਰ ਮੇਰਾ ਵਿਕ ਜੇ, ਇਹ ਸ਼ੇਅਰ ਨੇ ਇੱਕਦਮ ਗਿਰ ਜਾਣਾ ਵੀ ਪਤਾ ਨਹੀਂ ਲੱਗਣਾ 100 ਤੋਂ ਕਦੋਂ 80 ਆ ਗਿਆ, 70 75 ਆ ਗਿਆ। ਉਹ ਕਹਿੰਦਾ ਮੈਂ ਤਾਂ 90 ਰੁਪਏ ਦੀ ਬੋਲੀ ਲਾ ਦਿੰਦਾ, ਤਾਂ ਕਿ ਜੇ ਦੇਖੋ ਸੈਲਿੰਗ 'ਚ ਸਭ ਤੋਂ ਘੱਟ ਤੇ ਬਾਇੰਗ 'ਚ ਸਭ ਤੋਂ ਵੱਧ ਬੋਲੀ ਹਮੇਸ਼ਾ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ। ਕਿ ਮੈਂ ਕਹਿੰਦਾ ਜੀ ਮੈਂ 90 ਰੁਪਏ ਦੀ ਚੀਜ਼ ਵੇਚ ਰਿਹਾ, ਸਭ ਤੋਂ ਪਹਿਲੀ ਪ੍ਰਾਇੋਰਟੀ ਮੇਰੀ ਹੋਏਗੀ ਕਿ ਠੀਕ ਹੈ ਯਾਰ ਉਹਦਾ 100 ਦਾ ਵਿਕਦਾ, 90 ਰੁਪਏ ਦਾ ਵੇਚ ਰਿਹਾ, ਇਹਨੂੰ ਇਹਦਾ ਆਰਡਰ ਪਹਿਲਾਂ ਐਗਜ਼ੀਕਿਊਟ ਕਰ ਦਿਓ। ਜਦੋਂ ਬਾਇੰਗ ਦੀ ਗੱਲ ਆਈ, ਉਦਾਂ ਲੋਕੀ 100 ਰੁਪਏ 'ਚ ਖਰੀਦ ਰਹੇ ਆ, 101 ਰੁਪਏ 'ਚ ਖਰੀਦ ਰਹੇ ਆ, ਮੈਂ ਬੋਲੀ ਲਾਤੀ ਮੈਂ 110 ਰੁਪਏ ਦਾ ਖਰੀਦੂੰਗਾ, ਤਾਂ ਮੇਰੀ ਬੋਲੀ ਸਭ ਤੋਂ ਪਹਿਲਾਂ ਲੱਗ ਗਈ। ਠੀਕ ਹੈ, ਤਾਂ ਜਦੋਂ ਹੁਣ ਪ੍ਰੀ ਮਾਰਕੀਟ 'ਚ ਆਰਡਰ ਲੱਗੇ ਹੋਏ ਆ, ਇੱਕ ਬੰਦੇ ਨੇ 110 ਰੁਪਏ ਦਾ ਆਰਡਰ ਲਾਤਾ, ਇੱਕ ਬੰਦੇ ਨੇ 90 ਰੁਪਏ ਦਾ ਆਰਡਰ ਲਾਤਾ, ਤਾਂ ਫਿਰ ਉਹ ਕੀ ਕਰਦੇ ਸਰ ਕਿ ਉਹਨਾਂ ਆਰਡਰਸ ਦੀ ਐਵਰੇਜਿੰਗ ਕੱਢਦੇ ਆ, ਉਹਦੇ ਅਕੋਰਡਿੰਗ ਜਿਹੜਾ ਬਾਇੰਗ, ਹੁਣ ਜੇ ਮੰਨ ਲਓ ਬਾਇੰਗ ਦੇ ਆਰਡਰ ਜ਼ਿਆਦਾ ਹੋ ਗਏ ਤਾਂ ਹੋ ਸਕਦਾ ਕਿ 3-4 ਰੁਪਏ ਗੈਪ ਅਪ ਓਪਨ ਹੋ ਜੇ, ਜੇ ਸੈਲਿੰਗ ਦੇ ਡਾਊਨ ਜ਼ਿਆਦਾ ਹੋ ਗਏ ਤਾਂ ਹੋ ਸਕਦਾ ਜਿਹੜਾ ਆਰਡਰ ਹੈ ਉਹ 95 ਰੁਪਏ ਤੇ 98 ਰੁਪਏ ਤੇ ਖੁੱਲ ਜੇ। ਤਾਂ ਇਸ ਕਰਕੇ ਜਦੋਂ ਆਲਰੇਡੀ ਪ੍ਰੀ ਮਾਰਕੀਟ 'ਚ ਆਰਡਰ ਲੱਗਦੇ ਆ, ਉਹਨਾਂ ਦੀ ਐਵਰੇਜਿੰਗ ਕੀਤੀ ਜਾਂਦੀ ਹੈ। ਉਸ ਐਵਰੇਜਿੰਗ ਕਰਨ ਤੋਂ ਬਾਅਦ ਜਿਹੜਾ ਇੱਕ ਪ੍ਰਾਈਸ ਹੁੰਦਾ ਉਹ ਫਿਰ ਉਹ ਕਈ ਵਾਰੀ ਉਹ 2-3 ਰੁਪਏ ਵੀ ਅਪ ਡਾਊਨ ਹੁੰਦਾ, ਕਈ ਵਾਰੀ 20-25 ਰੁਪਏ ਵੀ ਅਪ ਡਾਊਨ ਹੋ ਜਾਂਦਾ, ਉਹਨੂੰ ਆਪਾਂ ਗੈਪ ਅਪ ਤੇ ਗੈਪ ਡਾਊਨ ਕਹਿੰਦੇ ਹਾਂ। ਹੁਣ ਆਪਾਂ ਕਹਿੰਦੇ ਜੀ ਕਈ ਵਾਰੀ ਸ਼ੇਅਰ ਨੋ ਡਾਊਟ ਕਈ ਵਾਰੀ ਗੈਪ ਨੂੰ ਫਿਲ ਕਰਨ ਆ ਜਾਂਦਾ, ਕਈ ਵਾਰੀ ਨਹੀਂ ਆਉਂਦਾ। ਜੇ ਹੁਣ ਮੰਨ ਲਓ ਜੇ ਸਟਰੈਂਥ ਹੀ ਇੰਨੀ ਉਹਦੀ ਬਾਇੰਗ ਹੀ ਚੱਲ ਰਹੀ ਹੈ ਵੀ ਹਰ ਲੋਕੀ ਇਹ ਤਿਆਰ ਬੈਠੇ ਵੀ ਜਿੰਨੇ ਮਰਜ਼ੀ ਰੇਟ ਤੇ ਮਿਲ ਜੇ ਅਸੀਂ ਲੈ ਲੈਣਾ, ਤਾਂ ਆਪਾਂ ਕੀ ਕਹਿੰਦੇ ਆ ਲੋਹੋ ਉੱਪਰ ਦੀ ਉੱਪਰ ਚਲੀ ਜਾਂਦਾ। ਹੁਣ ਮੰਨ ਲਓ ਆਰਡਰ ਲੱਗੇ ਹੋਏ ਸੀ, ਸ਼ੇਅਰ 100 ਦੀ ਬਜਾਏ 105 ਤੇ ਓਪਨ ਹੋ ਗਿਆ, ਤਾਂ ਜਿਨ੍ਹਾਂ ਨੇ 100 ਰੁਪਏ ਤੇ ਵੇਚਣਾ ਸੀ ਉਹ ਕੀ ਕਰਨਗੇ? 105 ਤੇ ਵੇਚ ਦੇਣਾ, ਉਹ ਕਹਿਣਗੇ ਵੀ ਅਸੀਂ 100 ਰੁਪਏ ਦੇ ਵੇਚਣ ਨੂੰ ਬੈਠੇ ਸੀ ਤੇ 105 ਹੋ ਗਿਆ, ਵੇਚ ਦਿਓ ਇਹਨੂੰ। ਤਾਂ ਜਦੋਂ ਉਹ ਲੋਕੀ ਇਹਨਾਂ ਦੇ ਇਦਾਂ ਦੀ ਸੋਚ ਆ ਜਾਂਦੀ ਵੀ ਉੱਪਰ ਨਹੀਂ ਜਾਣਾ, ਅੱਜ 105 ਖੁੱਲ ਗਿਆ ਵੇਚ ਦਿਓ, ਤਾਂ ਉਹ ਆਪਾਂ ਫਿਰ ਕਹਿੰਦੇ ਵੀ ਗੈਪ ਫਿਲ ਕਰਨ ਆ ਗਿਆ ਸ਼ੇਅਰ। ਹੈ ਤਾਂ ਕਹਿੰਦੇ ਕਿ ਸਾਈਕੋਲੋਜੀ ਹੈ ਨਾ। ਤੇ ਜਦੋਂ ਉਹ ਚੀਜ਼ 100 ਰੁਪਏ ਤੇ ਵਾਪਸ ਆਉਂਦੀ ਹੈ, ਠੀਕ ਹੈ, ਤਾਂ ਲੋਕਾਂ ਨੂੰ ਲੱਗਦਾ ਵੀ ਲੈ ਇਹ ਤਾਂ ਦੁਬਾਰਾ ਵਾਪਸ ਆ ਗਿਆ, ਹੁਣ ਇਹਨੂੰ ਸਹੀ ਮੌਕਾ ਚੱਕਣ ਦਾ ਵੀ ਡਿਪ ਮਿਲ ਗਈ ਹੈ, ਕਿੱਥੇ ਮੈਂ 105 ਦਾ ਵੀ ਖਰੀਦਣ ਨੂੰ ਤਿਆਰ ਬੈਠਾ ਸੀ, ਕਿੱਥੇ ਉਹਨੇ ਸ਼ੇਅਰ 100 ਰੁਪਏ ਦਾ ਆ ਗਿਆ, ਹੁਣ ਲੈ ਲਓ ਇਹਨੂੰ। ਤਾਂ ਉਹਨਾਂ ਨੇ 100 ਰੁਪਏ ਤੋਂ ਦੁਬਾਰਾ ਚੱਕਣਾ ਸ਼ੁਰੂ ਕਰ ਦੇਣਾ। ਆਪਾਂ ਕਹਿੰਦੇ ਜੀ ਜਿਹੜਾ ਸ਼ੇਅਰ ਆ ਉਹਦਾ ਗੈਪ ਫਿਲ ਕਰਕੇ ਫਿਰ ਉੱਪਰ ਚਲਾ ਗਿਆ, ਉਹ ਇਹ ਚੀਜ਼ ਹੁੰਦੀ ਹੈ। ਕਲੀਅਰ ਹੈ ਸਰ ਇੱਕ ਵਾਰੀ ਵੀਵੈਪ ਦੱਸ ਦਿਓ ਇੱਕ ਵਾਰੀ ਦੁਬਾਰਾ। ਸਰ ਜਿਹੜਾ ਆਪਣੇ ਕੋਲੇ ਸਾਹਮਣੇ ਪੈਟਰਨ ਪਿਆ ਜੀ ਇੱਕ ਤਰੀਕੇ ਦਾ ਜੀ ਆਹ, ਇਹ ਸਰ ਆਪਾਂ ਨੂੰ ਡਬਲ ਬੋਟਮ ਕਹਿ ਸਕਦੇ ਹਾਂ ਜੀ? ਹਾਂਜੀ ਸਰ ਕਹਿ ਸਕਦੇ ਹਾਂ ਜੀ, ਬਿਲਕੁਲ ਕਹਿ ਸਕਦੇ। ਮੰਨ ਲਓ ਜਿੱਥੇ ਤੁਹਾਡਾ ਹੁਣ ਐਰੋ ਹੈਗਾ ਜੀ, ਜਿੱਥੇ ਸੀਗਾ ਉੱਪਰ ਪਹਿਲਾਂ ਅਪ ਇੱਕ ਇਹ ਵਾਲਾ, ਹਾਂਜੀ ਇਹ ਬਿਲਕੁਲ ਕਹਿ ਸਕਦੇ ਹਾਂ। ਆਪਾਂ ਦੇਖਦੇ ਹਾਂ ਕਿ ਟਾਰਗੇਟ ਵੀ ਆਪਾਂ ਨੂੰ ਉਹਨਾਂ ਮਿਲ ਚੁੱਕਿਆ। ਹਾਂਜੀ ਸਰ, ਹਾਂਜੀ ਹਾਂਜੀ। ਓਕੇ ਸਰ, ਵੀਵੈਪ ਦੇਖ ਲਓ ਜੀ ਇੱਕ ਵਾਰੀ। ਵੋਲਿਊਮ ਵੇਟਡ ਐਵਰੇਜ ਪ੍ਰਾਈਸ ਆਪਾਂ ਨੂੰ ਕਲਿੱਕ ਕਰਾਂਗੇ ਜੀ।
ਇਹਨੂੰ ਆਪਾਂ ਸਰ 5 ਮਿੰਟ ਦੀ ਸਟ੍ਰੈਟਜੀ ਯੂਜ਼ ਕਰਦੇ ਹਾਂ। ਠੀਕ ਹੈ, ਆਪਾਂ 5 ਮਿੰਟ ਦੀ ਕੈਂਡਲ ਲਗਾ ਲਈ ਹੈ ਜੀ, ਤੇ ਇਹਦੀਆਂ ਸੈਟਿੰਗਸ ਮੈਂ ਨਹੀਂ ਦੱਸਣੀਆਂ, ਤੁਸੀਂ ਮੈਨੂੰ ਬੋਲ ਕੇ ਦੱਸਣੀਆਂ ਨੇ। ਆਪਾਂ ਸੈਟਿੰਗ ਵੀਵੈਪ ਟਿਕ, ਬਾਕੀ ਸਾਰੇ ਅਨਟਿਕ ਕਰ ਦੋ, ਵੀਵੈਪ ਟਿਕ ਰੱਖਣਾ। ਬਿਲਕੁਲ ਸਰ, ਵੀਵੈਪ ਨੂੰ ਰਹਿਣ ਦਿਓ ਜੀ, ਬਾਕੀ ਸਾਰਿਆਂ ਨੂੰ ਅਨਟਿਕ ਕਰ ਦਿਓ ਜੀ। ਅੱਛਾ, ਇਨਪੁਟ 'ਚ ਆਪਾਂ ਕੁਝ ਕਰਨਾ ਜੀ ਇਹਦਾ? ਨਹੀਂ ਸਰ। ਨਹੀਂ ਸਰ। ਇਨਪੁਟ 'ਚ ਸਰ ਕੁਝ ਨਹੀਂ ਕਰਨਾ, ਸਟਾਈਲ 'ਚ ਬਸ ਵੀਵੈਪ ਰਹਿਣ ਦਿਓ, ਬਾਕੀਆਂ ਨੂੰ ਅਨਟਿਕ ਕਰ ਦਿਓ, ਓਕੇ ਕਰ ਦਿਓ ਜੀ। ਇੱਕ ਸਿੰਗਲ ਲਾਈਨ ਰਹੇਗੀ। ਆਪਾਂ ਸਰ ਇਹਨੂੰ ਕੀਤਾ ਸੀਗਾ ਜੀ 5 ਮਿੰਟ ਦੀ ਕੈਂਡਲ ਪੈਟਰਨ ਸਟਿਕ ਦੇ ਅਕੋਰਡਿੰਗ। ਠੀਕ, ਤਾਂ ਆਪਾਂ ਅੱਜ ਦੀ ਜੇ ਆਪਾਂ ਗੱਲ ਕਰਦੇ ਹਾਂ ਇਸ ਸ਼ੇਅਰ ਦੇ ਵਿੱਚ, ਤਾਂ ਦੇਖ ਲਈਏ ਆਪਾਂ ਆਪਣਾ ਟ੍ਰੇਡ ਕੋਈ ਬਣ ਰਿਹਾ ਸੀਗਾ ਜਾਂ ਨਹੀਂ ਬਣ ਰਿਹਾ ਸੀ ਸਟਾਰਟਿੰਗ ਦੇ ਵਿੱਚ। ਓਕੇ ਜੀ, ਹਾਂਜੀ ਸਰ ਦੱਸੋ ਤੁਸੀਂ ਕਿ ਅੱਜ ਕੋਈ ਇਹ 'ਚ ਆਪਣਾ ਟ੍ਰੇਡ ਬਣਦਾ ਸੀਗਾ ਜੀ? ਸਰ ਮੇਰੇ ਹਿਸਾਬ ਨਾਲ ਨਹੀਂ, ਐਕਚੁਅਲੀ ਉਹ ਬੋਡੀ ਟੱਚ ਹੋ ਰਹੀ ਸੀ ਸਰ ਵੀਵੈਪ ਦੀ ਲਾਈਨ ਉਹਨਾਂ ਦੀ, ਜਿਹੜੀ ਫਸਟ ਕੈਂਡਲ। ਇੱਕ ਮਿੰਟ ਮੈਨੂੰ ਫੋਨ ਆਇਆ, ਮੈਂ ਕਰਦਾ। ਹਾਂਜੀ ਸਰ, ਤਾਂ ਆਪਾਂ ਵੀਵੈਪ 'ਚ ਦੇਖਿਆ ਜੀ ਆਪਣੀਆਂ ਫਸਟ ਕੈਂਡਲ ਸਰ ਇੱਥੇ ਬਣੀ ਹੈ ਜੀ। ਠੀਕ ਹੈ, ਇਦੋਂ ਆਪਾਂ ਦੇਖਦੇ ਹਾਂ ਵੀ ਦੋ ਨੈਕਸਟ ਕੈਂਡਲ। ਕਲੀਅਰ? ਇਸ ਕੈਂਡਲ ਨੇ ਕੀ ਕੀਤਾ, ਇਸ ਕੈਂਡਲ ਨੇ ਆਪਾਂ ਦੇਖਿਆ ਜੀ ਕਿ ਉਹਦਾ ਲੋ ਤਾਂ ਬ੍ਰੇਕ ਕਰਤਾ, ਪਰ ਵੀਵੈਪ ਉਹਦੇ ਵਿੱਚ ਦੀ ਨਿਕਲ ਰਹੀ ਸੀ। ਫਿਰ ਆਪਾਂ ਨੈਕਸਟ ਕੈਂਡਲ ਦੇਖਿਆ ਸਰ, ਉਹਨੇ ਜੀ ਲੋ ਬ੍ਰੇਕ ਕੀਤਾ ਹੋਇਆ ਆਲਰੇਡੀ, ਵੀਵੈਪ ਦੇ ਵਿੱਚ ਨਹੀਂ ਸੀਗੀ ਉਹ ਵਾਲੀ ਕੈਂਡਲ। ਠੀਕ ਹੈ, ਤੇ ਆਪਾਂ ਇੱਥੋਂ ਕੀ ਕਰ ਸਕਦੇ ਸੀ, ਆਪਦਾ ਟਾਰਗੇਟ ਥੋੜਾ ਜਿਹਾ ਹੋਰ ਜਾਂ ਕਹ ਲਓ ਆਪਾਂ ਨੂੰ ਆਪਦਾ ਟਾਰਗੇਟ ਮਿਲ ਸਕਦਾ ਸੀ ਇੱਥੇ। ਜੇ ਆਪਾਂ ਸੈਕੰਡ ਕੈਂਡਲ ਤੇ ਆ ਕੇ, ਬੇਸਿਕਲੀ ਥਰਡ ਕੈਂਡਲ ਤੇ ਆ ਕੇ ਆਪਾਂ ਇਥੋਂ ਐਂਟਰੀ ਕਰਦੇ ਸ਼ਾਰਟ ਦੀ, ਤਾਂ ਆਪਾਂ ਨੂੰ ਨਿਕਲ ਟਾਰਗੇਟ ਸੀਗਾ ਮਿਲ ਸਕਦਾ ਸੀ। ਸਰ ਇੱਕ ਗੱਲ ਪੁੱਛਣੀ ਸੀਗੀ, ਜਿਹੜੀ ਕੈਂਡਲ ਫਾਰਮ ਹੁੰਦੀ ਆ, ਜਿਹੜੀ ਇਸ ਟਾਈਮ ਤੇ ਚੱਲ ਰਹੀ ਹੁੰਦੀ ਆ, ਆਪਾਂ ਉਹਦੇ ਵਿੱਚ ਵੀਵੈਪ ਦੇਖਣਾ ਕਿ ਉਹਦੀ ਪਿਛਲੀ ਵਾਲੀ ਕੈਂਡਲ 'ਚ ਕਲਰ ਦੇਖਣਾ ਕਿ ਉਹਦੀ ਬੋਡੀ 'ਚ ਪਾਸ ਕੀਤੀ ਕਿ ਨਹੀਂ? ਨਹੀਂ ਸਰ, ਜਦੋਂ ਆ ਦੇਖੋ, ਜਦੋਂ ਵੀ ਉਹ ਹਾਈ ਜਾਂ ਲੋ ਤੋੜੂਗੀ ਆਪਾਂ ਉਦੋਂ ਦੇਖਣਾ। ਹੁਣ ਮੰਨ ਲਓ ਆਹ ਕੈਂਡਲ ਫਾਰਮ ਹੋਈ, ਠੀਕ ਹੈ, ਜਦੋਂ ਇਹ ਕੈਂਡਲ ਫਾਰਮ ਦੇਖੋ, ਆਹ ਕੈਂਡਲ ਫਾਰਮ ਕਿੱਥੋਂ ਸ਼ੁਰੂ ਹੋਈ, ਓਪਨ ਪ੍ਰਾਈਸ ਦਾ ਆ ਸੀ, ਇਹ ਤੋਂ ਬਾਅਦ ਨੀਚੇ ਜਾਣੀ ਸ਼ੁਰੂ ਹੋ ਗਈ। ਜਦੋਂ ਤੱਕ ਇਹਨੇ ਇਹਦਾ ਲੋ ਤੋੜਿਆ ਉਦੋਂ ਤੱਕ ਦੇਖੋ ਵੀਵੈਪ ਇਹਦੀ ਬੋਡੀ ਵਿੱਚ ਦੀ ਟੱਚ ਕਰ ਚੁੱਕੀ ਸੀ ਕਿ ਨਹੀਂ ਕਰ ਚੁੱਕੀ ਸੀ? ਹਾਂਜੀ ਹਾਂਜੀ ਕਰ ਚੁੱਕੀ ਸੀ, ਆਪਣੀ ਐਂਟਰੀ ਨਹੀਂ ਸੀ ਬਣਦੀ ਉਹਦੇ ਵਿੱਚ। ਅੱਛਾ, ਮਤਲਬ ਜਦੋਂ ਤੋੜੇਗੀ ਬਸ ਉਦੋਂ ਦੇਖਣਾ, ਉਹਦੀ ਬੋਡੀ 'ਚ ਤਾਂ ਨਹੀਂ ਕ੍ਰੋਸ ਕਰ ਰਹੀ। ਜਦੋਂ ਵੀ ਉਹ ਹਾਈ ਤੋੜੇਗੀ ਜਾਂ ਲੋ ਤੋੜੇਗੀ ਕੈਂਡਲ, ਤਾਂ ਆਪਾਂ ਇੱਕ ਵਾਰੀ ਦੇਖ ਲੈਣਾ ਵੀ ਉਸ ਕੈਂਡਲ ਦੇ ਵਿੱਚ ਦੀ ਵੀਵੈਪ ਤਾਂ ਨਹੀਂ ਟੱਚ ਕਰ ਰਹੀ। ਠੀਕ ਹੈ ਸਰ। ਤੇ ਸਰ ਇੱਕ ਕੁਐਸਚਨ ਹੋਰ ਸੀਗਾ ਸਰ, ਛੋਟਾ ਜਿਹਾ ਜੀ। ਸਰ ਜਿੱਦਾਂ ਆਪਾਂ ਕੰਬੀਨੇਸ਼ਨ ਕਰਿਆ ਸ਼ੈਂਡਲਰ ਐਂਡ ਇਚੂਮੁਕੀ ਦਾ ਜੀ, ਸਰ ਆਪਾਂ ਜਿੱਦਾਂ ਹੁਣ ਲਾਇਆ ਸੀਗਾ ਜੀ ਆ ਬਲਰਾਮ ਸਰ, ਜਿਹੜਾ ਗੈਪ ਹੈ ਜੀ ਮੰਨ ਲਓ ਜਦੋਂ ਇਚੂਮੁਕੀ ਲਾਈਨ ਥੱਲੇ ਸੀਗੀ ਹੁਣ, ਹੈ ਨਾ ਜੀ? ਹਾਂਜੀ। ਤੇ ਸਰ ਜਿਹੜੀ ਮੰਨ ਲਓ ਲੇਟੈਸਟ ਕੈਂਡਲ ਦੀ ਫਾਰਮੇਸ਼ਨ ਹੋਈ ਸੀਗੀ ਜਿੱਥੇ ਵਾਈ ਆਇਆ ਸੀਗਾ, ਉਹ ਲਾਈਨ ਤੋਂ ਕਾਫੀ ਡਿਫਰੈਂਸ ਸੀਗਾ ਜੀ, ਮਤਲਬ ਇਚੂਮੁਕੀ ਦੀ ਲਾਈਨ ਤੋਂ ਉਹ ਲਾਈਨ ਦਾ ਕਾਫੀ ਡਿਫਰੈਂਸ ਸੀਗਾ ਜੀ। ਆਪਾਂ ਸਰ ਮਤਲਬ ਡਿਫਰੈਂਸ ਨੂੰ ਮਤਲਬ ਕਿਵੇਂ ਮਤਲਬ ਦੇਖਣਾ, ਅਗਰ ਨੀਅਰੈਸਟ ਦੇਖਣਾ ਹੈਗਾ ਕਰਕੇ ਮਤਲਬ ਜਿੰਨਾ ਦੂਰ ਹੋਵੇ ਉਨਾ ਬੈਟਰ ਹੋਊਗਾ ਜੀ? ਜਿੰਨਾ ਦੇਖੋ, ਜਿੰਨਾ ਸਪੋਰਟ ਦੇ ਨੇੜੇ ਸ਼ੇਅਰ ਹੋਏਗਾ, ਮੰਨ ਲਓ ਆਪਾਂ ਇੱਕ ਦੇਖੋ ਇੱਕ ਚੀਜ਼ ਸੱਚ ਸਮਝੋ, ਮੰਨ ਲਓ ਆਹ ਵਾਲੀ ਸਪੋਰਟ ਵਾਲੀ ਲਾਈਨ ਜਾ ਰਹੀ ਹੈ ਆਪਣੀ, ਹੈ ਨਾ? ਠੀਕ ਹੈ ਸਰ, ਠੀਕ ਹੈ ਸਰ, ਠੀਕ ਹੈ। ਜੇ ਤੁਸੀਂ ਐਂਟਰੀ ਇੱਥੋਂ ਲਵੋਗੇ, ਹਾਂਜੀ ਹਾਂਜੀ ਬਿਲਕੁਲ ਸਰ, ਹਾਂਜੀ। ਜੇ ਤੁਸੀਂ ਐਂਟਰੀ ਇੱਥੋਂ ਲੈਣੀ ਤਾਂ ਥੱਲੇ ਆਉਣ ਦੇ ਚਾਂਸਸ ਜ਼ਿਆਦਾ ਨੇ ਜੀ, ਬਿਲਕੁਲ। ਬਸ ਇਹ ਫਰਕ ਹੈ, ਹੋਰ ਤਾਂ ਕੁਝ ਨਹੀਂ ਹੈ। ਓਕੇ, ਥੈਂਕ ਯੂ ਸਰ, ਥੈਂਕ ਯੂ, ਓਕੇ। ਸਰ ਇੱਕ ਜਿੱਦਾਂ ਤੁਹਾਨੂੰ ਮੋਦੀ ਪੁੱਛਿਆ ਸਰ, ਜਿੱਦਾਂ ਡੇ ਵਾਲੀ ਕੈਂਡਲ ਜਦੋਂ ਆਪਾਂ ਦੇਖਦੇ ਸਰ, ਉਹ ਪ੍ਰਾਈਸ ਡਿਫਰੈਂਸ ਡਿਫਰੈਂਟ ਹੁੰਦਾ, ਜਦੋਂ ਆਪਾਂ 30 ਮਿੰਟ ਕੈਂਡਲ ਦੇਖਦੇ ਹਾਂ ਉਹ ਕਲੋਜ਼ ਡਿਫਰੈਂਟ ਹੁੰਦੀ ਹੈ। ਆਬਵੀਅਸਲੀ ਸਰ ਦੇਖੋ ਜੀ, ਜਦੋਂ ਆਪਾਂ ਡੇ ਕੈਂਡਲ ਦੇ ਦੇਖ ਰਹੇ ਹੁੰਦੇ ਆ, ਠੀਕ ਹੈ, ਤਾਂ ਆਪਾਂ ਕੀ ਦੇਖਦੇ ਆ, ਜਿਹੜਾ ਉਹ ਕਲੋਜ਼ਿੰਗ ਪ੍ਰਾਈਸ ਹੈ, ਠੀਕ ਹੈ, ਤੇ ਜਿਹੜਾ ਇੱਕ ਹੁੰਦਾ ਆਪਾਂ ਕਹਿੰਦੇ ਵੀ ਜਿਹੜਾ ਕੈਂਡਲ ਦਾ ਕਲੋਜ਼ਿੰਗ ਪ੍ਰਾਈਸ ਤੇ ਇਸ ਤੋਂ ਬਾਅਦ ਜਿਹੜਾ ਆਫਟਰ ਪੋਸਟ ਮਾਰਕੀਟ ਇੱਕ ਜਿਹੜਾ ਪ੍ਰਾਈਸ ਨਿਕਲਦਾ, ਹਮੇਸ਼ਾ ਉਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਹੈ। ਜਿਹੜਾ ਥੋੜਾ ਕਲੋਜ਼ਿੰਗ ਪ੍ਰਾਈਸ ਕੱਢਿਆ ਜਾਂਦਾ, ਉਹ ਲਾਸਟ ਅੱਧੇ ਘੰਟੇ ਦਾ ਜਿਹੜਾ ਪ੍ਰਾਈਸ ਹੁੰਦਾ ਉਹਦੀ ਐਵਰੇਜਿੰਗ ਕੱਢੀ ਜਾਂਦੀ ਹੈ। ਮੰਨ ਲਓ ਆਹ ਕੈਂਡਲ ਚੱਲ ਰਹੀ ਹੈ, ਫॉर एग्जांपल ਇੱਥੇ ਬੰਦ ਹੋ ਗਈ ਹੈ, 3:30 ਹੋ ਗਏ, ਕੈਂਡਲ ਬੰਦ ਹੋ ਗਈ ਹੈ ਜੀ, ਮੰਨ ਲਓ 509 ਰੁਪਏ ਤੇ। ਪਰ ਜਦੋਂ ਆਪਾਂ 10-15 ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਦੇਖਾਂਗੇ ਨਾ, ਤਾਂ ਇਹ ਪ੍ਰਾਈਸ ਹੋ ਸਕਦਾ 509 ਦੀ ਬਜਾਏ 513 ਆ ਜੇ, ਹੋ ਸਕਦਾ 506 ਜਾਂ 7 ਰੁਪਏ ਆ ਜੇ।
ਤੇ ਜਿਹੜਾ ਐਂਡ ਪ੍ਰਾਈਸ ਕੱਢਿਆ ਜਾਂਦਾ ਉਹ ਲਾਸਟ ਹਾਫ ਐਨ ਆਵਰ ਦਾ ਐਵਰੇਜ ਪ੍ਰਾਈਸ ਕੱਢਿਆ ਜਾਂਦਾ। ਇਸ ਕਰਕੇ ਦੋਵਾਂ ਦੇ ਠੀਕ ਹੈ ਸਰ। ਡਿਫਰੈਂਸ ਹੁੰਦਾ ਹੈ। ਸਰ ਮੈਂ ਉਹ ਪੁੱਛਣਾ ਸੀ, ਮੈਂ ਸਰ ਸਟੋਰੀ ਦੇਖੀ ਸੀਗੀ ਸਰ ਨਵੇਂ ਇੰਡੀਕੇਟਰ ਦੀ 4x4 ਵਾਲੀ, ਸਰ ਉਹ ਦੱਸੋਗੇ ਮਾੜਾ ਜਿਹਾ? ਨਹੀਂ ਸਰ, ਉਹ ਆਪਸ਼ਨਸ ਦੀ ਬੇਸਿਕਲੀ ਹੈਗੀ ਹੈ, ਉਹ ਇਕੁਇਟੀ ਦੀ ਨਹੀਂ ਹੈਗੀ। ਠੀਕ ਹੈ, ਇਕੁਇਟੀ ਦੀ ਵੀ ਆਪਾਂ ਲਾਵਾਂਗੇ, ਹਜੇ ਟੈਸਟਿੰਗ ਚੱਲ ਰਹੀ ਹੈ ਉਹਦੀ, ਪਰ ਹਜੇ ਅਸੀਂ ਉਹਨੂੰ ਆਪਸ਼ਨਸ ਦੇ ਵਿੱਚ ਆਪਾਂ ਉਹਨੂੰ ਕੀਤਾ ਹੈਗਾ, ਆਪਸ਼ਨਸ ਦੇ ਵਿੱਚੋਂ ਸਹੀ ਆਪਦਾ ਆਪਾਂ ਨੂੰ ਟਾਰਗੇਟ ਦੇ ਕੇ ਜਾ ਰਹੀ ਹੈ। ਸਰ ਸਟੋਰੀ 'ਚ ਸਰ JSW ਸਟੀਲ ਦੀ ਪਾਈ ਹੋਈ ਸੀ ਸਰ ਇਕੁਇਟੀ 'ਚ 4x4। ਸਰ ਉਹ ਹਜੇ ਇਕੁਇਟੀ 'ਚ ਨਾ ਟੈਸਟ ਚੱਲ ਰਿਹਾ ਹੈ। ਆਇਆ ਤਾਂ ਉਹ JSW 'ਚ ਅਸੀਂ ਲਗਾਇਆ ਸੀ, ਤੁਸੀਂ ਦੇਖਿਆ ਉਹਦਾ ਟਾਰਗੇਟ ਛੋਟਾ ਜਿਹਾ ਹੀ ਆਇਆ ਸੀ, ਕੋਈ ਬੜਾ ਵੱਡਾ ਟਾਰਗੇਟ ਨਹੀਂ ਸੀ ਆਇਆ। ਠੀਕ ਹੈ ਸਰ। ਤੇ ਜਿੰਨਾ ਚਿਰ ਟਾਰਗੇਟ ਆਪਾਂ ਨੂੰ ਵਧੀਆ ਨਹੀਂ ਮਿਲਦਾ, ਕਿਉਂਕਿ ਉਹ ਅਸੀਂ ਸਿਰਫ ਟੈਸਟਿੰਗ ਕਰ ਰਹੇ ਸੀ, ਉਹਦੇ 'ਚ ਤੁਸੀਂ ਰਿਸਕ ਰਿਵਾਰਡ ਰੇਸ਼ੋ ਕੁਝ ਨਹੀਂ ਦੇਖਿਆ, ਉਹ 'ਚ ਥੋੜਾ ਜਿਹਾ ਪੈਸਾ ਸੀਗਾ ਆਪਣਾ ਵੀ ਆਪਾਂ ਚਲੋ ਟਾਰਗੇਟ ਲੈ ਲਿਆ। ਬਟ ਜਿੰਨਾ ਚਿਰ ਆਪਾਂ ਰਿਸਕ ਰਿਵਾਰਡ ਦੇ ਮੈਨੇਜਮੈਂਟ ਨੂੰ ਲੈ ਕੇ ਨਹੀਂ ਚੱਲਦੇ, ਉਹਨਾਂ ਚਿਰ ਫਿਰ ਆਪਾਂ ਸਟ੍ਰੈਟਜੀ ਨੂੰ ਸਟ੍ਰੈਟਜੀ ਨਹੀਂ ਨਾ ਕਹਿ ਸਕਦੇ ਕਿ ਮੰਨ ਲਓ ਨੇ ਰਿਵਾਰਡ ਰਿਸਕ ਵੱਡਾ ਕਰਵਾਤਾ ਆਪਣਾ। तो हजे टेस्टिंग स्टेज इक्विटी ਦੇ ਲਈ ਟੈਸਟਿੰਗ ਸਟੇਜ ਦੇ ਵਿੱਚ ਆਪਸ਼ਨਸ ਦੇ ਵਿੱਚੋਂ ਸਟ੍ਰੈਟਜੀ ਸਰ ਫੁੱਲ ਕੰਮ ਕਰ ਰਹੀ ਹੈ ਜੀ, ਆਪਾਂ ਕਰ ਵੀ ਰਹੇ ਹਾਂ ਆਪਸ਼ਨਸ ਉਹਦੇ ਬੇਸਿਸ ਤੇ, ਪਰ ਇਕੁਇਟੀ ਚ ਹਜੇ ਥੋੜਾ ਜਿਹਾ ਟਾਈਮ ਹੋਰ ਲੱਗਦਾ ਹੈ। ਠੀਕ ਹੈ ਸਰ। ਤੇ ਭਾਜੀ ਗੱਲ ਹੋਰ ਦੱਸੋ, ਕੋਈ 15 ਮਿੰਟ ਦੀ ਸਟ੍ਰੈਟਜੀ ਵੀ ਹੈਗੀ ਹੈ ਆਪਣਾ ਕੀ ਕਹਿੰਦੇ ਇੰਟਰਾਡੇ ਦੇ ਵਿੱਚ? ਸਰ ਸਟ੍ਰੈਟਜੀਜ਼ ਤਾਂ ਬਹੁਤ ਨੇ ਜੀ, 15 ਮਿੰਟ ਦੀਆਂ ਵੀ ਹੈਗੀਆਂ ਨੇ, ਬਟ ਗੱਲ ਇਹ ਹੈ ਕਿ ਜਿਹੜਾ ਸਭ ਤੋਂ ਵਧੀਆ ਤੇ ਐਕੂਰੇਟ ਤਰੀਕਾ ਹੈਗਾ ਉਹ ਆਪਣੇ ਕੋਲ ਸਰ ਦੋ ਸਟ੍ਰੈਟਜੀਜ਼ ਨੇ। ਪਹਿਲਾਂ ਮੈਂ ਦੱਸਦਾ, ਸਟ੍ਰੈਟਜੀਜ਼ ਆਪਣੀਆਂ ਨਵੀਆਂ ਵੀ ਹੁੰਦੀਆਂ ਰਹਿੰਦੀਆਂ, ਬੰਦੀਆਂ ਵੀ ਰਹਿੰਦੀਆਂ, ਫੇਲ ਵੀ ਹੁੰਦੀਆਂ ਰਹਿੰਦੀਆਂ। ਪਹਿਲਾਂ ਤੁਸੀਂ ਦੋਵਾਂ ਨਾਲ ਪੈਸਾ ਕੱਢਣਾ ਸ਼ੁਰੂ ਕਰੋ, ਠੀਕ ਹੈ? ਠੀਕ ਹੈ। ਪਹਿਲਾਂ 5 ਮਿੰਟ ਨਾਲ ਪੈਸਾ ਕੱਢਣਾ ਸ਼ੁਰੂ ਕਰੋ, 30 ਮਿੰਟ ਨਾਲ ਪੈਸਾ ਸ਼ੁਰੂ ਕਰੋ। ਜੇ ਤੁਹਾਨੂੰ ਜ਼ਰੂਰਤ ਪਈ ਤਾਂ ਕੋਈ ਨਹੀਂ, ਤੁਸੀਂ ਫੋਨ ਕਰ ਲਿਓ, ਜੋ ਮੈਂ ਤੁਹਾਨੂੰ ਦੱਸ ਦੂੰਗਾ। ਮੈਂ ਤੁਹਾਨੂੰ ਵਾਅਦੇ ਨਾਲ ਕਹਿਣਾ ਕਿ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਉਸ ਚੀਜ਼ ਦੀ। ਆਪਾਂ ਕਿਉਂ ਆਪਦੇ ਆਪ ਨੂੰ ਕੰਪਲੀਕੇਟ ਕਰਦੇ ਫਿਰਦੇ ਹਾਂ? ਠੀਕ ਹੈ। ਜਦੋਂ ਆਪਾਂ ਨੂੰ ਪੈਸਾ ਬਣਨਾ ਸ਼ੁਰੂ ਹੋ ਸਕਦਾ, ਮੈਂ ਅੱਜ ਤੱਕ ਉਹ 15 ਮਿੰਟ ਵਾਲੀ ਸਟ੍ਰੈਟਜੀ ਕਦੇ ਯੂਜ਼ ਨਹੀਂ ਕੀਤੀ, ਲੋੜ ਹੀ ਨਹੀਂ ਪਈ ਕਦੇ। ਆਪਾਂ ਪੈਸਾ ਬਣਾਉਣਾ ਨਾ, ਜਾਂ 5 ਮਿੰਟ ਦੀ ਮੈਂ ਸਟ੍ਰੈਟਜੀ ਯੂਜ਼ ਕਰਦਾ ਜਾਂ ਮੈਂ 30 ਮਿੰਟ ਦੀ। ਮੈਂ ਤੁਹਾਨੂੰ ਸਿਰਫ ਦੇਖੋ ਸਿਖਾਉਣ ਨੂੰ, ਮੈਂ ਤੁਹਾਨੂੰ ਕਹਿ ਰਿਹਾ ਜੀ, ਮੰਨ ਲਓ ਆਪਾਂ ਕੋਰਸ ਦੇ ਵਿੱਚ ਸਟਾਰਟਿੰਗ 'ਚ ਕਹਿ ਲਈਏ ਜੇ ਅਸੀਂ 20 ਸਟ੍ਰੈਟਜੀ ਸਿਖਾਉਂਦੇ ਹਾਂ, ਸਿਖਾਉਣ ਨੂੰ ਮੈਂ ਕਹਿੰਦਾ ਜੀ ਮੈਂ ਤੁਹਾਨੂੰ 100 ਸਟ੍ਰੈਟਜੀ ਸਿਖਾ ਦਿੰਦਾ, ਫਾਇਦਾ ਕੀ ਸਰ ਉਹਦਾ? ਮੈਨੂੰ 6 ਸਾਲ ਹੋ ਗਏ ਇਕੁਇਟੀ ਦੇ ਵਿੱਚ, ਮੈਂ 6 ਸਾਲਾਂ 'ਚ ਬਸ ਆ 2 ਸਟ੍ਰੈਟਜੀਜ਼ ਨਾਲ ਕੰਮ ਕਰ ਰਿਹਾ, ਬਹੁਤ ਵਧੀਆ ਚੀਜ਼ ਹੈ। ਕੋਈ ਬਾਹਲਾ ਝੰਡਟ 'ਚ ਪੈਣ ਦੀ ਲੋੜ ਨਹੀਂ, ਬਾਹਲੀਆਂ ਚੀਜ਼ਾਂ ਯਾਦ ਕਰਨ ਦੀ ਲੋੜ ਨਹੀਂ। ਹੁਣ ਦੇਖੋ 15 ਮਿੰਟ ਦੀ ਸਟ੍ਰੈਟਜੀ ਤੁਸੀਂ ਨਵਾਂ ਟੂਲ ਵਾਲਾ ਪੈ ਜਾਣਾ, ਇਸ ਤੋਂ ਬਾਅਦ ਆਪਾਂ ਕਹਿੰਦੇ ਜੀ ਘੰਟੇ ਵਾਲੀ ਸਟ੍ਰੈਟਜੀ, ਉਹਦੇ 'ਚ ਤੁਸੀਂ ਕੋਈ ਨਵਾਂ ਟੂਲ ਲਗਾ ਕੇ ਦੇਖੋਗੇ, ਕਿੰਨੇ ਕੁ ਟੂਲ ਯਾਦ ਰੱਖ ਲਓਗੇ ਤੁਸੀਂ? ਫਿਰ ਉਹੀ ਗੱਲ, ਚਾਰਟ ਤਾਂ ਉਹੀ ਹੈ, ਮਾਰਕੀਟ ਦਾ ਟਾਈਮ ਉਹੀ ਹੈ। ਤੁਸੀਂ ਪਹਿਲਾਂ 5 ਮਿੰਟ ਤੇ ਲਾਈ, ਫਿਰ ਤੁਸੀਂ ਅੱਧੇ 15 ਮਿੰਟ ਤੇ ਲਾਈ, ਫਿਰ ਤੁਸੀਂ ਕੈਂਡਲ ਨੂੰ ਅੱਧੇ ਘੰਟੇ ਤੇ ਲਾ ਕੇ ਸਾਰੇ ਟੂਲ ਚੇਂਜ ਕੀਤੇ, ਫਿਰ ਘੰਟਾ ਹੋ ਗਿਆ, ਤੁਸੀਂ ਘੰਟੇ ਦੀ ਕੈਂਡਲ ਲਾ ਕੇ ਸਾਰੇ ਟੂਲ ਫਿਰ ਚੇਂਜ ਕੀਤੇ। ਫਿਰ ਸਰ ਤੁਸੀਂ ਪੈਸਾ ਨਹੀਂ ਕਮਾਓਗੇ, ਟੂਲ ਚੇਂਜ ਕਰਨ 'ਚ ਰਹਿ ਜਾਓਗੇ ਤੁਸੀਂ। ਨਹੀਂ ਮੈਂ ਦੱਸਦਾ, ਮੈਂ ਰਾਤੀ ਕਿਸੇ ਦੋਸਤ ਨਾਲ ਬੈਠਾ ਸੀ, ਉਹਨੇ ਦੱਸਿਆ ਸੀਗਾ, ਤੇ ਮੈਂ ਕਿਹਾ ਨਹੀਂ ਸਾਨੂੰ ਨਹੀਂ ਉਹਦੇ 'ਚ ਕਰਵਾਈ ਹੈਗੀ। ਮੈਂ ਕਿਹਾ ਤੂੰ ਦੱਸ ਦੇ, ਕਹਿੰਦਾ ਨਹੀਂ ਆਪਣੇ ਗੁਰੂ ਜੀ ਤੋਂ ਹੀ ਪੁੱਛੋ, ਉਹੀ ਦੱਸਣਗੇ। ਦੋਸਤ ਦੀ ਗੱਲ ਸੁਣੋ ਸਰ, YouTube ਸਭ ਦਾ ਮਿੱਤਰ ਹੈ, ਅੱਜਕੱਲ YouTube ਹੈ, ਜਿੰਨੀਆਂ ਮਰਜ਼ੀ ਲਓ, ਪਰ ਗੱਲ ਹੁੰਦੀ ਹੈ ਅਥੈਂਟੀਕੇਸ਼ਨ ਦੀ ਕਿ ਕੀ ਉਹ ਤੁਹਾਨੂੰ ਪ੍ਰੋਫਿਟ ਕਮਾ ਦੇ ਕੇ ਜਾਊਗੀ। ਇਹ ਪਰਖੀਆਂ ਹੋਈਆਂ ਸਟ੍ਰੈਟਜੀਜ਼ ਨੇ, ਹਮੇਸ਼ਾ ਪ੍ਰੋਫਿਟ ਦੇ ਕੇ ਜਾਂਦੀਆਂ ਨੇ, ਆਪਾਂ ਦੇਖਦੇ ਹਾਂ। ਤਾਂ ਇਸ ਕਰਕੇ ਮੈਂ ਇਹ ਕਰਵਾਉਣਾ ਹੈ। ਮੈਂ ਤੁਹਾਨੂੰ ਕਹਿੰਦਾ ਵੀ ਆਪਣਾ ਕੰਮ ਉਹ ਨਹੀਂ ਗਾ ਵੀ ਹਾਂਜੀ ਅਸੀਂ ਤੁਹਾਨੂੰ ਕਹਿ ਲਈਏ ਜੀ ਅਸੀਂ 10 ਸਟ੍ਰੈਟਜੀਆਂ ਕਰਵਾਉਂਦੇ ਹਾਂ ਜੀ, ਅਸੀਂ 12 ਸਟ੍ਰੈਟਜੀਜ਼ ਕਰਵਾਉਂਦੇ ਹਾਂ। ਸਰ ਆਪਣਾ ਕੰਮ, ਆਪਾਂ ਜਦੋਂ ਪਹਿਲੇ ਦਿਨ ਆਪਾਂ ਗੱਲ ਕਰਦੇ ਹਾਂ ਕਹਿੰਦੇ ਜੀ ਕਿ ਤੁਹਾਨੂੰ ਪ੍ਰੋਫਿਟੇਬਲ ਕਰਵਾਵਾਂਗੇ ਅਸੀਂ। ਉਹ ਪ੍ਰੋਫਿਟ ਭਾਵੇਂ ਤੁਹਾਨੂੰ ਅਸੀਂ ਇੱਕ ਸਟ੍ਰੈਟਜੀ ਦੱਸ ਕੇ ਕਰਵਾ ਦਈਏ ਤੇ ਭਾਵੇਂ ਅਸੀਂ 100 ਕਰਕੇ ਦੱਸ ਦਈਏ। ਤੁਸੀਂ ਦੱਸੋ ਵੀ ਜਿੰਨਾ ਕੁਛ ਹੁਣ ਆਪਾਂ ਤੱਕ ਸਿੱਖੇ ਆ, ਕੀ ਤੁਹਾਡਾ ਪ੍ਰੋਫਿਟ ਨਹੀਂ ਹੋ ਰਿਹਾ? ਜੇ ਤਾਂ ਤੁਹਾਡਾ ਉਹਨਾਂ ਨਾਲ ਪ੍ਰੋਫਿਟ ਨਹੀਂ ਹੋ ਰਿਹਾ ਤਾਂ ਆਪਾਂ ਰਿਸਪੌਂਸਿਬਲ ਹੈ ਸਰ। ਤੁਸੀਂ ਮੈਨੂੰ ਦੁਬਾਰਾ ਜਿੱਥੋਂ ਮਰਜ਼ੀ ਜੋ ਮਰਜ਼ੀ ਪੁੱਛ ਲਓ। ਤੇ ਜੇ ਤੁਹਾਡਾ ਨਾਲ ਪ੍ਰੋਫਿਟ ਹੋ ਰਿਹਾ, ਤੁਹਾਨੂੰ ਨਵੀਂ ਚੀਜ਼ ਐਡ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਸਰ। ਕੱਪੜੇ ਥੋੜੀ ਹੈ ਕਿ ਆਪਾਂ ਫੈਸ਼ਨ ਕੱਢ ਕੇ ਜਾਣਾ। ਠੀਕ ਹੈ। ਨਹੀਂ ਸਰ, ਉਧਰ ਵਰਕ ਕਰ ਰਹੀਆਂ ਨੇ ਸਰ ਚੀਜ਼ਾਂ ਜੀ। ਥੋੜਾ ਆਪਾਂ ਮਤਲਬ ਆਪਣਾ ਮਾਈਂਡਸੈਟ ਕਲੀਅਰ ਰੱਖੀਏ, ਫੋਕਸ ਰੱਖੀਏ ਨਾ ਜੀ। ਹਾਂਜੀ। ਹੋਰ ਇੱਧਰ ਤਾਂ ਸਰ ਕਿਤੇ ਨਾ ਕਿਤੇ ਸਰ ਹੈਗਾ ਜੀ। ਬਾਕੀ ਸਰ ਗੱਲ ਇਹ ਹੈ ਨਾ ਕਿ ਜਿਹੜੀਆਂ ਸਟ੍ਰੈਟਜੀਜ਼ ਨੇ, ਤੁਸੀਂ ਇਹਨਾਂ ਨੂੰ ਚਾਹੇ ਕ੍ਰਿਪਟੋ ਦੇ ਲਗਾ ਲਓ, ਚਾਹੇ ਤੁਸੀਂ ਫੋਰੈਕਸ ਦੇ ਵਿੱਚ ਲਗਾ ਲਓ, ਚਾਹੇ ਤੁਸੀਂ ਕਮੋਡਿਟੀਜ਼ ਦੇ ਵਿੱਚ ਲਗਾ ਲਓ। ਹੁਣ ਜਿਹੜੀ 4x4 ਹੈ, ਤੁਹਾਨੂੰ ਮੈਂ ਕਹਿੰਦਾ ਕਿ ਆਪਸ਼ਨ ਦੇ ਵਿੱਚ ਕੰਮ ਕਰ ਰਹੀ ਹੈ, ਪਰ ਹਜੇ ਉਹ ਇਕੁਇਟੀ ਦੇ ਵਿੱਚ ਕੰਮ ਨਹੀਂ ਕਰ ਰਹੀ। ਜੇ ਮੈਂ ਕਹਾਂ ਜੀ ਫॉर एग्जांपल ਮੰਨ ਲਓ ਮੈਂ ਤੁਹਾਨੂੰ ਕਹਾਂ ਜੀ ਆਹ ਸਟ੍ਰੈਟਜੀ ਫੋਰੈਕਸ ਦੀ ਹੈ ਜੀ, ਆਹ ਵਾਲੀ ਇਕੁਇਟੀ ਦੀ ਹੈ ਜੀ, ਆਹ ਵਾਲੀ ਤੁਸੀਂ ਇੰਟਰਾਡੇ ਵਾਸਤੇ ਲਾਉਣੀ ਹੈ ਜੀ, ਆਹ ਵਾਲੀ ਤੁਸੀਂ ਇਹਦੇ ਲਈ ਲਾਉਣੀ ਹੈ ਜੀ, ਤੁਸੀਂ ਪਜ਼ਲ ਹੋ ਜਾਓਗੇ।
ਜਿਸ ਦਿਨ ਆਪਾਂ ਉਹ ਨੋਟ ਆਪਾਂ ਪਾਈ ਸੀ ਕਿ 4x4 ਸਟ੍ਰੈਟਜੀ ਰੈਡੀ ਹੈ ਜੀ, ਹਨਾ, ਰੈਡੀ ਟੂ ਯੂਜ਼ ਹੈ। ਬਟ ਗੱਲ ਇਹ ਵੀ ਥੋੜਾ ਜਿਹਾ ਟਾਈਮ ਹੋਰ ਦੇ ਦਿਓ, ਅਸੀਂ ਉਹਨੂੰ ਇਦਾਂ ਦੇ ਬਣਾ ਰਹੇ ਹਾਂ ਕਿ ਚਾਹੇ ਤੁਸੀਂ ਉਹਨੂੰ ਫੋਰੈਕਸ 'ਚ ਲਗਾ ਲਓ। ਹੁਣ ਜਿੰਨੀਆਂ ਵੀ ਮੈਂ ਤੁਹਾਨੂੰ ਸਟ੍ਰੈਟਜੀਜ਼ ਦੱਸੀਆਂ ਨੇ, ਚਾਹੇ ਉਹ ਸ਼ੈਂਡਲਰ ਹੈ, ਇਚੀਮੋਕੂ ਹੈ, EMA ਹੈ, MACD ਹੈ, ਤੁਸੀਂ ਜਿੱਥੇ ਮਰਜ਼ੀ ਅਪਲਾਈ ਕਰ ਦਿਓ ਸਰ, ਹਰ ਇੱਕ ਜਗ੍ਹਾ ਤੇ ਪ੍ਰੋਫਿਟ ਦੇ ਰਹੀਆਂ ਨੇ। ਉਸੇ ਤਰ੍ਹਾਂ ਆਪਾਂ ਉਹ ਵਾਲੀ ਸਟ੍ਰੈਟਜੀ ਡਿਵੈਲਪਿੰਗ ਸਟੇਜ ਦੇ ਵਿੱਚ ਹੈ, ਉਹਨੂੰ ਇੰਨਾ ਕੁ ਆਪਾਂ ਰਿਫਾਈਨ ਕਰ ਦੇਣਾ ਕਿ ਜਿੱਥੇ ਮਰਜ਼ੀ ਲਗਾ ਦਿਓ ਉਹਨੇ ਤੁਹਾਨੂੰ ਪ੍ਰੋਫਿਟ ਦੇ ਕੇ ਜਾਣਾ। ਸਰ ਜਿਹੜਾ ਨਿਊਜ਼ ਸਰ ਬਾਹਰ ਵੀ ਆਉਂਦੀ ਸਰ, ਜਿਹੜਾ ਚਾਈਨਾ ਦਾ ਟਾਈਫਾਨ ਦਾ ਚੱਕਰ ਹੈ ਸਰ, ਇਹ ਪਊਗਾ ਫਿਰ ਕੋਈ ਇਹਨਾਂ ਦੇ ਫੇਰ ਲਾ ਦੇਣਾ ਸਭ ਕੁਝ? ਡਿਪੈਂਡ ਕਰਦਾ ਸਰ। ਅੱਜ ਮੈਂ ਤਾਂ ਨਵੀਂ ਖਬਰ ਪੜ੍ਹੀ ਹੈ ਸਰ, ਇਹ ਨਹੀਂ ਪੈਂਦੀ ਸਰ। ਮੈਨੂੰ ਪਤਾ ਸੀਗਾ ਕਿ ਰਸ਼ੀਆ ਨੇ ਗਾਹ ਪਾਉਣਾ ਹੈ, ਪਰ ਚੈਨ ਨਹੀਂ ਪਾਉਂਦਾ ਸਰ। ਚਾਈਨਾ ਥੋੜਾ ਜਿਹਾ ਲੰਬਾ ਚੱਲੂਗਾ। ਕਿਵੇਂ ਸਰ, ਸਮਝ ਨਹੀਂ ਆਇਆ ਜੀ। ਮੈਂ ਸਰ ਜੀਓਪੋਲਿਟੀਕਲ ਦਾ ਸਟੂਡੈਂਟ ਰਹੀ, ਮੈਨੂੰ ਪਤਾ ਸੀ ਪਹਿਲਾਂ ਵੀ ਰਸ਼ੀਆ ਨੇ ਸਰ ਗਾਹ ਪਾਉਣਾ ਹੈ, ਕਿਉਂਕਿ ਰਸ਼ੀਆ ਦੀ ਸਰ ਪਿੱਛੇ ਹਿਸਟਰੀ ਉੱਤਰ ਦੀ ਹੈ। ਉਹ ਜੋ ਗੱਲ ਕਹਿੰਦਾ ਪੁਤਿਨ, ਉਹ ਸਰ ਉਹ ਤੇ ਖਰਾ ਉਤਰਦਾ। ਚਾਈਨਾ ਨਹੀਂ ਸਰ ਕਰਦਾ। ਚਾਈਨਾ ਹਾਲੇ ਘੱਟੋ ਘੱਟ ਵੀ 6 ਮਹੀਨੇ ਇੱਧਰ ਕੁਝ ਨਹੀਂ ਕਰਦਾ। ਸਰ ਦੇਖੋ, ਉਹ ਆਪਸ ਵਿੱਚ ਜੋ ਮਰਜ਼ੀ ਕਰੀ ਜਾਣ ਜੀ, ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਜਦੋਂ ਆਪਣੇ ਕੋਲ ਨਿਊਜ਼ ਆ ਗਈ, ਫੋਰ ਐਗਜ਼ਾਮਪਲ ਆਪਾਂ ਨਿਊਜ਼ ਦੀ ਰਿਐਕਸ਼ਨ ਦੇਖਣੀ ਹੈ। ਜੇ ਆਪਾਂ ਨੂੰ ਇੱਕ ਚੀਜ਼ ਹੋ ਜਾਣਾ, ਕਈ ਵਾਰੀ ਨਾ ਮੰਨ ਲਓ ਆਪਾਂ ਨੂੰ ਨਿਊਜ਼ ਸਮਝ ਨਹੀਂ ਆ ਰਹੀ, ਫੋਰ ਐਗਜ਼ਾਮਪਲ ਕੋਈ ਨਿਊਜ਼ ਆਈ ਹੈ, ਆਪਾਂ ਨੂੰ ਨਹੀਂ ਪਤਾ ਕਿ ਗੁੱਡ ਹੈ ਬੈਡ ਹੈ, ਤਾਂ ਤੁਸੀਂ ਅਗਰ ਟ੍ਰੇਡ ਬੰਦ ਕਰ ਦਿਓ। ਉੱਥੇ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਕਿ ਨਿਊਜ਼ ਆ ਗਈ ਮਾਰਕੀਟ 'ਚ ਨਾ, ਤੁਹਾਨੂੰ ਨਾਲ ਵੋਲੈਟਿਲਿਟੀ ਦਿਖਣੀ ਸ਼ੁਰੂ ਹੋ ਜੂਗੀ, ਅਪ ਲੋ ਅਪ ਡਾਊਨ ਚੱਲਣਾ ਸ਼ੁਰੂ ਹੋ ਜੂਗਾ। ਮੈਂ ਇਦਾਂ ਦੀ ਵੋਲੈਟਿਲਿਟੀ ਵੀ ਦੇਖੀ ਹੈ, ਜਿਵੇਂ ਨਿਫਟੀ 50 ਦੀ ਜੇ ਆਪਾਂ ਗੱਲ ਕਰਦੇ ਹਾਂ ਨਾ, ਨਿਫਟੀ 50 ਦੇਖਿਓ, ਨਿਫਟੀ 50 ਆਰਾਮ ਨਾਲ ਠੀਕ ਹੈ ਜੀ ਚੱਲ ਰਹੀ ਹੈ, ਕੋਈ ਗੱਲ ਨਹੀਂ ਸਰ, ਚੱਲ ਰਹੀ ਹੈ, ਬਿਲਕੁਲ ਸ਼ਾਂਤਮਈ ਚੱਲ ਰਹੀ ਹੈ। ਕਈ ਵਾਰੀ ਨਾ ਜਦੋਂ ਆਪਾਂ 1 ਮਿੰਟ ਦੇ ਉੱਪਰ ਨਿਫਟੀ ਲਗਾਉਂਦੇ ਹਾਂ, ਨਿਫਟੀ ਐਡੀ ਵੱਡੀ ਕੈਂਡਲ ਬਣਦੀ ਹੈ, ਠਾ ਥੱਲੇ ਠਾ ਉੱਪਰ। ਜਦੋਂ ਆਪਾਂ ਨੂੰ ਕਹਿੰਦੇ ਵੀ ਹਾਈ ਵੋਲੈਟਿਲਿਟੀ ਆ ਗਈ, ਇੱਕੋ ਦਮ ਉੱਪਰ ਇੱਕੋ ਦਮ ਨੀਚੇ, ਉਦੋਂ ਟ੍ਰੇਡ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਖਬਰ ਤਾਂ ਨਹੀਂ ਪਤਾ ਹੁੰਦਾ ਕਿੱਦਾਂ ਦੀ ਆ ਜਾਣੀ ਹੈ। ਤਾਂ ਆਪਾਂ ਉਹ ਟ੍ਰੇਡ ਹੀ ਬੰਦ ਕਰਕੇ ਪਾਸੇ ਹੋ ਜਾਂਦੇ ਵੀ ਰਹਿਣ ਦਿਓ, ਇਹ ਮਾਰਕੀਟ ਅਪ ਡਾਊਨ ਹੋ ਹੀ ਲੈਣ ਦਿਓ। ਹੁਣ ਅਸੀਂ ਨਿਫਟੀ ਦਾ ਮੈਂ ਦੇਖ ਰਿਹਾ ਸੀਗਾ, ਦੇਖੋ ਸਿਮੈਟ੍ਰਿਕ ਟ੍ਰਾਇੰਗਲ ਬਣ ਰਹੀ ਸੀ, ਠੀਕ ਹੈ, 1 ਆਵਰ ਦੀ ਕੈਂਡਲ ਤੇ ਆਪਾਂ ਦੇਖਿਆ ਸਿਮੈਟ੍ਰਿਕ ਟ੍ਰਾਇੰਗਲ ਬਣ ਰਹੀ ਹੈ, ਇਹਦਾ ਬ੍ਰੇਕਆਊਟ ਆਇਆ, ਹੁਣ ਮਾਰਕੀਟ ਆਪਣੀ ਅਪ ਜਾ ਰਹੀ ਹੈ। ਤੇ ਆਪਸ਼ਨਸ ਦੇ ਵਿੱਚ ਜੇ ਮਾਰਕੀਟ ਆਪਣੀ ਇੰਨੀ ਕਿ ਵੀ ਅਪ ਜਾਂਦੀ ਰਹੀ, ਆਪਾਂ ਨੂੰ ਘੱਟੋ ਘੱਟ 25-30 ਹਜ਼ਾਰ ਰੁਪਇਆ ਪ੍ਰੋਫਿਟ ਦੇ ਜਾਂਦੀ ਹੈ ਸਰ, ਇੰਨੀ ਮਾਰਕੀਟ ਨੂੰ ਆਪਸ਼ਨਸ ਦੇ ਵਿੱਚ। ਇੱਕ ਲੋਟ ਦਾ ਸਰ? ਹਾਂਜੀ ਮੈਂ ਕਿਹਾ ਇੱਕ ਲੋਟ ਦਾ? ਹਾਂਜੀ ਸਰ, ਇੱਕ ਲੋਟ ਦਾ। ਇੱਕ ਸਰ ਗੱਲ ਹੋਰ ਪੁੱਛਣੀ ਸੀ। ਹੈਲੋ, ਹਾਂਜੀ ਜੀ ਪੁੱਛੋ ਸਰ। BSE ਲਿਮਟਿਡ ਹੈ ਜਿਹੜਾ ਕੰਪਨੀ, ਉਹ ਮਤਲਬ ਕੀ ਚੀਜ਼ ਹੈ? ਬੰਬੇ ਨੈਸ਼ਨਲ ਸਟਾਕ ਦਾ ਉਹ ਸ਼ੇਅਰ ਹੈ? ਉਹ ਬੰਬੇ ਸਟਾਕ ਐਕਸਚੇਂਜ ਦਾ ਸ਼ੇਅਰ ਹੈ BSE। ਓਕੇ ਸਰ। ਆ ਰਿਹਾ BSE ਲਿਮਟਿਡ, ਇਹ ਬੰਬੇ ਸਟਾਕ ਐਕਸਚੇਂਜ ਦਾ, ਇਹ NSE ਤੇ ਲਿਸਟਡ ਹੈਗਾ ਤੇ ਬੰਬੇ ਸਟਾਕ ਐਕਸਚੇਂਜ ਦਾ ਸਟਾਕ ਹੈ। ਈਵਨ ਐਂਜਲ ਵਨ ਦਾ ਵੀ ਪਿਆ ਹੋਇਆ ਇੱਥੇ, ਆ ਦੇਖੋ, ਮੈਂ ਦੇਖ ਰਿਹਾ ਸੀ ਐਂਜਲ ਵਨ, ਆ ਰਿਹਾ ਜੀ, ਐਂਜਲ ਵਨ ਦਾ ਵੀ ਸਟਾਕ ਲਿਸਟਡ ਹੈ, ਤੁਸੀਂ ਇਹ 'ਚ ਵੀ ਟ੍ਰੇਡਿੰਗ ਕਰ ਸਕਦੇ ਹੋ। NSE ਨੇ ਹਜੇ ਆਪਣਾ ਲਾਂਚ ਕਰਨਾ ਸੀਗਾ, NSE ਦਾ ਹਜੇ ਹੈ ਨਹੀਂ ਸੀਗਾ, NSE ਨੇ ਲਾਂਚ ਕਰਨਾ ਸੀ, ਪਰ ਇਹ ਤੋਂ ਬਾਅਦ ਪਤਾ ਨਹੀਂ ਕੀ ਗੱਲ ਹੋਈ ਹੈ, ਹਜੇ ਤੱਕ ਲਾਂਚ ਨਹੀਂ ਹੋਇਆ। ਸਰ ਬੇਸਿਕਲੀ ਜਿੱਦਾਂ ਤੁਸੀਂ ਦੇਖ ਰਹੇ ਸਰ, ਇਹਦੇ ਆਪਾਂ ਵੀ ਖਾਂਦੇ ਪੀਂਦੇ ਜਦੋਂ ਬਸ ਚਾਰਟ ਨੂੰ ਉਦਾਂ ਦੇਖੀ ਜਾਵੇ ਬੰਦਾ, ਪੈਟਰਨਸ ਲੱਭੀ ਜਾਵੇ ਵੀ ਜਿਹੜਾ ਚਾਰਟ ਦੇਖ ਕੇ ਆਈਡੀਆ ਹੋ ਜਾਵੇ ਵੀ ਚਾਰਟ ਦੇ ਵਿੱਚ ਚੱਲਣ ਕੀ ਰਿਹਾ। ਬੇਸਿਕਲੀ ਮੋਸਟਲੀ ਵੀ ਚਾਰਟ ਦੀ ਇੰਨਾ ਕਿ ਤੁਹਾਨੂੰ ਹੋਵੇ ਆਈਡੀਆ। ਸਰ ਸਟਾਰਟਿੰਗ ਦੇ ਵਿੱਚ ਤੁਸੀਂ ਜਿੰਨਾ ਟਾਈਮ ਆਪਦਾ ਚਾਰਟ ਤੇ ਬਿਤਾ ਸਕਦੇ ਹੋ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਬੰਦਾ ਖਾਂਦਾ ਪੀਂਦਾ ਵੀ ਚਾਰਟ ਵੱਲ ਧਿਆਨ ਰੱਖੇ, ਹਨਾ। ਜਿੰਨਾ ਟਾਈਮ ਤੁਸੀਂ ਚਾਰਟ ਦੇ ਉੱਪਰ ਬਿਤਾ ਸਕਦੇ ਹੋ ਉਨਾ ਹੀ ਬਿਤਾਓ। ਜੇ ਤੁਹਾਡੇ ਮੰਨ ਲਓ ਤੁਸੀਂ ਸ਼ਾਮ ਨੂੰ ਬੈਠੇ ਹੋ, ਤੁਸੀਂ ਫ੍ਰੀ ਬੈਠੇ ਹੋ ਸ਼ਾਮ ਨੂੰ, ਠੀਕ ਹੈ, ਇੰਡੀਅਨ ਮਾਰਕੀਟਸ ਨਹੀਂ ਚੱਲਦੀਆਂ, ਪਰ ਆਪਾਂ ਕੋਈ ਫੋਰੈਕਸ ਲਗਾ ਕੇ ਦੇਖ ਲਓ ਜਾਂ ਕੋਈ ਹੋਰ ਦੇਖ ਲਓ, ਚਾਰਟ ਤਾਂ ਚੱਲ ਰਿਹਾ ਹੋਏਗਾ ਨਾ ਉੱਥੇ, ਤਾਂ ਤੁਹਾਨੂੰ ਚਾਰਟ ਦੀ ਵਰਕਿੰਗ ਸਮਝ ਆ ਜਾਊਗੀ। ਤੁਹਾਨੂੰ ਤੁਸੀਂ ਉਸੇ ਗੱਲ ਵੀ ਤੁਸੀਂ ਦੇਖ ਰਹੇ ਹੋ ਕੈਂਡਲਸ ਫਾਰਮੇਟ ਹੋ ਰਹੀਆਂ ਨੇ, ਤੁਹਾਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ। ਤੁਸੀਂ ਦੇਖੋ ਵੀ ਅੱਛਾ ਹੈਮਰ ਕੈਂਡਲ ਬਣ ਗਈ, ਅੱਛਾ ਇਨਵਰਟਡ ਹੈਮਰ ਬਣ ਗਈ, ਹੁਣ ਦੇਖੋ ਵੀ ਮਾਰਕੀਟ ਅਪ ਜਾ ਰਹੀ ਹੈ, ਮਾਰਕੀਟ ਡਾਊਨ ਜਾ ਰਹੀ ਹੈ ਕਿ ਨਹੀਂ ਜਾ ਰਹੀ, ਜੋ ਸਾਨੂੰ ਸਿਖਾਇਆ ਸੀ ਉਹ ਕੰਮ ਆ ਰਿਹਾ। ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਸਰ 9 ਵਜੇ ਤੋਂ ਲੈ ਕੇ 3:30 ਵਜੇ ਤੱਕ ਨਹੀਂ ਟਾਈਮ ਹੁੰਦਾ, ਠੀਕ ਹੈ, ਜਾਂ ਆਪਾਂ ਉਸ 'ਚ ਆਪਾਂ ਪ੍ਰੋਫਿਟ ਕੱਢਣਾ ਹੁੰਦਾ ਬੇਸਿਕਲੀ, ਤਾਂ ਆਪਾਂ ਇੰਨਾ ਧਿਆਨ ਇਸ ਗੱਲ ਵੱਲ ਨਹੀਂ ਦਿੰਦੇ ਕਿ ਫਾਰਮੇਸ਼ਨ ਕਿੱਦਾਂ ਦੀ ਹੈ, ਆਪਾਂ ਧਿਆਨ ਦਿੰਦੇ ਹਾਂ ਕਿ ਸਾਡੀਆਂ ਸਟ੍ਰੈਟਜੀਜ਼ ਵਰਕਆਊਟ ਕਰ ਰਹੀਆਂ ਜਾਂ ਨਹੀਂ ਕਰ ਰਹੀਆਂ ਨੇ, ਹਨਾ। ਹੁਣ ਜਦੋਂ ਵੀ ਆਪਾਂ ਮੰਨ ਲਓ 5 ਮਿੰਟ ਦੀ ਕੈਂਡਲ ਦੀ ਸਟ੍ਰੈਟਜੀ ਕੀਤੀ ਹੈ ਜਾਂ ਆਪਾਂ 30 ਮਿੰਟ ਦੀ ਕੈਂਡਲ ਸਟ੍ਰੈਟਜੀ ਕੀਤੀ ਹੈ, ਤਾਂ ਆਪਾਂ ਇਹ ਧਿਆਨ ਨਹੀਂ ਦਿੰਦੇ ਕਿ ਉੱਥੇ ਕਿ ਹੈਮਰ ਕੈਂਡਲ ਬਣੀ ਕਿ ਨਹੀਂ ਬਣੀ ਹੈ, ਆਪਾਂ ਉੱਥੇ ਬੁਲਿਸ਼ ਬਣੀ ਹੈ ਬੀਰਿਸ਼ ਬਣੀ, ਆਪਾਂ ਨਾਰਮਲੀ ਆਪਣੀ ਸਟ੍ਰੈਟਜੀ ਦੇ ਅਕੋਰਡਿੰਗ ਚੱਲਦੇ ਹਾਂ, ਥੋੜਾ ਜਿਹਾ ਕੈਂਡਲ ਨੂੰ ਆਪਾਂ ਇਗਨੋਰ ਕਰ ਦਿੰਦੇ ਹਾਂ।
ਪਰ ਜਦੋਂ ਤੁਸੀਂ ਫ੍ਰੀ ਬੈਠੇ ਹੋ ਉਦੋਂ ਤੁਸੀਂ ਦੇਖੋ ਹੁਣ ਜਿਵੇਂ ਮੰਨ ਲਓ ਚਾਰਟ ਹੀ ਚੱਲ ਰਿਹਾ, ਹੁਣ ਆਪਾਂ ਬਲਰਾਮਪੁਰ ਚੀਨੀ ਦੇਖਿਆ ਸੀ, ਮੈਂ ਤੁਹਾਨੂੰ ਮੈਂ ਕਹਿਣ ਵੀ ਲੱਗਿਆ ਸੀ ਵੀ ਆਪਣੇ ਗੱਲਾਂ ਕਰਦੇ ਕਰਦੇ ਦੇਖੋ ਕੀ ਹੋਇਆ। ਬਲਰਾਮਪੁਰ ਚੀਨੀ ਸਰ ਆਪ ਤੱਕ ਗਿਆ ਸੀ, ਆਪਾਂ ਮੰਨ ਲਓ 5 ਮਿੰਟ ਦੀ ਕੈਂਡਲ ਜਾਂ ਅੱਧੇ ਘੰਟੇ ਦੀ ਕੈਂਡਲ ਦੇਖੀ, ਹੁਣ ਡਾਊਨ ਹੋਣਾ ਸ਼ੁਰੂ ਹੋ ਗਿਆ। ਡਾਊਨ ਹੋਣਾ ਸ਼ੁਰੂ ਕਿਉਂ ਹੋਇਆ? ਇੱਥੇ ਦੇਖੋ ਆ ਜਿਹੜੀਆਂ ਦੋ ਕੈਂਡਲਸ ਬਣੀਆਂ ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ? ਇੰਡਿਸਿਸਿਵ। ਠੀਕ ਹੈ, ਇੱਥੇ ਮਾਰਕੀਟ ਡਿਸਾਈਡ ਨਹੀਂ ਸੀ ਕਰ ਪਾ ਰਹੀ, ਆਪਾਂ ਦੇਖਿਆ ਕਿ ਉਹਦੀਆਂ ਦੋ ਕੈਂਡਲਸ ਨਾ ਇੰਡਿਸਿਸਿਵ ਜੀਆਂ ਬਣੀਆਂ ਤੇ ਪਤਾ ਨਹੀਂ ਲੱਗ ਰਿਹਾ ਮਾਰਕੀਟ ਨੇ ਅਪ ਜਾਣਾ ਕਿ ਡਾਊਨ ਜਾਣਾ। ਪਰ ਜਿਹੜੀ ਉਹ ਨੈਕਸਟ ਕੈਂਡਲ ਹੈ ਉਹਨੇ ਕੀ ਇੰਡੀਕੇਸ਼ਨ ਦਿੱਤੀ ਕਿ ਮਾਰਕੀਟ ਡਾਊਨ ਸ਼ੁਰੂ ਹੋ ਗਈ। ਆਪਣੇ ਡਾਊਟ ਲੈਂਦੇ ਲੈਂਦੇ ਇਹ ਚੀਜ਼ ਹੋ ਗਈ ਨਾ, ਮਾਰਕੀਟ ਵਧੀਆ ਚੱਲ ਰਹੀ ਸੀ, ਅਪ ਜਾ ਰਹੀ ਸੀ। ਆਪਾਂ ਇੱਥੇ ਵੀ ਦੇਖਿਆ, ਹੁਣ ਦੇਖੋ ਇੱਕ ਚੀਜ਼ ਚਲੋ ਹੋਰ ਦੱਸ ਦਿੰਦਾ, ਕੋਈ ਪੈਟਰਨ ਨਹੀਂ, ਕੋਈ ਸਟ੍ਰੈਟਜੀ ਨਹੀਂ। ਜਦੋਂ ਆ ਇਦਾਂ ਦੀਆਂ ਕੈਂਡਲਸ, ਇਹਨਾਂ ਨੂੰ ਆਪਾਂ ਸਪਿਨਿੰਗ ਕੈਂਡਲਸ ਕਹਿੰਦੇ ਆ, ਠੀਕ ਹੈ, ਅੱਜ ਨਿੱਕੀਆਂ ਨਿੱਕੀਆਂ ਕੈਂਡਲਸ ਬਣਨੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਵੀ ਕਿਤੇ ਵੀ ਸਪਿਨਿੰਗ ਕੈਂਡਲਸ ਬਣ ਜਾਂਦੀਆਂ ਨੇ, ਇਹਨਾਂ ਨੂੰ ਤੁਸੀਂ ਕੀ ਕਰੋ, ਇਦਾਂ ਬੰਦ ਕਰ ਲਓ। ਠੀਕ ਹੈ, ਸਪਿਨਿੰਗ ਕੈਂਡਲਸ ਨੂੰ, ਨਿੱਕੀਆਂ ਨਿੱਕੀਆਂ ਕੈਂਡਲਸ ਬਣੀਆਂ, ਆਪਾਂ ਉਹਨਾਂ ਨੂੰ ਬੰਦ ਕਰ ਲਿਆ। ਇਸ ਤੋਂ ਬਾਅਦ ਸਰ ਵੇਟ ਕਰੋ ਕਿ ਕਿਹੜੀ ਸਾਈਡ ਨੂੰ ਬ੍ਰੇਕਆਊਟ ਮਿਲਦਾ, ਤੇ ਜਿਹੜੀ ਵੀ ਸਾਈਡ ਨੂੰ ਬ੍ਰੇਕਆਊਟ ਮਿਲਦਾ ਤੁਸੀਂ ਉਧਰੋਂ ਆਪਣਾ ਟਾਰਗੇਟ ਹਿੱਟ ਲੈ ਸਕਦੇ ਹੋ। ਹੁਣ ਦੇਖੋ ਆਪਾਂ ਇੱਥੇ ਮਾਰਕੀਟ ਕਿੰਨਾ, ਆਪਾਂ ਮੰਨ ਲਓ ਅੱਧੇ ਘੰਟੇ ਦੀ ਗੱਲ ਕੈਂਡਲ ਲਗਾਈ ਹੋਈ ਹੈ, 1 2 3 5 ਕੈਂਡਲਸ ਸਰ 2.5 ਘੰਟੇ ਮਾਰਕੀਟ ਕੀ ਹੋਈ, ਇੰਡਿਸਿਸਿਵ ਰਹੀ ਮਾਰਕੀਟ, ਉੱਥੇ ਉੱਥੇ ਜਿਹੀ ਘੁੰਮਦੀ ਰਹੀ। ਪਰ 2.5 ਘੰਟੇ ਬਾਅਦ ਜਦੋਂ ਬ੍ਰੇਕਆਊਟ ਆਇਆ ਤਾਂ ਦੇਖੋ ਕਿੰਨਾ ਸੋਹਣਾ ਬ੍ਰੇਕਆਊਟ ਆਇਆ। ਠੀਕ ਹੈ, ਫਿਰ ਆਪਾਂ ਦੇਖਿਆ ਕਿ ਮਾਰਕੀਟ ਇੱਥੇ ਜਾ ਕੇ ਫਿਰ ਦੁਬਾਰਾ ਇੰਨੀ ਹਾਈਟ ਤੇ ਜਾ ਕੇ ਮਾਰਕੀਟ ਇਨਡਿਸਾਈਡ ਹੋ ਗਈ, ਦੋ ਕੈਂਡਲਸ ਫਿਰ ਛੋਟੀਆਂ ਛੋਟੀਆਂ ਬਣੀਆਂ। ਇਸ ਤੋਂ ਬਾਅਦ ਮਾਰਕੀਟ ਨੇ ਡਾਊਨ ਦਾ ਟ੍ਰੈਂਡ ਫੜਿਆ, ਆਪਾਂ ਇੱਥੋਂ ਵੀ ਇੰਨਾ ਟਾਰਗੇਟ ਆਪਦਾ ਫੁੱਲ ਲੈ ਸਕਦੇ ਸੀਗੇ ਸ਼ਾਰਟ ਕਰਕੇ। ਪਰ ਦੁਬਾਰਾ ਹੁਣ ਇਹਨਾਂ ਨੂੰ ਆਪਾਂ ਟਵੀਜ਼ਰ ਬਾਟਮ ਕਹਿੰਦੇ ਆ, ਜਦੋਂ ਇਦਾਂ ਦੀਆਂ ਸੇਮ ਇੱਥੇ ਇਹਦੀ ਕਲੋਜ਼ਿੰਗ ਹੈ ਨਾਲ ਦੀ ਨਾਲ ਓਪਨ ਹੋ ਗਈ, ਥੋੜੀ ਥੋੜੀ ਵਿਕ ਹੈ ਤੇ ਇੱਥੋਂ ਵੀ ਮਾਰਕੀਟ ਅਪ ਜਾ ਰਹੀ ਹੈ। ਦੇਖੋ ਹੁਣ ਇੱਥੇ ਤੁਸੀਂ ਇਹਨਾਂ ਨੂੰ ਦੁਬਾਰਾ ਵੀ ਕੈਂਡਲ ਨੂੰ ਬੰਦ ਕਰ ਸਕਦੇ ਹੋ ਕਿ ਆਪਣੀਆਂ ਜਿਹੜੀ ਇੰਡਿਸਿਸਿਵ ਥੋੜੀਆਂ ਜਿਹੀਆਂ ਕੈਂਡਲਸ ਬਣ ਰਹੀਆਂ ਨੇ। ਦੇਖੋ ਜਦੋਂ ਇਹਨੇ ਆਹ ਚੀਜ਼ ਤੋੜਤੀ, ਚਾਹੇ ਨੀਚੇ ਨੂੰ ਤੋੜ ਦੇ ਚਾਹੇ ਉੱਪਰ ਨੂੰ ਤੋੜ ਦੇ, ਤਾਂ ਤੁਹਾਨੂੰ ਇੱਕ ਬ੍ਰੇਕਆਊਟ ਮਿਲ ਜੂਗਾ, ਤੁਸੀਂ ਦੁਬਾਰਾ ਟ੍ਰੇਡ ਲੈ ਸਕਦੇ ਹੋ। ਕਲੀਅਰ? ਇਹਨਾਂ ਨੂੰ ਆਪਾਂ ਸਪਿਨਿੰਗ ਕੈਂਡਲਸ ਕਹਿੰਦੇ ਆ। ਸਪਿਨਿੰਗ ਕੈਂਡਲਸ ਦੇ ਵਿੱਚ ਵੀ ਟ੍ਰੇਡ ਲਿਆ ਜਾ ਸਕਦਾ ਹੁੰਦਾ, 3 4 5 ਕੈਂਡਲਸ ਇਦਾਂ ਦੀਆਂ ਬਣਦੀਆਂ ਨੇ, ਤੁਸੀਂ ਉੱਥੇ ਵੀ ਟ੍ਰੇਡ ਲੈ ਸਕਦੇ ਹੋ। ਸਰ ਆਪਾਂ ਜਿੱਦਾਂ ਚਾਰਟ ਪੈਟਰਨ ਦੀ ਗੱਲ ਕੀਤੀ ਸੀ ਸਰ, ਆਪਾਂ ਬੇਸਿਕਲੀ ਆਪਾਂ ਸਟਾਰਟ ਡੇ ਤੋਂ ਕਰਨਾ ਹੈ, ਤੇ ਫਿਰ ਆਪਾਂ ਜੇ ਆਪਾਂ ਦੇਖਣੇ ਹੋਣ ਤੇ ਆਪਾਂ ਟਾਈਮ ਫਰੇਮ ਘਟਾ ਕੇ ਦੇਖ ਸਕਦੇ ਹਾਂ, ਜਿੱਦਾਂ ਮਤਲਬ 4 ਆਵਰ 2 ਆਵਰਸ ਜੇ ਦੇਖਦੇ ਹਾਂ। ਆਪਾਂ ਨੂੰ ਜਿਹੜੀ ਐਕੂਰੇਸੀ ਮਿਲਦੀ ਹੈ ਜੀ, ਉਹ ਆਪਾਂ ਨੂੰ ਮਿਲਦੀ ਹੈ 1 ਡੇ ਤੇ ਫੁੱਲੀ ਐਕੂਰੇਸੀ ਮਿਲਦੀ ਹੈ। 1 ਮਿੰਟ ਸਰ ਮੈਨੂੰ ਫੋਨ ਆਇਆ ਜੀ। ਹਾਂਜੀ ਸਰ, ਹੋਰ ਦੱਸੋ ਕਿਸੇ ਦਾ ਕੋਈ ਡਾਊਟ ਹੈ ਜੀ? ਫਿਰ ਐਕਚੁਅਲੀ ਮੈਂ ਆਪਾਂ ਨਾ ਅੱਜ ਸਾਰਾ ਡਾਊਟ ਕਲਾਸ ਪੂਰੀ ਆਪਣੀ ਹੋ ਗਈ ਹੈ, ਆਪਾਂ ਕੱਲ ਨੂੰ ਰਿਸਕ ਮੈਨੇਜਮੈਂਟ ਤੇ ਪੂਰਾ ਕਰਾਂਗੇ। ਅੱਜ ਹੁਣ ਜੇ ਕੋਈ ਡਾਊਟ ਹੈ ਕਿਸੇ ਦਾ ਹੋਰ ਤਾਂ ਪੁੱਛ ਲਓ, ਜਾਂ ਫਿਰ ਡਾਊਟਸ ਕਲੀਅਰ ਕਰ ਲਓ। ਕੱਲ ਆਪਾਂ ਡਾਊਟ ਨਹੀਂ ਲਵਾਂਗੇ, ਕੱਲ ਆਪਾਂ ਸਟਾਰਟ ਫਿਰ ਰਿਸਕ ਮੈਨੇਜਮੈਂਟ ਤੋਂ ਕਰਾਂਗੇ, ਤਾਂ ਆਪਾਂ ਉਹਨੂੰ ਚੈਪਟਰ ਨੂੰ ਖਤਮ ਕਰਾਂਗੇ ਸਾਰੇ। ਸਰ ਮੈਂ ਉਹ ਪੁੱਛਣਾ ਸੀ ਸਰ, ਜਿਹੜੇ ਕੰਪਨੀ ਨਵੀਂ ਆਉਂਦੀ ਹੈ ਸਰ ਆਈਪੀਓ 'ਚ, ਹਾਂਜੀ ਸਰ ਆਈਪੀਓ ਆਉਣ ਤੋਂ ਪਹਿਲਾਂ ਸਰ ਆਪਾਂ ਬੈਲੈਂਸ ਸ਼ੀਟਾਂ ਦੇਖ ਸਕਦੇ ਹੋ ਜੀ? ਸਰ ਬਿਲਕੁਲ ਦੇਖ ਸਕਦੇ ਹਾਂ ਜੀ, ਤੁਹਾਨੂੰ ਮੈਂ ਸਰ ਉਹ ਦੱਸਿਆ ਸ਼ੋ ਨਹੀਂ ਹੋ ਰਹੀ ਸਰ, ਜਿਵੇਂ ਸਰ ਮੈਂ ਆਈਪੀਓ ਦੇ ਰਿਹਾ ਸੀ ਬਜਾਜ ਐਨਰਜੀ ਦਾ ਅਪਕਮਿੰਗ 'ਚ ਆ, ਸਰ ਮੈਂ ਬਜਾਜ ਐਨਰਜੀ ਭਰਦਾ ਸੀ ਤਾਂ ਮਨੀ ਕੰਟਰੋਲ ਸ਼ੋ ਨਹੀਂ ਹੋ ਰਹੀ ਸਰ, ਦੇਖਿਓ ਮਾੜਾ ਜਿਹਾ। ਸਰ ਮਨੀ ਕੰਟਰੋਲ ਤੇ ਨਹੀਂ ਜੀ, ਜਿਹੜੀਆਂ ਨਵੀਆਂ ਆਈਪੀਓ ਲਿਸਟ ਹੁੰਦੀਆਂ ਚਿਤੌੜਗੜ੍ਹ ਤੇ ਹੁੰਦੀਆਂ, ਦੇਖੋ ਗੂਗਲ ਤੇ ਜਾਓ ਜੀ, ਗੂਗਲ ਚਿਤੌੜਗੜ੍ਹ ਆਈਪੀਓ ਆ ਗਈ ਸਰ, ਠੀਕ ਹੈ ਜੀ। ਇਹ ਸਾਈਟ ਆਪਣੀ ਚਿਤੌੜਗੜ੍ਹ ਆ, ਇਹਦੇ ਤੋਂ ਉੱਪਰ ਤੁਸੀਂ ਜਿੰਨੀਆਂ ਵੀ ਆਈਪੀਓ ਜਿਹੜੀਆਂ ਨਵੀਆਂ ਲਿਸਟਿੰਗ ਹੁੰਦੀਆਂ ਨਾ, ਉਹਨਾਂ ਤੇ ਦੇਖੋ ਸਾਰਾ ਕੁਝ ਇੱਥੇ ਪਿਆ, ਆਈਪੀਓ ਰਿਵਿਊ, ਅਦਾਨੀ ਬਿੱਲ ਮਾਰਦਾ, ਠੀਕ ਹੈ ਜੀ। ਇਹਦੇ 'ਚ ਤੁਸੀਂ ਸਾਰਾ ਕੁਝ ਪੜ੍ਹ ਸਕਦੇ ਹੋ ਉਹਦੇ ਬਾਰੇ, ਇਹਦੀਆਂ ਲਿਸਟਾਂ ਵੀ ਖੋਲ ਸਕਦੇ ਹੋ ਤੁਸੀਂ, ਇਹਦੇ 'ਚ ਸਭ ਕੁਝ ਪਿਆ ਹੁੰਦਾ। ਫਾਈਨੈਂਸ਼ੀਅਲ ਪਰਫਾਰਮੈਂਸ ਦੇਖੋ ਇੱਥੇ ਪਈ ਹੈ, ਤੁਹਾਨੂੰ ਪ੍ਰੋਪਰ ਉਵੇਂ ਬੈਲੈਂਸ ਸ਼ੀਟ ਨਹੀਂ ਦਿਖਦੀ,
ਪਰ ਤੁਹਾਨੂੰ ਉਹ ਵੀ ਕਿਵੇਂ ਦਿਖਦੀ ਹੈ ਉਹ ਵੀ ਮੈਂ ਦੱਸਦਾ ਅੱਗੇ ਜਾ ਕੇ। ਤੁਸੀਂ ਤਾਂ ਸਾਰਾ ਕੁਝ ਫੁੱਲ ਫਲੈਜ ਪੜ੍ਹ ਸਕਦੇ ਹੋ ਕੰਪਨੀ ਦਾ। ਆਈਪੀਓ ਹਮੇਸ਼ਾ ਜਦੋਂ ਵੀ ਤੁਸੀਂ ਦੇਖਣਾ ਨਾ ਤਾਂ ਚਿਤੌੜਗੜ੍ਹ ਦੀ ਸਾਈਡ ਤੇ ਜਾ ਕੇ ਦੇਖਿਆ ਕਰੋ, ਉਹ ਉਹਨੂੰ ਮਨੀ ਕੰਟਰੋਲ ਤੇ ਨਾ ਦੇਖੋ। ਜਦੋਂ ਇੱਕ ਵਾਰੀ ਕੰਪਨੀ ਲਿਸਟ ਹੋਗੀ ਫਿਰ ਉਹਨੂੰ ਮਨੀ ਕੰਟਰੋਲ ਤੇ ਦੇਖ ਲਓ। ਆਈਪੀਓ ਦੇਖਣਾ ਤਾਂ ਚਿਤੌੜਗੜ੍ਹ ਦੀ ਸਾਈਡ ਤੇ ਦੇਖ ਲਓ। ਸਰ ਲਿਸਟ ਹੋਣ ਤੋਂ ਬਾਅਦ ਨਾਲ ਹੀ ਆ ਜਾਂਦੀ ਆ? ਹਾਂਜੀ ਆ ਜਾਂਦੀ ਹੈ ਸਰ ਪੇਟੀਐਮ ਦੀ ਦੇਖੋ ਸਰ ਸ਼ੋ ਨਹੀਂ ਹੋ ਰਹੀ। ਈਵਨ ਲਿਸਟ ਹੋਣ ਤੋਂ ਪਹਿਲਾਂ ਹੀ ਆ ਜਾਂਦੀ ਹੈ। ਆ ਦੇਖੋ ਸਰ ਆ ਪਈਆਂ ਜੀ ਫਾਈਨੈਂਸ਼ੀਅਲ ਟਰਮਸ ਦੀਆਂ ਟੋਟਲ ਐਸੈਟਸ ਪਏ ਆਪਣੇ ਕੋਲੇ। ਦੇਖੋ 31 ਮਾਰਚ 2020 21 22 ਸਭ ਪਿਆ ਆਪਣੇ ਕੋਲੇ। ਸਰ ਪੇਟੀਐਮ ਦੇਖੋ ਇੱਕ ਵਾਰ। ਅੱਛਾ ਇੱਕ ਗੱਲ ਭਾਜੀ ਹੋਰ ਦੱਸੋ, ਆਈਪੀਓ ਲੈਣ ਦਾ ਫਾਇਦਾ ਹੁੰਦਾ ਕਿ ਬਾਅਦ ਚੋਂ ਸ਼ੇਅਰ ਲੈਣ ਦਾ ਫਾਇਦਾ ਹੁੰਦਾ? ਸਰ ਡਿਪੈਂਡ ਕਰਦਾ ਜੀ ਕਿ ਜਿਹੜਾ ਆਈਪੀਓ ਹੈ ਉਹ ਤੁਸੀਂ ਕਿਸ ਸੋਚ ਨਾਲ ਲੈ ਕੇ ਚੱਲ ਰਹੇ ਹੋ, ਕੰਪਨੀ ਨੂੰ ਤੁਸੀਂ ਕਿੱਦਾਂ ਪਰਫਾਰਮ ਕਰਦੇ ਹੋਏ ਦੇਖਿਆ। ਤੁਹਾਨੂੰ ਲੱਗਦਾ ਕਿ ਇਹ ਕੰਪਨੀ, ਦੇਖੋ ਗੱਲ ਇਹ ਹੈ ਵੀ ਤੁਹਾਨੂੰ ਲੱਗਦਾ ਕਿ ਕੰਪਨੀ ਆਉਣ ਵਾਲੇ 4 ਸਾਲਾਂ ਦੇ ਉੱਪਰ ਜਾਊਗੀ ਜਾਂ ਕੰਪਨੀ ਓਵਰ ਬਿਜ਼ਨਸ ਨੂੰ ਦੇਖ ਹਾਂਜੀ ਮੈਂ ਕਿਹਾ ਬਿਜ਼ਨਸ ਨੂੰ ਦੇਖ ਕੇ ਲੈਣਾ ਚਾਹੀਦਾ ਆਪਾਂ ਸਟਾਰਟ ਕੀਤੀ ਸੀ। ਇੱਕ ਚੀਜ਼ ਦੇਖੋ, ਤੁਸੀਂ ਇੱਕ ਚੀਜ਼ ਦੇਖਣਾ ਵੀ ਜਿਹੜੀ ਕੰਪਨੀ ਉਹ ਓਵਰ ਵੈਲਿਊ ਹੋ ਚੁੱਕੀ ਹੈ ਕਿ ਅੰਡਰ ਵੈਲਿਊ ਹੋ ਚੁੱਕੀ ਹੈ। ਜੇ ਕੰਪਨੀ ਆਲਰੇਡੀ ਓਵਰ ਵੈਲਿਊ ਚੱਲ ਰਹੀ ਹੈ ਤਾਂ ਆਪਾਂ ਥੋੜਾ ਜਿਹਾ ਉਹਨੂੰ ਇਗਨੋਰ ਕਰ ਦਿੰਦੇ ਹਾਂ, ਉਹਦਾ ਆਈਪੀਓ ਚ ਆਪਾਂ ਨਹੀਂ। ਜਿਵੇਂ ਪੇਟੀਐਮ ਸੀ, ਪੇਟੀਐਮ ਦਾ ਕੀ ਹੋਇਆ, ਕੰਪਨੀ ਓਵਰ ਵੈਲਿਊ ਸੀ, ਲੋਕਾਂ ਨੂੰ ਲੱਗਿਆ ਬਹੁਤ ਜਾਊਗੀ, ਉਹ ਪਹਿਲਾਂ ਹੀ ਉਹਦਾ ਓਵਰ ਵੈਲਿਊ ਇੰਨਾ ਰੇਟ ਚੱਲ ਚੁੱਕਾ ਸੀਗਾ, ਉਹਨੇ ਕਿੱਥੇ ਜਾਣਾ ਸੀ। ਠੀਕ ਹੈ। ਆਈਆਰਡੀਸੀ ਜਦੋਂ ਵੀ ਤੁਸੀਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ ਆਪਾਂ ਕੰਪਨੀ ਦੇ ਬਿਜ਼ਨਸ 'ਚ ਇਨਵੈਸਟ ਕਰ ਰਹੇ ਹਾਂ, ਆਪਾਂ ਉਹਦੇ ਸਟਾਕ ਦੇ ਵਿੱਚ ਇਨਵੈਸਟ ਨਹੀਂ ਕਰ ਰਹੇ। ਤਾਂ ਬਿਜ਼ਨਸ ਦੇਖੋ, ਜਦੋਂ ਤੁਸੀਂ ਉਹਦਾ ਬਿਜ਼ਨਸ ਦੇਖਦੇ ਹੋ ਤਾਂ ਫਿਰ ਤੁਸੀਂ ਉਹਨੂੰ ਆਰਾਮ ਨਾਲ ਜੱਜ ਕਰ ਲੈਂਦੇ ਹੋ ਕਿ ਇਹਦਾ ਬਿਜ਼ਨਸ ਕਿੱਦਾਂ ਦਾ, ਇਹ ਅਪ ਜਾਣ ਵਾਲਾ ਹੈ ਜਾਂ ਲੋ ਜਾਣ ਵਾਲਾ ਹੈ। ਹੁਣ ਆਈਆਰਸੀਟੀਸੀ ਦੇਖੋ, ਜਦੋਂ ਇਹਦਾ ਆਇਆ ਤਾਂ ਸ਼ੇਅਰ ਕਿੰਨਾ ਦਾ ਸੀ, 150 ਰੁਪਏ ਦਾ ਸ਼ੇਅਰ ਸੀ। ਅੱਜ ਦੇਖੋ ਕਿੱਥੇ ਹੈ ਤੇ ਕਿੰਨਾ ਨੇ ਹਾਈ 1300 ਤੱਕ ਦਾ ਹਾਈ ਵੀ ਗਿਆ ਹੋਇਆ। ਠੀਕ ਹੈ। ਤਾਂ ਕੰਪਨੀ ਅੰਡਰ ਵੈਲਿਊ ਸੀ, ਹਜੇ ਉਹਦੀ ਇੰਨੀ ਵੈਲਿਊ ਨਹੀਂ ਸੀ ਪਈ, ਉਹ ਲਿਸਟ ਹੋਈ ਕੰਪਨੀ, ਉਹਦੀ ਵੈਲਿਊ ਆਈ, ਉਹ ਵੈਲਿਊ ਵੱਧਦੀ ਗਈ, 1300 ਰੁਪਏ ਤੱਕ ਉਹਦਾ ਸ਼ੇਅਰ ਆਇਆ। ਜੇ ਕੋਈ ਕੰਪਨੀ ਪਹਿਲਾਂ ਹੀ ਓਵਰ ਵੈਲਿਊ ਹੋ ਚੁੱਕੀ ਹੈ, ਉਹਦੇ 'ਚ ਸ਼ਮਤਾ ਹੀ ਨਹੀਂ, ਹੁਣ ਦੁਬਾਰਾ ਹੈ ਤੁਸੀਂ ਉਹਨੂੰ ਫੁੱਲ ਹਵਾ ਨਾਲ ਭਰਤਾ, ਓਵਰ ਵੈਲਿਊ ਕਰਤਾ, ਕਿ ਉਹਦੇ 'ਚ ਹੋਰ ਸ਼ਮਤਾ ਹੈ ਕਿ ਹੋਰ ਹਵਾ ਪੈ ਜੂਗੀ? ਨਹੀਂ, ਉਹਨੇ ਕੀ ਹਵਾ ਨਿਕਲਣੀ ਹੈ ਉਹਦੇ 'ਚੋਂ। ਤੇ ਉਹ ਚੀਜ਼ ਇੱਕ ਅੰਡਰ ਵੈਲਿਊ ਹੈ, ਤੁਸੀਂ ਉਹਨੂੰ ਛੋਟਾ ਅੰਡਰ, ਲੋਕਾਂ ਨੂੰ ਅੰਡਰ ਵੈਲਿਊ ਲੈ ਕੇ, ਗੁਬਾਰੇ ਦੀ ਕੈਪੈਸਿਟੀ ਜ਼ਿਆਦਾ ਸੀ ਪਰ ਉਹਨਾਂ ਨੂੰ ਲੱਗਿਆ ਵੀ ਇੰਨੀ ਹਵਾ ਬਹੁਤ ਹੈ। ਪਰ ਜਦੋਂ ਬੰਦਿਆਂ ਦੇ ਸਹੀ ਹੱਥਾਂ 'ਚ ਆਈ ਹੈ, ਜਦੋਂ ਉਹ ਲਿਸਟ ਹੋਈ ਤਾਂ ਲੋਕਾਂ ਨੇ ਦੇਖਿਆ ਵੀ ਹਜੇ ਇਹਦੇ 'ਚ ਬਹੁਤ ਵੈਲਿਊ ਪਈ ਹੈ, ਆਪਾਂ ਇਹਨੂੰ ਹੋਰ ਉੱਪਰ ਲੈ ਕੇ ਜਾ ਸਕਦੇ ਹਾਂ। ਕੰਪਨੀਆਂ ਉੱਪਰ ਜਾਂਦੀਆਂ ਨੇ। ਇੱਕ ਪਾਸੇ ਪੇਟੀਐਮ ਹੈ, ਇੱਕ ਪਾਸੇ ਆਈਆਰਸੀਟੀਸੀ ਹੈ। ਪੇਟੀਐਮ ਓਵਰ ਵੈਲਿਊ ਸੀ, ਆਈਆਰਸੀਟੀਸੀ ਜਿਹੜੀ ਸੀਗੀ ਉਹ ਆਪਣੀ ਅੰਡਰ ਵੈਲਿਊ ਸੀ। ਤੇ ਦੋਵਾਂ ਦਾ ਦੇਖੋ ਆਈਪੀਓ ਕਿੰਨਾ ਫਰਕ ਰਿਹਾ ਉਹਨਾਂ 'ਚ। ਸਰ ਇੱਕ ਇਹ ਓਵਰ ਵੈਲਿਊ ਅੰਡਰ ਵੈਲਿਊ ਕਿੱਦਾਂ ਪਤਾ ਲੱਗਦਾ ਜੀ ਆਪਾਂ ਨੂੰ? ਹਾਂ ਮੈਂ ਵੀ ਇਹ ਪੁੱਛਣ ਲੱਗਿਆ ਸੀ, ਇਹ ਕਿਵੇਂ ਜੱਜ ਕਰਦੇ ਆਪਾਂ? ਸਰ ਪੀਈ ਰੇਸ਼ੋ ਚੈੱਕ ਕਰੋ ਜੀ। ਪੀਈ ਰੇਸ਼ੋ ਆਪਾਂ ਕੀਤੀ ਸੀਗੀ ਕਿ ਸੈਕਟਰ ਦੀ ਪੀਈ ਰੇਸ਼ੋ ਇੰਨੀ ਹੈ ਤੇ ਕਿਸੇ ਕੰਪਨੀ ਦੀ ਪੀਈ ਰੇਸ਼ੋ ਮੰਨ ਲਓ ਸੈਕਟਰ ਤੋਂ ਵੀ ਵੱਧ ਚੱਲ ਰਹੀ ਹੈ, ਇਹਦਾ ਮਤਲਬ ਓਵਰ ਵੈਲਿਊ ਹੋ ਚੁੱਕੀ ਹੈ। ਤੇ ਜੇ ਕਿਤੇ ਉਹਦੀ ਪੀਈ ਰੇਸ਼ੋ ਸੈਕਟਰ ਦੀ ਪੀਈ ਰੇਸ਼ੋ ਨਾਲੋਂ ਘੱਟ ਹੈ ਤੇ ਇਹਦਾ ਮਤਲਬ ਹਜੇ ਉਹ ਅੰਡਰ ਵੈਲਿਊ ਹੈ, ਉਹਦੀ ਰੇਸ਼ੋ ਨਹੀਂ ਬਣਨੀ ਹੈ। ਓਕੇ। ਇਹ ਦੇਖਿਆ ਸੀ ਵੀ ਜੇ ਪੀਈ ਰੇਸ਼ੋ ਸੈਕਟਰ ਨਾਲੋਂ ਘੱਟ ਹੈ ਤਾਂ ਇਹਨਾਂ ਨਾ ਹੋਵੇ ਕਿ ਉਹਦਾ ਨੈਟ ਪ੍ਰੋਫਿਟ ਵੀ ਘੱਟ ਹੈ, ਵੀ ਪ੍ਰੋਫਿਟ ਵੱਧਦਾ ਹੋਣਾ ਚਾਹੀਦਾ ਉਹਦਾ। ਠੀਕ ਹੈ। ਜਦੋਂ ਆਪਾਂ ਦੇਖਿਆ ਸੀ ਰਿਪੋਰਟਡ ਨੈਟ ਪ੍ਰੋਫਿਟ, ਉਹ ਉਹਦਾ ਵੱਧਦਾ ਹੋਣਾ ਚਾਹੀਦਾ ਹੈ। ਈਪੀਐਸ ਅਰਨਿੰਗ ਪਰ ਸ਼ੇਅਰ ਉਹਦੀ ਵੱਧਦੀ ਹੋਣੀ ਚਾਹੀਦੀ ਹੈ। ਫਿਰ ਜੇ ਉਹਦੀ ਪੀ ਘੱਟ ਹੈ ਤਾਂ ਕੋਈ ਗੱਲ ਨਹੀਂ, ਉਹ ਅੰਡਰ ਵੈਲਿਊ ਹੈ, ਉਹ ਆਪਾਂ ਵਧੀਆ ਨਹੀਂ ਮੰਨ ਸਕਦੇ ਹਾਂ। ਹੁਣ ਇੱਥੇ ਦੇਖੋ LIC ਦਾ ਆਈਪੀਓ ਹੋਣਾ ਹੈ। ਠੀਕ ਹੈ। ਆਈਪੀਓ ਸਟੇਟਸ ਕੀ ਹੈ ਜੀ, ਅਪਕਮਿੰਗ ਹੈ, ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਠੀਕ ਹੈ। ਫਿਰ ਕਿੱਥੋਂ ਪਤਾ ਚੱਲਦਾ ਇਹ ਸੈਕਟਰ ਦੀ ਪੀਈ ਰੇਸ਼ੋ? ਯਾਦ ਨਹੀਂ ਰਿਹਾ ਮੇਰੇ। ਦੀ ਪੀ ਰੇਸ਼ੋ ਤਾਂ ਚਾਹੇ ਗੂਗਲ ਤੋਂ ਸਰਚ ਕਰ ਲਓ, ਚਾਹੇ ਐਨਐਸਸੀ ਦੀ ਸਾਈਟ ਤੋਂ ਜਾ ਕੇ ਦੇਖ ਲਓ, ਮਨੀ ਕੰਟਰੋਲ ਤੋਂ ਜਾ ਕੇ ਦੇਖ ਲਓ। ਠੀਕ ਹੈ। ਹੁਣ ਇਹਦਾ ਦੇਖੋ ਆ ਗ੍ਰੇ ਮਾਰਕੀਟ ਪ੍ਰਾਈਸ ਇੰਨਾ ਚੱਲ ਰਿਹਾ, ਇਹਦਾ ਜਿਹੜਾ ਪ੍ਰੀਮੀਅਮ ਚੱਲ ਰਿਹਾ ਹੈਗਾ -32 ਰੁਪਏ ਡਿਸਕਾਊਂਟ। ਜਦੋਂ ਤੁਸੀਂ ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰੋਗੇ ਨਾ ਹੌਲੀ ਹੌਲੀ, ਹੁਣ ਦੇਖੋ ਜਿਹੜਾ ਲਾਸਟ ਅਪਡੇਟ ਕਦੋਂ ਹੋਇਆ ਜੀ, 23 ਫਰਵਰੀ ਦਾ ਲਾਸਟ ਅਪਡੇਟ ਹੋਇਆ ਹੋਇਆ ਕਿ ਉਸ ਟਾਈਮ। ਠੀਕ ਹੈ। ਇਸ ਤੋਂ ਬਾਅਦ ਹੌਲੀ ਨਵੀਆਂ ਚੀਜ਼ਾਂ ਵਿੱਚ ਐਡ ਹੁੰਦੀਆਂ ਰਹਿਣਗੀਆਂ, ਤੁਸੀਂ ਇਹਨਾਂ ਦੀ ਲਿਸਟ ਪੜ੍ਹ ਸਕਦੇ ਹੋ, ਇੱਥੋਂ ਚਿਤੌੜਗੜ੍ਹ ਦੀ ਸਾਈਟ ਤੋਂ ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਠੀਕ ਹੈ। ਨਹੀਂ ਤਾਂ ਕਿਸੇ ਹੋਰ ਸਾਈਟ ਤੋਂ ਦੇਖ ਲਓ ਜਿਹੜਾ ਤੁਹਾਨੂੰ ਹੋਰ ਜ਼ਿਆਦਾ ਬੈਟਰ ਦੇ ਪਾਉਂਦਾ, ਪਰ ਅਸਲ 'ਚ ਚਿਤੌੜਗੜ੍ਹ ਸਾਈਟ ਕਾਫੀ ਦੇ ਦਿੰਦੀ ਹੈ। ਬਾਕੀ ਅਲੱਗ-ਅਲੱਗ ਸਾਈਟਸ ਹੋਰ ਵੀ ਹੈਗੀਆਂ ਨੇ। ਤੇ ਸਰ ਇੱਕ ਨਾ ਜੀ ਛੋਟੀ ਜੀ ਇੱਕ ਰੇਸ਼ੋ ਨਾਲ ਰਿਲੇਟਡ ਸਰ ਇੱਕ ਸੀਗੀ ਡਾਊਟ ਜੀ। ਤੇ ਸਰ ਇੱਕ ਜਦੋਂ ਆਪਾਂ EPS ਕੱਢਦੇ ਹਾਂ ਜੀ, ਹੈ ਨਾ ਜੀ, ਹਾਂਜੀ, ਅਰਨਿੰਗ ਪਰ ਸ਼ੇਅਰ, ਹੈ ਨਾ ਜੀ, ਹਾਂਜੀ।
ਸਰ ਇਹਦਾ ਆਪਾਂ ਨੇ ਇੱਕ ਫਾਰਮੂਲਾ ਲਿਖਿਆ ਹੋਇਆ ਹੈਗਾ ਜੀ, ਨੈਟ ਪ੍ਰੋਫਿਟ ਓਵਰ ਨੰਬਰ ਆਫ ਸ਼ੇਅਰਸ। ਹਾਂਜੀ ਸਰ ਨੰਬਰ ਆਫ ਜਿਹੜਾ ਨੈਟ ਪ੍ਰੋਫਿਟ ਹੋ ਗਿਆ ਜੀ, ਹੈ ਨਾ ਜੀ, ਤੇ ਨੰਬਰ ਆਫ ਸ਼ੇਅਰਸ ਦੀ ਵੈਲਿਊ ਤਾਂ ਸਰ ਜ਼ਿਆਦਾ ਹੁੰਦੀ ਹੈ ਜੀ ਐਜ਼ ਕੰਪੇਅਰ ਟੂ ਨੈਟ ਪ੍ਰੋਫਿਟ, ਤੇ ਸਰ ਇਨ ਪੁਆਇੰਟ 'ਚ ਆਊਗਾ ਜੀ ਫਿਰ ਇਹਦਾ ਜੀ EPS। ਸਰ ਜਿਹੜੇ ਨੰਬਰ ਆਫ ਸ਼ੇਅਰ ਹੈ ਜੀ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਦਿੱਤੀ ਹੁੰਦੀ ਹੈ, ਤੇ ਜਿਹੜਾ ਨੈਟ ਪ੍ਰੋਫਿਟ ਹੈ ਉਹਦੀ ਗਿਣਤੀ ਕਰੋੜਾਂ ਦੇ ਵਿੱਚ ਹੁੰਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਤੁਸੀਂ ਇਹਨੂੰ ਕਰਨਾ ਹੈਗਾ ਨਾ, ਇਹਨੂੰ ਫਾਰਮੂਲੇ 'ਚ ਲੈ ਕੇ ਚੱਲਣਾ, ਤੇ ਜਿਹੜੇ ਤੁਹਾਡੇ ਲੱਖਾਂ ਦੇ ਵਿੱਚ ਆ ਉਹਨੂੰ 2 ਪੁਆਇੰਟ ਅੱਗੇ ਕਰ ਲਓ, ਉਹਨੂੰ ਕਰੋੜਾਂ 'ਚ ਬਣਾ ਲਓ। ਓਕੇ ਠੀਕ ਹੈ ਸਰ ਇੱਕ ਹੋਰ ਜੀ ਸਰ, ਜਿਹੜੇ ਦੱਸਿਓ ਸਰ, ਜਿਹੜੇ ਆਊਟਸਟੈਂਡਿੰਗ ਸ਼ੇਅਰਸ ਹੁੰਦੇ ਉਹ ਕਿਹੜੇ, ਤੇ ਜਿਹੜੇ ਫਲੋਟ ਸ਼ੇਅਰਿੰਗਸ ਹੁੰਦੇ ਉਹ ਸਰ ਕਿਹੜੇ, ਦੋਨਾਂ 'ਚ ਕੀ ਡਿਫਰੈਂਸ ਇਹਨਾਂ ਦਾ? ਦੱਸਦਾ, 1 ਮਿੰਟ ਬਣਾ, 1 ਮਿੰਟ ਆ ਦੇਖ ਲਓ ਜਿਹੜਾ ਆਪਣਾ ਪ੍ਰੀਵੀਅਸ ਡਾਊਟ ਸੀ ਨਾ। ਦੇਖੋ ਸਰ ਇੱਥੇ ਲਿਖਿਆ ਹੋਇਆ ਜੀ ਸ਼ੇਅਰਸ ਇਨ ਇਸ਼ੂ, ਲੈਕਸ ਦੇ ਵਿੱਚ ਲਿਖਿਆ ਹੋਇਆ। ਓਕੇ ਜੀ, ਓਕੇ, ਹਾਂਜੀ ਸਰ, ਹਾਂਜੀ ਬਿਲਕੁਲ। ਹਾਂ, ਤੇ ਇਹਨੂੰ ਆਪਾਂ ਕੀ ਕਰਨਾ, ਜਿਹੜਾ ਆ ਪੁਆਇੰਟ ਹੈਗਾ ਇਹਨੂੰ ਇੱਥੋਂ ਚੱਕ ਕੇ 50.81 ਕਰ ਲਓ ਤੇ ਕਰੋੜ ਦੇ ਵਿੱਚ ਬਣ ਜੂਗਾ। ਓਕੇ ਸਰ, ਓਕੇ। ਤੇ ਸਰ ਜਿੱਦਾਂ ਆਪਣੀ ਡੈਬਿਟ ਟੂ ਇਕੁਇਟੀ ਰੇਸ਼ੋ ਸੀਗੀ, ਡੈਬਿਟ ਪੌਨ ਇਕੁਇਟੀ ਹੈ ਜੀ, ਡੈਟ, ਹਾਂਜੀ ਡੈਟ ਮਤਲਬ ਠੀਕ ਹੈ ਜੀ ਸਰ। ਇਕੁਇਟੀ ਮਤਲਬ ਜਿਹੜਾ ਨੰਬਰ ਆਫ ਜਿਹੜੇ ਸ਼ੇਅਰ ਮਤਲਬ ਜਿੰਨੀ ਅਮਾਊਂਟ ਮਤਲਬ ਜਨਰੇਟ ਹੁੰਦੀ ਹੈ ਜੀ ਪਰ ਈਅਰ, ਹੈ ਨਾ? ਨੈਟਵਰਕ ਸਰ, ਨੈਟਵਰਕ ਬੇਸਿਕਲੀ ਇਕੁਇਟੀ ਦਾ ਮਤਲਬ ਹੁੰਦਾ ਨੈਟਵਰਕ। ਜਦੋਂ ਆਪਾਂ ਡੈਟ ਟੂ ਇਕੁਇਟੀ ਦੇਖਦੇ ਹਾਂ ਨਾ, ਆਪਾਂ ਕੀ ਕਰਦੇ ਹਾਂ, ਜਿੰਨੀ ਵੀ ਕੰਪਨੀ ਦਾ ਨੈਟਵਰਕ ਹੈ ਆਪਾਂ ਨੈਟਵਰਕ ਨੂੰ ਡਿਵਾਈਡ ਕਰਦੇ ਹਾਂ। ਓਕੇ, ਇਹ ਸਰ ਇਹ ਚੀਜ਼ ਆਪਾਂ ਨੂੰ ਬੈਲੈਂਸ ਸ਼ੀਟ 'ਚੋਂ ਨਜ਼ਰ ਆਉਂਦੀ ਹੈ ਜੀ, ਹੈ ਨਾ ਜੀ? ਸਰ ਬਿਲਕੁਲ ਜੀ, ਬੈਲੈਂਸ ਸ਼ੀਟ 'ਚ ਆਪਾਂ ਜੋ ਤੁਸੀਂ ਬੈਲੈਂਸ ਸ਼ੀਟ ਠੀਕ ਹੈ, ਠੀਕ ਵੈਲਿਊ ਹੈਗੀ ਹੈ, ਹਰ ਇੱਕ ਵੈਲਿਊ ਹੈ। ਹਾਂਜੀ ਸਰ, ਹੁਣ ਆਪਾਂ ਗੱਲ ਕਰਦੇ ਹਾਂ ਜੀ ਫਲੋਟ ਸ਼ੇਅਰਸ ਦੀ। ਸਰ ਜਿਹੜੇ ਫਲੋਟ ਸ਼ੇਅਰਸ ਹੈ ਇਹਦਾ ਮਤਲਬ ਹੈ ਕਿ ਜਿਵੇਂ ਬੇਸਿਕਲੀ ਉਹੀ ਵੀ ਸ਼ੇਅਰ ਇਜ਼ ਐਨ ਇਸ਼ੂ, ਜਿਹੜੇ ਕੰਪਨੀ ਕੋਲੇ ਪਏ ਨਹੀਂ ਹੋਏ, ਜਿਹੜੇ ਬਾਈ ਸੈਲ ਹੋ ਰਹੇ ਆ, ਜਿਹੜੇ ਮਾਰਕੀਟ ਦੇ ਵਿੱਚ ਚੱਲ ਰਹੇ ਆ, ਫਲੋਟ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਫਲੋਟਿੰਗ ਹੋ ਰਹੀ ਹੈ ਜੀ ਉਹਨਾਂ ਦੀ, ਕਿ ਮਾਰਕੀਟ 'ਚ ਕੋਈ ਬੰਦਾ ਉਹਨੂੰ ਬਾਈ ਕਰ ਰਿਹਾ, ਕੋਈ ਸੈਲ ਕਰ ਰਿਹਾ, ਵੀ ਕਿ ਕੰਪਨੀ ਦੇ ਸਟਾਕ ਦੇ ਵਿੱਚ ਨਹੀਂ, ਬੇਸਿਕਲੀ ਫਲੋਟ ਸ਼ੇਅਰਸ ਕਹਿ ਲਓ ਜਾਂ ਸ਼ੇਅਰ ਇਨ ਇਸ਼ੂ ਕਹਿ ਲਓ, ਇਹ ਸੇਮ ਚੀਜ਼ ਹੈ। ਮੰਨ ਲਓ ਸਰ ਜਿੱਦਾਂ ਆਪਾਂ ਦੇਖਦੇ ਹਾਂ ਜਿਹੜੇ ਕਾਮਨ ਸ਼ੇਅਰਸ ਆਊਟਸਟੈਂਡਿੰਗ ਹੈ ਸਰ, ਉਹ ਜੇ ਆਪਾਂ ਕਹਿ ਦਈਏ ਵੀ ਭਾਰਤੀ ਏਅਰਟੈਲ ਦਾ ਦੇਖਣਾ ਸਰ, ਉਹ 5.80 ਬਿਲੀਅਨ ਹੈ ਸਰ। ਫਲੋਟ ਸ਼ੇਅਰਸ ਜਿਹੜੇ ਆਊਟਸਟੈਂਡਿੰਗ ਆ ਉਹ ਹੈਗੇ 2.51 ਬਿਲੀਅਨ। ਸਾਰੇ ਮਤਲਬ ਕਿ ਜਿਹੜੇ ਉਹਨਾਂ ਨੇ ਇਸ਼ੂ ਕੀਤੇ ਸੀ ਉਹ 5 ਕੀਤੇ ਸੀ, ਪਰ ਜਿਹੜੇ ਚੱਲਦੇ ਪਏ ਉਹ ਇਸ ਟਾਈਮ 2.51 ਹੀ ਹੈ। ਹਾਂਜੀ ਬਾਕੀ ਸਰ ਜਿਹੜੇ ਉਹ ਸ਼ੇਅਰਸ ਹੋਣਗੇ 2.5, ਉਹ ਮੰਨ ਲਓ ਵੀ ਇਨਵੈਸਟਰਸ ਦੇ ਕੋਲ ਹੈ, ਉਹ ਪਏ ਹੀ ਆ, ਉਹ ਸਰਕੂਲੇਟ ਨਹੀਂ ਕਰਨ ਦੇ। ਇੱਕ ਸਰ ਫਲੋਟ ਸ਼ੇਅਰਸ ਹੈ, ਦੂਸਰੇ ਤੁਸੀਂ ਕਿਹੜੀ ਕਹਿ ਰਹੇ ਹੋ? ਸ਼ੇਅਰ ਨਹੀਂ ਸਰ ਦੋ, ਇੱਕ ਹੈਗਾ ਟੋਟਲ ਕਾਮਨ ਸ਼ੇਅਰਸ ਆਊਟਸਟੈਂਡਿੰਗ, ਟੋਟਲ ਕਾਮਨ ਸ਼ੇਅਰ ਆਊਟਸਟੈਂਡਿੰਗ, ਇਹੀ ਹੈ। ਸੈਕਿੰਡ ਸਰ ਹੈਗਾ ਫਲੋਟ ਸ਼ੇਅਰਸ ਆਊਟਸਟੈਂਡਿੰਗ। ਹਾਂਜੀ ਤੇ ਸਰ ਟੋਟਲ ਵਾਲੇ ਜਿਹੜੇ ਉਹ 5.80 ਬਿਲੀਅਨ ਆ, ਤੇ ਜਿਹੜੇ ਫਲੋਟ ਸ਼ੇਅਰਸ ਆਊਟਸਟੈਂਡਿੰਗ ਆ 2.51 ਆ। ਸਰ ਜਿਹੜੇ ਆਪਾਂ ਟੋਟਲ ਇਸ਼ੂ ਕਰਦੇ ਇਹ ਦੋਵੇਂ ਉਹੀ ਹੁੰਦੀਆਂ ਜੀ ਫਿਗਰਸ। ਤੁਸੀਂ ਮੈਨੂੰ ਦਿਖਾਓ ਕਿੱਥੇ ਦੇਖ ਰਹੇ ਹੋ ਤੁਸੀਂ? ਇੱਕ ਮੇਰਾ ਕੁਐਸਚਨ ਲਓਗੇ ਸਰ, ਮੈਂ ਫਿਰ ਜਾਣਾ ਸੀਗਾ ਸਰ। ਮੈਂ ਲੜ ਸਰ ਭਾਈ ਦਾ ਲੜ। ਇੱਕ ਮਿੰਟ ਸਰ, ਪਹਿਲਾਂ ਤੁਸੀਂ ਇੱਕ ਕੁਐਸਚਨ ਪੁੱਟ ਕਰ ਲਓ, ਫਿਰ ਆਪਾਂ ਸਰ ਤੁਹਾਡੀ ਕੀ ਕਰਦੇ ਹਾਂ ਬਾਅਦ ਚ ਗੱਲ। ਹਾਂਜੀ ਸਰ। ਹਾਂਜੀ ਸਰ, ਜਿੱਦਾਂ ਆਪਾਂ ਪੋਰਟਫੋਲੀਓ ਦੇ ਵਿੱਚ ਜਾਂਦੇ ਸੀਗੇ ਜੀ, ਉੱਥੇ ਸਰ ਦੱਸੋਗੇ ਤੇ ਵਿੱਚ ਮੰਨ ਲਓ ਜਿੱਦਾਂ ਮਤਲਬ ਪ੍ਰਮੋਟਰ ਕੋ ਕਿੰਨੇ ਸ਼ੇਅਰ ਪਏ ਨੇ, ਹੈ ਨਾ ਜੀ, ਤੇ ਬਾਕੀ ਕਿੰਨੇ ਨੇ ਸਰ, ਉਹ ਮੰਨ ਲਓ ਤੁਸੀਂ ਦੱਸਿਓ ਸਰ ਕਿੱਥੇ ਹੈ ਜੀ ਸਰ। ਆਪਾਂ ਮਨੀ ਕੰਟਰੋਲ, ਇਹ ਦੇਖੋ ਸਰ, ਆਪਾਂ ਮਨੀ ਕੰਟਰੋਲ ਚ ਗਏ ਜੀ, ਹੈ ਨਾ, ਆਪਾਂ ਉਹਦੇ ਹਾਂਜੀ ਦੇਖਿਆ, ਆਪਾਂ ਆ ਦੇਖਿਆ ਸ਼ੇਅਰ ਹੋਲਡਰ ਪੈਟਰਨ, ਤੇ ਠੀਕ ਹੈ, ਇਹਦੇ ਨਜ਼ਰ ਆ ਰਿਹਾ ਜੀ ਪ੍ਰਮੋਟਰਸ ਕੋਲੇ ਕਿੰਨੇ ਸ਼ੇਅਰ ਹੈ, ਇਹਦੇ 70.19 ਹੈ ਜੀ, ਜਾਂ 70.13। ਫਿਰ ਆਪਾਂ ਦੇਖਿਆ FII ਯਾਨੀ ਕਿ ਜਿਹੜੇ ਫੋਰਨ ਦੇ ਇੰਸਟੀਟਿਊਟਸ ਉਹਨਾਂ ਨੇ ਕਿੰਨਾ ਇਨਵੈਸਟ ਕੀਤਾ ਹੋਇਆ ਜੀ, DII ਜਿਹੜਾ ਡੋਮੈਸਟਿਕ ਇੰਸਟੀਟਿਊਸ਼ਨਸ ਆ ਉਹਨਾਂ ਨੇ ਕਿੰਨਾ, ਆਪਾਂ ਨੂੰ ਇੱਥੋਂ ਸਾਰਾ ਟ੍ਰੈਂਡ ਪਤਾ ਲੱਗ ਜਾਂਦਾ ਪਬਲਿਕ ਕੋਲੇ ਦੇ ਕਿੰਨੇ ਸ਼ੇਅਰਸ ਹੈਗੇ ਨੇ। ਠੀਕ ਹੈ ਸਰ, ਥੈਂਕ ਯੂ ਸਰ। ਇੱਕ ਇਹਦੇ ਉੱਪਰ ਹੀ ਓਵਰਵਿਊ ਵੀ ਮਾੜਾ ਦਿਖਾਏ ਵੀ ਉਹਦੇ ਚ ਆਪਾਂ ਕੀ ਕੀ ਕੁਝ ਦੇਖਣਾ ਹੁੰਦਾ ਹੈ ਓਵਰਵਿਊ ਦੇ ਵਿੱਚ? ਸਰ ਓਵਰਵਿਊ ਦੇ ਵਿੱਚ ਲਓ ਜੀ, ਠੀਕ ਹੈ, ਆਪਾਂ ਓਵਰਵਿਊ ਦੇ ਵਿੱਚ ਬੇਸਿਕਲੀ ਕੁਝ ਨਹੀਂ ਦੇਖਦੇ, ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਬੈਲੈਂਸ ਸ਼ੀਟ ਪੜ੍ਹਿਆ ਸੀ, ਕੈਸ਼ ਫਲੋ ਪੜ੍ਹਿਆ ਸੀ, ਇਹ ਆਪਾਂ ਉਧਰੋਂ ਬੈਲੈਂਸ ਸ਼ੀਟ ਚੋਂ ਦੇਖ ਲੈਂਦੇ ਆ।
ਸਰ ਆਪਾਂ ਕੰਸੋਲੀਡੇਟਡ ਨਹੀਂ ਦੇਖਦੇ ਨੇ ਕਿ ਸਟੈਂਡ ਅਲੋਨ? ਹਾਂਜੀ, ਆਪਾਂ ਕੰਸੋਲੀਡੇਟ ਕਰਦੇ ਹਾਂ, ਆਪਾਂ ਸਟੈਂਡ ਅਲੋਨ ਨਹੀਂ ਦੇਖਣਾ ਹੁੰਦਾ ਕਦੇ ਵੀ, ਆਪਾਂ ਕੰਸੋਲੀਡੇਸ਼ਨ ਦੇਖਣੀ ਹੁੰਦੀ ਹੈ, ਕਿਉਂਕਿ ਆਪਾਂ ਸਾਰੀ ਕੰਪਨੀ ਦਾ ਬੇਸਿਕਲੀ ਮੈਂ ਦੋਵਾਂ 'ਚ ਫਰਕ ਦੱਸਦਾ। ਕੰਸੋਲੀਡੇਟਡ ਦਾ ਮਤਲਬ ਕੀ ਹੈ ਕਿ ਕੰਪਨੀ ਬਾਕੀ ਸਾਰੀਆਂ ਜਿੱਥੋਂ ਵੀ ਜਿਹੜੀਆਂ ਕੋਈ ਬ੍ਰਾਂਚਿਸ ਨੇ ਜਾਂ ਵੀ ਕੋਈ ਸਿਸਟਰ ਕੰਪਨੀਜ਼ ਨੇ, ਆਪਾਂ ਕਹਿੰਦੇ ਆ ਹਨਾ ਵੀ ਉਹਨੇ ਕਾਰਨ ਨਿੱਕਾ ਜਿਹਾ ਕੰਮ ਆਦਾ ਨਾਲ ਕੋਈ ਹੋਰ ਖੋਲ੍ਹਿਆ ਗਿਆ, ਵੀ ਸਾਰਿਆਂ ਨੂੰ ਮਿਲਾ ਕੇ ਕਿੰਨਾ ਪ੍ਰੋਫਿਟ ਆ ਰਿਹਾ। ਸਟੈਂਡ ਅਲੋਨ ਦਾ ਮਤਲਬ ਹੁੰਦਾ ਕਿ ਇਕੱਲੀ ਇਸ ਕੰਪਨੀ ਦਾ ਪ੍ਰੋਫਿਟ ਕਿੰਨਾ ਆ ਰਿਹਾ, ਇਹ ਚੀਜ਼ ਬਸ ਇੰਨਾ ਕੁ ਫਰਕ ਹੁੰਦਾ। ਸੋ ਆਪਾਂ ਹਮੇਸ਼ਾ ਕੰਸੋਲੀਡੇਟ ਦੇਖਦੇ ਹਾਂ ਕਿ ਕੰਸੋਲੀਡੇਸ਼ਨ ਚ ਜਿਹੜਾ ਓਵਰਆਲ ਆਪਾਂ ਦੇਖ ਲੈਂਦੇ ਹਾਂ ਕਿ ਕੰਪਨੀ ਨੂੰ ਸਾਰਾ ਪਾਸੋਂ ਮਿਲਾ ਮਿਲੂ ਕੇ ਇੰਨਾ ਪੈਸਾ ਆ ਰਿਹਾ। ਹਾਂਜੀ ਸਰ, ਹੋਰ ਜੀ ਸਰ ਜਿਹੜੇ ਬੈਲੈਂਸ ਸ਼ੀਟ ਦੇ ਵਿੱਚ ਸਰ ਥਰਡ ਨੰਬਰ ਤੇ ਪਿਆ ਸਰ ਸ਼ੇਅਰ ਐਪਲੀਕੇਸ਼ਨ ਬਣੀ, ਸਰ ਉਹ ਕੀ ਹੁੰਦਾ ਵੈਸੇ? ਕੁਝ ਨਹੀਂ ਹੁੰਦਾ ਸਰ, ਛੱਡ ਦਿਓ ਜੀ। ਠੀਕ ਹੈ ਸਰ। ਸਰ ਮੈਂ ਸਰ ਟ੍ਰੇਡਿੰਗ ਵੀ ਤਾਂ ਦੇਖਦਾ ਸਰ, ਉੱਥੋਂ ਨਾਲ ਹੀ ਸਾਰੇ ਨਿਕਲ ਆਉਂਦੇ ਨਾ ਸਰ, ਰੇਸ਼ੀਓਸ ਵੀ ਤੇ ਬੈਲੈਂਸ ਸ਼ੀਟ ਵਗੈਰਾ ਸਰ ਉੱਥੇ ਨਿਕਲ ਆਉਂਦੀਆਂ ਟ੍ਰੇਡਿੰਗ ਵੀ ਤੋਂ। ਸਰ ਬਿਲਕੁਲ ਸਹੀ ਜੀ, ਉੱਥੇ ਵੀ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਵੀ ਜੇ ਤੁਸੀਂ ਥੋੜਾ ਜ਼ਿਆਦਾ ਡਿਟੇਲ 'ਚ ਦੇਖਣਾ ਤਾਂ ਇੱਥੋਂ ਦੇਖ ਲਓ, ਅਦਰਵਾਈਜ਼ ਤੁਸੀਂ ਬੇਸਿਕ ਜਾ ਕੇ ਦੇਖਣਾ ਤਾਂ ਉੱਥੋਂ ਦੇਖ ਲਓ। ਸਰ ਉੱਥੇ ਮੈਂ ਦੇਖਦਾ ਸੀ ਸਰ, ਉਹੀ ਤੁਹਾਨੂੰ ਪੁੱਛਦਾ ਸੀ ਵੀ ਉੱਥੇ ਸ਼ੇਅਰਸ ਆਊਟਸਟੈਂਡਿੰਗ ਡਿਫਰੈਂਟ ਆ ਤੇ ਫਲੋਟ ਸ਼ੇਅਰਸ ਆਊਟਸਟੈਂਡਿੰਗ ਜਿਹੜੇ ਉਹਦਾ ਥੋੜਾ ਸਰ ਆਈਡੀਆ ਵੀ ਕੀ ਚੀਜ਼ ਹੈ? ਇੱਕ ਮਿੰਟ ਸਰ। ਸਰ ਪਤਾ ਕੀ ਹੈ ਜੀ, ਬੈਲੈਂਸ ਸ਼ੀਟ ਜਿਹੜੀ ਹੈ ਨਾ ਉਹ 1 ਸਾਲ ਬਾਅਦ ਅਪਡੇਟ ਹੁੰਦੀ ਹੈ। ਹੁਣ ਆਪਾਂ ਦੇਖਿਆ ਵੀ ਜਿਹੜੇ ਫਲੋਟ ਸ਼ੇਅਰਸ ਹੈ, ਫਲੋਟਿੰਗ ਸ਼ੇਅਰ, ਇੱਕ ਮਿੰਟ ਮੈਂ ਤੁਹਾਨੂੰ ਕੱਢ ਕੇ ਦਿਖਾਉਂਦਾ। ਹੁਣ ਜਦੋਂ ਫਲੋਟ ਸ਼ੇਅਰਸ ਦੀ ਗੱਲ ਕਰਦੇ ਆਪਾਂ ਫਲੋਟ ਸ਼ੇਅਰਸ ਦੀ ਗੱਲ ਕੀਤੀ ਸੀਗੀ ਕਿ ਫਲੋਟ ਸ਼ੇਅਰ ਕੀ ਹੈ, ਜਿਹੜੇ ਸ਼ੇਅਰ ਆ ਉਹ ਟ੍ਰੇਡ ਹੋ ਰਹੇ ਆ, ਉਹ ਬਾਈ ਸੈਲ ਹੋ ਰਹੇ ਆ, ਠੀਕ ਹੈ, ਉਹ ਫਲੋਟਿੰਗ ਦੇ ਵਿੱਚ ਆ ਗਏ। ਇਸ ਤੋਂ ਬਾਅਦ ਆਪਾਂ ਦੇਖਿਆ ਕਿ ਆਊਟਸਟੈਂਡਿੰਗ ਸ਼ੇਅਰਸ ਵੀ ਉਹ ਨੇ ਜਿਹੜੇ ਕੰਪਨੀ ਨੇ ਆਪਦੇ ਕੋਲੋਂ ਕੱਢ ਦਿੱਤੇ ਆ, ਠੀਕ ਹੈ, ਉਹ ਮਾਰਕੀਟ ਦੇ ਵਿੱਚ ਸੈਂਡ ਕਰ ਦਿੱਤੇ ਆ, ਉਹਨਾਂ ਨੂੰ ਆਪਾਂ ਆਊਟਸਟੈਂਡਿੰਗ ਸ਼ੇਅਰਸ ਕਹਿ ਦਿੰਦੇ ਆ। ਠੀਕ ਹੈ ਸਰ, ਮੰਨ ਲਓ ਕਿ ਫਿਰ ਉਹ ਵੀ ਜੇ ਉਹਨਾਂ ਨੇ 5 ਲੱਖ ਇਸ਼ੂ ਕੀਤੇ ਆ ਤੇ 2.5 ਲੱਖ ਜਿਹੜੇ ਉਹ ਰੋਟੇਸ਼ਨ 'ਚ ਹੋਣ ਡੇ ਆ ਤੇ ਬਾਕੀ 2.5 ਜਿਹੜੇ ਉਹਨਾਂ ਦੇ ਇਨਵੈਸਟਰਸ ਕੋਲ ਪੱਕੇ ਫਿਕਸਡ ਪਏ ਆ। ਸਰ ਆਪਾਂ ਕੀ ਲੈਣਾ ਜੀ ਉਹਨਾਂ ਚੀਜ਼ਾਂ ਤੋਂ? ਸਰ ਉਹ ਉਹਦੇ ਦਾ ਆਈਡੀਆ ਹੋਵੇ ਇੱਕ ਪਤਾ ਕੀ ਮੈਂ ਕਿਉਂ ਨਹੀਂ ਤੁਹਾਨੂੰ ਪ੍ਰੋਪਰ ਦੱਸਦਾ, ਇਹ ਇੱਕ ਡੀਪ ਟਰਮ ਹੁੰਦੀ ਹੈ ਕਿ ਉਹਨਾਂ ਦੇ ਆਊਟਸਟੈਂਡਿੰਗ ਸ਼ੇਅਰਸ ਕਿੰਨੇ ਪਏ ਨੇ, ਫਲੋਟ ਕਿੰਨੇ ਪਏ ਨੇ। ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਵੋਲਿਊਮ ਚੈੱਕ ਕਰੋ, ਤੁਸੀਂ ਆਊਟਸਟੈਂਡਿੰਗ ਤੇ ਫਲੋਟ ਨਾ ਚੈੱਕ ਕਰੋ, ਠੀਕ ਹੈ। ਤੁਸੀਂ ਹਮੇਸ਼ਾ ਸ਼ੇਅਰ ਦਾ ਵੋਲਿਊਮ ਚੈੱਕ ਕਰੋ। ਹੁਣ ਦੇਖੋ ਵੋਲਿਊਮ ਇੱਥੇ ਕਿੰਨਾ ਹੈਗਾ ਜੀ, 2.376 ਮਿਲੀਅਨ ਪਏ ਆ, ਆਪਾਂ ਨੂੰ ਇੰਨਾ ਵੋਲਿਊਮ ਬਹੁਤ ਹੈ, ਠੀਕ ਹੈ। ਜਦੋਂ ਆਪਾਂ ਫਲੋਟ ਸ਼ੇਅਰ ਦੇ ਚੱਕਰ 'ਚ ਤੇ ਆਊਟਸਟੈਂਡਿੰਗ ਸ਼ੇਅਰ ਦੇ ਚੱਕਰਾਂ 'ਚ ਫਸ ਜਾਵਾਂਗੇ, ਤੁਸੀਂ ਟ੍ਰੇਡ ਨਹੀਂ ਲਾਉਂਗੇ। ਦੇਖੋ ਆਪਣੀ ਟ੍ਰੇਡਿੰਗ ਦੇ ਵਿੱਚ ਚਾਹੇ ਤੁਸੀਂ ਉਹਨੂੰ ਲੌਂਗ ਟਰਮ ਲੈ ਰਹੇ ਹੋ, ਚਾਹੇ ਤੁਸੀਂ ਉਹਨੂੰ ਸ਼ਾਰਟ ਟਰਮ ਲੈ ਰਹੇ ਹੋ, ਆਪਾਂ ਕਿਤੇ ਵੀ ਇਸ ਸਿਨੈਰੀਓ ਤੇ ਕਿ ਫਲੋਟ ਸ਼ੇਅਰ ਤੇ ਆਊਟਸਟੈਂਡਿੰਗ ਦੇ ਸਿਨੈਰੀਓ ਤੇ ਟ੍ਰੇਡ ਨਹੀਂ ਲੈਂਦੇ। ਆਪਾਂ ਹਮੇਸ਼ਾ ਟ੍ਰੇਡ ਲੈਂਦੇ ਆ ਵੋਲਿਊਮਸ ਨੂੰ ਚੈੱਕ ਕਰਕੇ। ਸਰ ਆਪਾਂ ਇੰਟਰਾਡੇ ਵੀ ਵੋਲਿਊਮ ਦੇਖ ਕੇ ਲੈਣਾ ਕਿ ਕੱਲਾ ਲੌਂਗ ਟਰਮ 'ਚ? ਨਹੀਂ ਬਿਲਕੁਲ ਸਰ, ਆਪਾਂ ਇੰਟਰਾਡੇ 'ਚ ਵੀ ਹੁਣ ਮੰਨ ਲਓ ਤੁਸੀਂ ਵੋਲਿਊਮ ਉਸ ਸ਼ੇਅਰ ਦਾ ਹੈ ਨਹੀਂ ਗਾ, ਤੁਸੀਂ ਉਹ 'ਚ ਇੰਟਰਾਡੇ ਲੈ ਲਿਆ, ਤੁਹਾਡਾ ਟਾਰਗੇਟ ਹਿੱਟ ਹੋ ਗਿਆ, ਤੁਸੀਂ ਉਹਨੂੰ ਕੱਢਣਾ ਚਾਹੁੰਦੇ ਹੋ, ਕੋਈ ਸੈਲਰੀ ਨਹੀਂ ਹੈਗਾ ਉਹਦਾ, ਫਿਰ ਕੀ ਕਰੋਗੇ? ਹਾਂਜੀ ਲੱਖ ਤੋਂ ਉੱਤੇ ਹੋਣਾ ਚਾਹੀਦਾ ਵੈਸੇ। ਹਾਂ, ਘੱਟੋ ਘੱਟ ਲੱਖ ਸ਼ੇਅਰ ਤਾਂ ਪਿਆ ਹੋਵੇ ਨਾ ਉਹਦੇ ਵੋਲਿਊਮ 'ਚ, ਲੱਖ ਸ਼ੇਅਰ ਅਪ ਡਾਊਨ ਹੋ ਰਿਹਾ ਹੈਗਾ। ਸਰ ਜਿਹੜੇ ਫਿਰ ਆਪਾਂ ਇੱਥੇ ਸਰ ਰੇਸ਼ੀਓਸ ਨਿਕਲ ਆਉਂਦੀਆਂ ਸਰ ਜਿਹੜੀਆਂ ਤੁਸੀਂ ਕਰਾਈਆਂ ਸਾਰੀਆਂ, ਸਰ ਆਪਾਂ ਇੱਥੇ ਚੈੱਕ ਕਰ ਸਕਦੇ ਹਾਂ ਟ੍ਰੇਡਿੰਗ ਵੀ ਤਾਂ ਸਰ ਸੇਮ ਹੀ ਨਿਕਲਦੀਆਂ ਆਲਮੋਸਟ। ਟ੍ਰੇਡਿੰਗ ਵੀ ਸਰ ਜਿਹੜੀਆਂ ਇੱਕ ਮੋਟਾ ਸਰ ਕੁਇਕ ਰੇਸ਼ੀਓਸ ਜਿਹੜੀਆਂ ਸਰ ਇਹ ਸੇਮ ਹੀ ਰਹਿੰਦੀ ਹੁੰਦੀ ਆਲਮੋਸਟ ਸਰ, ਜਦੋਂ ਦੀ ਦੱਸਿਆ ਵੀ 0.5 ਤੋਂ ਥੱਲੇ ਜਦੋਂ ਸਰ ਇਹ ਰੇਸ਼ੀਓਸ ਜਿਹੜੀਆਂ ਨਾ ਮੈਚ ਕਰਨ ਸਰ, ਇਹ ਆਪਾਂ ਰੇਸ਼ੀਓਸ ਦੇਖਣੇ ਆ ਜੇ ਆਪਾਂ ਲੌਂਗ ਟਰਮ ਕਰਨਾ ਸਰ। ਜੇ ਆਪਾਂ ਇੰਟਰਾਡੇ ਕਰਨਾ ਫਿਰ ਤਾਂ ਆਪਾਂ ਸਰ ਰੇਸ਼ੀਓਸ ਦਾ ਨਹੀਂ, ਆਪਾਂ ਫਿਰ ਟ੍ਰੈਂਡ ਦੇਖਾਂਗੇ ਨਾ ਵੀ ਟ੍ਰੈਂਡ ਕਿੱਧਰ ਚੱਲਦਾ ਪਿਆ, ਮਾਰਕੀਟ ਕਿੱਧਰ। ਜਦੋਂ ਇੰਟਰਾਡੇ ਕਰਨਾ ਤਾਂ ਟ੍ਰੈਂਡ ਦੇਖੋ, ਜੇ ਤੁਸੀਂ ਲੌਂਗ ਟਰਮ ਲਈ ਲੈ ਰਹੇ ਹੋ, ਸਵਿੰਗ ਟ੍ਰੇਡ ਲੈ ਰਹੇ ਹੋ ਤਾਂ ਰੇਸ਼ੀਓ ਦੇਖੋ। ਹੁਣ ਇੱਕ ਆਹ ਸ਼ੇਅਰ ਦੇਖੋ, ਠੀਕ ਹੈ, ਇਹ ਸਪਲਿਟ ਹੋਇਆ, ਠੀਕ ਹੈ। ਹੁਣ ਦੱਸੋ ਨੰਬਰ ਆਫ ਸ਼ੇਅਰ ਵਧਣਗੇ ਕਿ ਨਹੀਂ ਵਧਣਗੇ? ਹਾਂਜੀ ਸਰ, ਨਹੀਂ ਸਰ ਮੈਂ ਤਾਂ ਉੱਦਾਂ ਹੀ ਦੇਖਦੇ ਸਰ, ਜਿੱਦਾਂ ਐਮਾਜ਼ੋਨ ਨੇ ਵੀ ਸਪਲਿਟ ਕੀਤਾ, ਉਹਨਾਂ ਨੇ ਆਪਣਾ 6 ਜੂਨ ਕਰਨਾ ਸਰ, ਉਹਨਾਂ ਦਾ ਸ਼ੇਅਰ ਵਧਣ ਹੀ ਬਹੁਤ ਡਿਆ, ਐਮਾਜ਼ੋਨ ਨੇ 1 ਦੇ 20 ਕਰਨੇ। ਹਾਂਜੀ, ਹੁਣ ਦੇਖੋ ਨਾ, ਮੰਨ ਲਓ ਆਹ ਸ਼ੇਅਰ ਹੈ ਜੀ, ਇਹਨਾਂ ਨੇ ਸਪਲਿਟ ਕਰਤਾ, ਹੁਣ ਇਹਨਾਂ ਦੇ ਜਿਹੜੇ ਆਊਟਸਟੈਂਡਿੰਗ ਸ਼ੇਅਰਸ ਹੈ ਉਹ ਵੱਧ ਜਾਣਗੇ।
ਹੁਣ ਦੱਸੋ ਵੀ ਆਪਾਂ ਨੂੰ ਪਤਾ ਲੱਗ ਗਿਆ ਕਿ ਸਰ ਇਹਨਾਂ ਦੇ ਆਊਟਸਟੈਂਡਿੰਗ ਸ਼ੇਅਰ ਵਧ ਗਏ ਜੀ, ਪਰ ਕਰਨਾ ਕੀ ਹੈ ਦੱਸੋ? ਸਪਲਿਟ ਹੋ ਗਿਆ ਸ਼ੇਅਰ, ਉਹ ਵੀ ਠੀਕ ਹੈ ਜੀ, ਸ਼ੇਅਰ ਵਧ ਗਏ ਠੀਕ ਹੈ ਜੀ, ਆਊਟਸਟੈਂਡਿੰਗ ਸ਼ੇਅਰ ਵਧ ਗਏ, ਹਾਂਜੀ ਸਰ ਸ਼ੇਅਰ ਵਧ ਗਏ ਜੀ, ਠੀਕ ਹੈ। ਤਾਂ ਹੀ ਮੈਂ ਆਊਟਸਟੈਂਡਿੰਗ ਤੇ ਆ ਨਹੀਂ ਸੀ ਰਿਹਾ ਕਿ ਉਹਦੇ ਪਿੱਛੇ ਸਪਲਿਟਿੰਗ ਦਾ ਕਾਰਨ ਹੋ ਸਕਦਾ ਹੈ, ਉਹਦੇ ਪਿੱਛੇ ਕੋਈ ਹੋਰ ਰੀਜ਼ਨ ਹੋ ਸਕਦਾ ਹੈ। ਤਾਂ ਪਰ ਗੱਲ ਇਹ ਹੈ ਨਾ ਕਿ ਆਪਾਂ ਨੂੰ ਇੱਥੇ ਪਤਾ ਲੱਗਿਆ ਸਪਲਿਟ ਹੋਇਆ ਸਰ, ਆਊਟਸਟੈਂਡਿੰਗ ਸ਼ੇਅਰ ਵਧ ਗਏ ਹੈ ਜੀ, ਬੈਲੈਂਸ ਸ਼ੀਟ 'ਚ ਜੇ ਇਹਨੇ ਬਾਅਦ 'ਚ ਜਾ ਕੇ ਐਂਟਰ ਹੋਣੇ ਆ, ਠੀਕ। ਪਰ ਦੱਸੋ ਵੀ ਕਰਨਾ ਕੀ ਆ? ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਵਧ ਗਏ, ਕਰੋਗੇ ਕੀ ਇਹਦਾ? ਨਹੀਂ ਸਰ ਕਰਨਾ ਤਾਂ ਨਹੀਂ ਆ ਸਰ। ਰੇਸ਼ੋ ਸਰ ਆਈਡੀਆ ਮੋਟਾ ਮੋਟਾ ਦੱਸ ਦਿਓ ਸਰ, ਜਿੱਦਾਂ ਜਿਹੜੀਆਂ ਗ੍ਰੋਸ ਮਾਰਜਨ ਵਾਲੀ ਰੇਸ਼ੋ ਸਰ ਉਹ ਵਧਣੀ ਚਾਹੀਦੀ ਹੈ ਨਾ ਹਰ ਸਾਲ, ਕਿ ਘਟਣੀ ਚਾਹੀਦੀ? ਸਰ ਜੇ ਮੰਨ ਲਓ ਇੱਥੇ ਐਫਪੀਓ ਆਇਆ ਹੁੰਦਾ ਹਨਾ, ਤੇ ਇਹਦੇ ਕੀ ਕਰਨਾ ਸੀ, ਨੰਬਰ ਆਫ ਇਸ਼ੂ ਸ਼ੇਅਰਸ ਵੱਧ ਜਾਣੇ ਸੀਗੇ। ਹੁਣ ਆਊਟਸਟੈਂਡਿੰਗ ਜਿਹੜੇ ਆਪਣੇ ਉਹ ਵੱਧ ਗਏ, ਜੇ ਐਫਪੀਓ ਆਇਆ ਹੁੰਦਾ ਤੇ ਨੰਬਰਸ ਇਨ ਇਸ਼ੂ ਜਿਹੜੇ ਸ਼ੇਅਰ ਸੀ ਉਹ ਵੱਧ ਜਾਣਾ ਸੀ, ਠੀਕ ਹੈ। ਕੰਪਨੀ ਨੇ ਯਾਨੀ ਕਿ ਹੋਰ ਸ਼ੇਅਰ ਕੱਢਤੇ, ਇੱਕ ਨੇ ਸਪਲਿਟ ਕਰਤਾ। ਤਾਂ ਗੱਲ ਇਹ ਅਖੀਰੀ ਫਿਰ ਉੱਥੇ ਆ ਜਾਂਦੀ ਹੈ ਕਿ ਜੇ ਟਰਮਸ ਦੇਖੋ, ਸ਼ੇਅਰ ਮਾਰਕੀਟ ਕੋਈ ਨਿੱਕੀ ਜਿਹੀ ਚੀਜ਼ ਨਹੀਂ, ਟਰਮਸ ਬਹੁਤ ਵੱਡੀਆਂ ਨੇ, ਆਪਾਂ ਟਰਮਨੋਲੋਜੀ ਦੇ ਵਿੱਚ ਨਹੀਂ ਪੈਣਾਗਾ। ਜਿਹੜੀ ਚੀਜ਼ ਜਿੰਨੀ ਆਪਾਂ ਕੀਤੀ ਹੈ, ਜਿਵੇਂ ਆਪਾਂ ਕਿਹੜੀ ਟਰਮਨੋਲੋਜੀ ਦੇ ਵਿੱਚ ਪੈਣਾ, ਪ੍ਰੋਫਿਟ ਲਾਸ, ਉਹ ਦੇਖੋ ਤੁਸੀਂ। ਹਾਂ ਤੁਹਾਨੂੰ ਨੈਟ ਪ੍ਰੋਫਿਟ ਨਹੀਂ ਸਮਝ ਆ ਰਿਹਾ, ਠੀਕ ਹੈ ਸਰ ਉਹ ਠੀਕ ਹੈ ਸਰ, ਸ਼ੇਅਰਸ ਤਾਂ ਓਕੇ ਹੋ ਗਿਆ। ਤੇ ਸਰ ਉਹ ਦੱਸ ਦੇਣਾ ਗ੍ਰੋਸ ਮਾਰਜਨ ਤੇ ਜਿਹੜਾ ਸਰ ਉਹ ਸੇਮ ਰਹਿਣਾ ਚਾਹੀਦਾ, ਘਟਣਾ ਕਿ ਜਾਂ ਈਅਰਲੀ ਕਿੱਦਾਂ ਹੋਣਾ ਚਾਹੀਦਾ? ਨਹੀਂ ਸਰ ਦੇਖੋ, ਜਿਹੜਾ ਆਪਾਂ ਗ੍ਰੋਸ ਮਾਰਜਨ ਦੀ ਗੱਲ ਕਰਦੇ ਆ, ਵੈਸੇ ਉਹ ਹਮੇਸ਼ਾ ਵਧਣਾ ਚਾਹੀਦਾ, ਕਿਉਂਕਿ ਕੰਪਨੀ ਦਾ ਮਾਰਜਨ ਵਧੂਗਾ ਤਾਂ ਉਹਨੂੰ ਪ੍ਰੋਫਿਟ ਜ਼ਿਆਦਾ ਹੋਊਗਾ, ਠੀਕ ਹੈ। ਪਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਮਾਰਜਨ ਥੋੜਾ ਬਹੁਤ ਘੱਟ ਕਰਕੇ ਵੀ ਆਪਾਂ ਨੂੰ ਪ੍ਰੋਫਿਟ ਵੱਧ ਮਿਲ ਜਾਂਦਾ। ਹੁਣ ਮੰਨ ਲਓ ਕੰਪਨੀ ਨੇ ਕੀ ਕੀਤਾ ਕਿ ਪਹਿਲਾਂ ਕੰਪਨੀ ਦਾ 10 ਰੁਪਏ ਕਿਸੇ ਵਿੱਚ ਉਹਦਾ ਮਾਰਜਨ ਸੀਗਾ, ਪਰ ਕੰਪਨੀ ਸੈਲ ਕਰਦੀ ਸੀ ਸਿਰਫ 50 ਪ੍ਰੋਡਕਟ ਉਹਦੇ, ਪਰ ਬਾਅਦ ਚ ਕੀ ਕੀਤਾ, ਕੰਪਨੀ ਨੇ ਆਪਦਾ ਮਾਰਜਨ ਘਟਾ ਕੇ 8 ਰੁਪਏ ਕਰਤਾ, ਪਰ ਸੈਲ ਕਰਨ ਲੱਗੀ 100 ਯੂਨਿਟ। ਤਾਂ ਹੁਣ ਦੱਸੋ ਕਿ ਜਦੋਂ ਨੇ ਗ੍ਰੋਸ ਮਾਰਜਨ ਘੱਟ ਕੀਤਾ, ਤੁਹਾਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਸਰ ਫਾਇਦਾ ਜਿਹੜਾ ਉਹਨਾਂ ਦਾ ਪ੍ਰੋਡਕਟ ਵਧੇਗਾ। ਬੇਸਿਕਲੀ ਆਪਾਂ ਸਿਰਫ ਇੱਕ ਟਰਮ ਨੂੰ ਲੈ ਕੇ ਨਹੀਂ ਕਹਿ ਸਕਦੇ ਕਿ ਕੰਪਨੀ ਨੇ ਜੀ ਗ੍ਰੋਸ ਮਾਰਜਨ ਵਧਾਤਾ ਜਾਂ ਘਟਾਤਾ ਤਾਂ ਇਹਦਾ ਫਾਇਦਾ ਹੋ ਗਿਆ ਜਾਂ ਨੁਕਸਾਨ ਹੋ ਗਿਆ। ਐਟ ਦਾ ਐਂਡ ਤਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਕੰਪਨੀ ਨੂੰ ਲਾਸਟ ਸਾਰਾ ਕੁਝ ਕਰਾ ਕੇ ਕੰਪਨੀ ਨੂੰ ਪ੍ਰੋਫਿਟ ਹੋਇਆ ਕਿ ਨਹੀਂ ਹੋਇਆ, ਕੰਪਨੀ ਦੀ ਜੇਬ 'ਚ ਪੈਸੇ ਆਏ ਆ ਕਿ ਨਹੀਂ ਆਏ। ਆਏ ਆ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਆਏ ਤਾਂ ਆਪਾਂ ਕਹਿੰਦੇ ਜੀ ਗਲਤ ਹੋ ਗਿਆ ਕਿ ਕੰਪਨੀ ਨੇ ਸਾਰਾ ਕੁਝ ਸੀ ਪਰ ਕੰਪਨੀ ਦੀ ਜੇਬ 'ਚ ਪੈਸਾ ਫਿਰ ਨਹੀਂ ਆਇਆ। ਰਿਪੋਰਟਡ ਨੈਟ ਪ੍ਰੋਫਿਟ ਹੁੰਦਾ ਜਿਹੜਾ ਸਰ? ਹਾਂਜੀ ਸਰ, ਜਿਹੜਾ ਰਿਪੋਰਟਡ ਨੈਟ ਪ੍ਰੋਫਿਟ ਹੁੰਦਾ ਉਹ ਹੁੰਦਾ ਪੈਸਾ ਜਿਹੜਾ ਕੰਪਨੀ ਕੋਲੇ ਆਉਂਦਾ, ਜਿਹੜਾ ਕੰਪਨੀ ਦੀ ਖੀਰੀ ਕੰਪਨੀ ਦੀ ਜੇਬ 'ਚ ਪੈਂਦਾ। ਓਕੇ ਸਰ, ਠੀਕ ਹੈ ਜੀ, ਹੋਰ ਕਿਸੇ ਦਾ ਕੋਈ ਡਾਊਟ? ਇੱਕ ਸਰ ਪੀਬੀ ਰੇਸ਼ੋ ਕੀ ਮਤਲਬ ਕਿੱਦਾਂ ਦੇਖਦੇ ਆ, ਕਿੰਨੀ ਕੁ ਹੋਣੀ ਚਾਹੀਦੀ ਪੀਬੀ ਰੇਸ਼ੋ? ਸਰ ਇਹ ਹੁੰਦਾ ਜੀ ਪ੍ਰਾਈਸ ਟੂ ਬੁੱਕ ਰੇਸ਼ੋ, ਕਿੰਨੀ ਜਿੰਨੀ ਹੁਣ ਆਪਾਂ ਗੱਲ ਕੀਤੀ ਕਿ ਜਿਵੇਂ ਬੁੱਕ ਦੇ ਵਿੱਚ ਜਿੰਨੀ ਵੈਲਿਊ ਹੈ ਸ਼ੇਅਰ ਦੀ, ਜੇ ਉਹਦੇ ਨੇੜੇ ਤੇੜੇ ਹੀ ਸ਼ੇਅਰ ਕਰ, ਹੁਣ ਦੇਖੋ ਜਿਹੜਾ ਇੱਥੇ ਪੀਬੀ ਰੇਸ਼ੋ 20 ਹੈ, ਇਹਦਾ ਮਤਲਬ ਕਿ ਜਿਹੜੀ ਬੁੱਕ ਦੇ ਵਿੱਚ 1 ਰੁਪਿਆ ਵੈਲਿਊ ਹੈ ਤੇ ਸ਼ੇਅਰ ਬਾਹਰ ਕਿੰਨਾ ਚੱਲ ਰਿਹਾ, 20 ਗੁਣਾ ਚੱਲ ਰਿਹਾ। ਹੁਣ ਬੁੱਕ ਵੈਲਿਊ ਸ਼ੇਅਰ ਦੀ ਹੈਗੀ 114 ਰੁਪਏ, ਪਰ ਆਪਾਂ ਨੂੰ ਮਿਲ ਕਿੰਨੇ ਦਾ ਰਿਹਾ ਹੈਗਾ, ਠੀਕ ਹੈ। ਪੀਡੀਲਾਈਟ ਦਾ ਸ਼ੇਅਰ ਹੈ 2344 ਰੁਪਏ ਦਾ ਮਿਲ ਰਿਹਾ। ਤਾਂ ਬੇਸਿਕਲੀ ਆਪਾਂ ਇਹ ਦੇਖਦੇ ਹਾਂ ਕਿ ਪੀਬੀ ਰੇਸ਼ੋ ਜਿੰਨੀ ਵੱਧ ਹੈ ਇਹਦਾ ਮਤਲਬ ਕਿ ਉਨੇ ਵੱਧ ਪ੍ਰੀਮੀਅਮ ਤੇ ਸ਼ੇਅਰ ਮਿਲ ਰਿਹਾ। ਕੋਸ਼ਿਸ਼ ਕਰੀਦੀ ਹੁੰਦੀ ਹੈ, ਜ਼ਿਆਦਾਤਰ ਕੋਸ਼ਿਸ਼ ਇਹ ਕਰੀਦੀ ਹੁੰਦੀ ਹੈ ਕਿ ਜਿਹੜੇ ਸ਼ੇਅਰ ਆਪਾਂ ਨੂੰ ਪ੍ਰਾਈਸ ਤੋਂ ਬੁੱਕ ਵੈਲਿਊ ਦੇ ਨੇੜੇ ਜਿਹੜੇ ਮਿਲ ਜਾਣ ਉਹ ਜ਼ਿਆਦਾ ਬੈਟਰ ਹੁੰਦੇ ਆ। ਪਰ ਫਿਰ ਆਪਾਂ ਕੰਪੈਰੀਜ਼ਨ ਕਰਦੇ ਹਾਂ ਕਿ ਜਿਹੜੇ ਬਾਕੀ ਇਹਦੇ ਨਾਲ ਦੇ ਸ਼ੇਅਰ ਹੈ ਕਿ ਉਹਨਾਂ ਦੇ ਵੀ ਪੀਬੀ ਰੇਸ਼ੋ ਜ਼ਿਆਦਾ ਹੈ ਕਿ ਘੱਟ ਹੈ। ਤਾਂ ਆਪਾਂ ਇਹ ਦੇਖ ਲੈਂਦੇ ਹਾਂ। ਬੇਸਿਕਲੀ ਆਪਾਂ ਗੱਲ ਕੀਤੀ ਸੀ ਕਿ ਪੀਬੀ ਰੇਸ਼ੋ ਕੀ ਹੈ, ਜਿੰਨਾ ਦਾ ਬੁੱਕ ਦੇ ਵਿੱਚ ਉਸ ਸ਼ੇਅਰ ਦਾ ਪ੍ਰਾਈਸ ਹੈ ਉਦੋਂ ਕਿੰਨਾ ਮਹਿੰਗਾ ਮਿਲ ਰਿਹਾ, ਕਿੰਨੇ ਵੱਧ ਪ੍ਰੀਮੀਅਮ ਤੇ ਮਿਲ ਰਿਹਾ। ਇਹ ਮਤਲਬ 20 ਗੁਣਾ ਮਹਿੰਗਾ ਮਿਲ ਰਿਹਾ ਜੀ? ਹਾਂਜੀ, ਬੇਸਿਕਲੀ ਵੀ ਜਿੰਨਾ ਦਾ ਪ੍ਰਾਈਸ ਬੁੱਕ ਦੇ ਵਿੱਚ ਲਿਖਿਆ ਹੋਇਆ ਉਦੋਂ 20 ਗੁਣਾ ਮਹਿੰਗਾ ਮਿਲ ਰਿਹਾ। ਪਰ ਗੱਲ ਇਹ ਹੈ ਕਿ ਇਹ ਸ਼ੇਅਰ ਆਪਣਾ ਪ੍ਰੋਫਿਟੇਬਲ ਹੈ, ਠੀਕ ਹੈ। ਲੋਕੀ ਨੂੰ 20 ਗੁਣਾ ਮਹਿੰਗਾ ਲੈਣ ਨੂੰ ਵੀ ਤਿਆਰ ਬੈਠੇ ਆ, ਇਸ ਕਰਕੇ ਉਹ ਮਹਿੰਗਾ ਵਿਕ ਰਿਹਾ, ਉਹਦਾ ਪ੍ਰੀਮੀਅਮ ਜ਼ਿਆਦਾ ਵਿਕ ਰਿਹਾ। ਤਾਂ ਆਪਾਂ ਸਿਰਫ ਇੱਕ ਚੀਜ਼ ਨੂੰ ਦੇਖ ਕੇ ਉਹਨੂੰ ਪੋਜ਼ਿਟਿਵ ਜਾਂ ਨੈਗੇਟਿਵ ਨਹੀਂ ਕਹਿਣਾ, ਆਪਾਂ ਓਵਰਆਲ ਸਾਰਾ। ਇੱਕ ਮਿੰਟ ਮੈਨੂੰ ਕਾਲ ਆਈ ਆ।
ਆਪਾਂ ਸਰ ਕੱਲਾ ਪੀਬੀ ਰੇਸ਼ੋ ਨੂੰ ਦੇਖਦੇ ਹਾਂ। ਗੱਲ ਹੋਈ ਅਖੀਰੀ ਵੀ ਆਪਾਂ ਕੱਲੀ ਚੀਜ਼ ਨੂੰ ਆਪਾਂ ਡਿਫਾਈਨ ਕੀਤਾ ਹੋਇਆ ਆਪਾਂ ਦੇਖਦੇ ਹਾਂ, ਪਰ ਜੇ ਆਪਾਂ ਕਹੀਏ ਵੀ ਅਸੀਂ ਕੱਲਾ ਪੀਬੀ ਰੇਸ਼ੋ ਨੂੰ ਦੇਖ ਕੇ ਟ੍ਰੇਡ ਲੈ ਲਾਂਗੇ, ਜਾਂ ਅਸੀਂ ਕੱਲਾ ਪੀ ਰੇਸ਼ੋ ਨੂੰ ਦੇਖ ਕੇ ਟ੍ਰੇਡ ਲੈ ਲਾਂਗੇ, ਹਨਾ, ਜਾਂ ਅਸੀਂ ਕੱਲਾ ਅਰਨਿੰਗ ਪਰ ਸ਼ੇਅਰ ਦੇਖ ਕੇ ਟ੍ਰੇਡ ਲੈ ਲਾਂਗੇ, ਉਹ ਚੀਜ਼ ਨਹੀਂ ਹੈ। ਆਪਾਂ ਸਾਰਾ ਦੇਖੋ, ਆਪਾਂ ਸਟਾਰਟਿੰਗ ਕੀ ਗੱਲ ਕੀਤੀ ਸੀ ਕਿ 20 ਪੈਰਾਮੀਟਰ ਹੈ, ਜੇ 20 ਚੋਂ 2 ਜਾਂ 3 ਮੰਨ ਲਓ ਆਪਾਂ ਲੱਗ ਰਿਹਾ ਕਿ ਸਰ ਇਹ 2 ਚੀਜ਼ਾਂ ਨੈਗੇਟਿਵ ਹੈ ਜੀ, ਪਰ ਬਾਕੀ ਠਾਣਾ ਪੋਜ਼ਿਟਿਵ ਹੈ, ਠੀਕ ਹੈ, ਆਪਾਂ ਟ੍ਰੇਡ ਲੈ ਲਵਾਂਗੇ। ਪਰ ਆਪਾਂ ਦੇਖਿਆ ਵੀ ਸਾਰਾ 3 ਚੀਜ਼ਾਂ ਦਾ ਬਹੁਤ ਵਧੀਆ ਸੀ, ਬਾਕੀ ਸਾਰਾ ਇਹਦੀਆਂ ਖਰਾਬ ਹੈ, ਆਪਾਂ ਉਹ ਟ੍ਰੇਡ ਨਹੀਂ ਲਵਾਂਗੇ। ਕਦੇ ਵੀ ਕੋਈ ਵੀ ਚੀਜ਼ ਹੈ ਨਾ, ਉਹ ਆਪਾਂ ਨੂੰ 100% ਐਕੂਰੇਟ ਨਹੀਂ ਮਿਲੂਗੀ ਕਿ ਹਾਂ ਅਸੀਂ ਆਹ ਪੋਜ਼ਿਟਿਵ ਹੁੰਦਾ ਤਾਂ ਆਪਾਂ ਨੂੰ ਹਰ ਇੱਕ ਚੀਜ਼ 100% ਐਕੂਰੇਟ ਮਿਲ ਜੇ। ਪਰ ਹਾਂ ਜੇ ਆਪਾਂ ਦੇਖਦੇ ਹਾਂ ਕਿ 70-80% ਵੀ ਆਪਣੇ ਅਕੋਰਡਿੰਗ ਸਹੀ ਜਾ ਰਹੀ ਹੈ ਤਾਂ ਡੈਫੀਨਿਟਲੀ ਸਰ ਆਪਾਂ ਨਾ ਉਹਦੇ ਵਿੱਚ ਟ੍ਰੇਡ ਬਣਦਾ, ਆਪਾਂ ਟ੍ਰੇਡ ਲਵਾਂਗੇ ਉਹਦੇ ਵਿੱਚ। ਓਕੇ, ਹੋਰ ਦੱਸੋ ਸਰ ਕਿਸੇ ਦਾ ਕੋਈ ਡਾਊਟ ਹੈ ਜੀ? ਕੱਲ ਮੈਂ ਡਾਊਟ ਨਹੀਂ ਲਊਂਗਾ, ਕੱਲ ਆਪਾਂ ਸਟਾਰਟ ਹੀ ਕਰਾਂਗੇ ਆਪਦਾ ਜਿਹੜਾ ਲਾਸਟ ਚੈਪਟਰ ਆਪਣਾ ਰਿਸਕ ਮੈਨੇਜਮੈਂਟ ਤੇ ਮਨੀ ਐਲੋਕੇਸ਼ਨ, ਆਪਾਂ ਉਸੇ ਤੋਂ ਸਟਾਰਟ ਕਰਾਂਗੇ। ਕੱਲ ਮੈਂ ਡਾਊਟ ਨਹੀਂ ਲੈਣਾ ਕਿਸੇ ਦਾ। ਕਿਸੇ ਦਾ ਕੋਈ ਡਾਊਟ ਹੋਰ ਹੈ ਤਾਂ ਮੈਂ ਤੁਹਾਨੂੰ ਪੁੱਛ ਸਕਦਾ। ਸਰ ਤੁਹਾਡੇ ਹਿਸਾਬ ਨਾਲ ਕਿੰਨੀ ਦੇਰ ਬਾਅਦ ਆਪਾਂ ਆਪਣੀ ਕੈਪੀਟਲ ਵਧਾਈਏ? ਕਿੰਨੀ ਦੇਰ ਬਾਅਦ ਕੈਪੀਟਲ ਵਧਾਈਏ? ਕਿੰਨੀ ਜ਼ਿਆਦਾ ਹੌਲੀ ਹੌਲੀ ਕਰਕੇ ਕਿੰਨੇ ਪੈਸੇ ਵਧਾਈਏ ਆਪਾਂ ਸਟਾਕ ਮਾਰਕੀਟ 'ਚ? ਸਰ ਜਦੋਂ ਆਪਾਂ ਪ੍ਰੋਪਰ ਪ੍ਰੋਫਿਟ ਕੱਢਣ ਲੱਗ ਪੈਂਦੇ ਆ, ਠੀਕ ਹੈ, ਮੈਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜਦੋਂ ਤੁਸੀਂ ਅੱਜ ਮੰਨ ਲਓ ਇੱਕ ਸ਼ੇਅਰ ਤੋਂ ਸਟਾਰਟ ਕੀਤਾ ਹੋਏਗਾ ਤਾਂ ਇੱਕ ਸ਼ੇਅਰ ਤੋਂ ਸਿੱਧਾ ਜੰਪ ਨਾ ਕਰੋ 20 ਸ਼ੇਅਰਸ ਤੇ। ਤੁਸੀਂ ਅੱਜ ਇੱਕ ਸ਼ੇਅਰ ਕੀਤਾ, ਕੱਲ ਨੂੰ 2 ਕਰ ਲਓ, 2 ਤੋਂ ਬਾਅਦ 5 ਕਰ ਲਓ, 5 ਸ਼ੇਅਰ ਤੋਂ ਤੁਹਾਨੂੰ ਪ੍ਰੋਫਿਟ ਨਿਕਲਣਾ ਸ਼ੁਰੂ ਹੋ ਗਿਆ, 5 ਤੋਂ 10 ਕਰ ਲਓ, 10 ਤੋਂ ਬਾਅਦ 15 ਕਰ ਲਓ। ਤਾਂ ਕਦੇ ਵੀ ਸਿੱਧੀ ਡਾਇਰੈਕਟ ਜੰਪ ਨਾ ਮਾਰੋ ਜੀ ਕਿ ਸਰ ਆਪਾਂ ਜੀ 10,000 ਤੋਂ ਸਟਾਰਟ ਕੀਤਾ, ਆਪਾਂ ਅਗਲੇ ਮਹੀਨੇ ਲੱਖ ਰੁਪਏ ਤੇ ਪਹੁੰਚ ਗਏ। 10 ਤੋਂ 15,000 ਕਰ ਲਓ, 20,000 ਕਰ ਲਓ, ਜਾਂ ਵੀ ਬੇਸਿਕ ਇੱਕ ਕਨਸੈਪਟ ਹੁੰਦਾ ਕਿ ਡਬਲ ਕਰ ਦਿਓ। ਜਿਵੇਂ ਆਪਾਂ ਕੰਪਾਊਂਡਿੰਗ ਦੀ ਗੱਲ ਕੀਤੀ ਸੀ ਨਾ ਕਿ ਅੱਜ ਆਪਾਂ ਇੱਕ ਸ਼ੇਅਰ ਚੱਕਿਆ ਜੀ, ਕੱਲ ਨੂੰ 2 ਚੱਕਣੇ ਸ਼ੁਰੂ ਕਰ ਦਿਓ। ਜੇ ਤੁਹਾਨੂੰ 2 ਚ ਕੰਫਰਟੇਬਲ ਹੋ ਗਏ ਤੁਸੀਂ, ਫਿਰ 4 ਜਾਂ 5 ਸ਼ੇਅਰ ਚੱਕਣੇ ਸ਼ੁਰੂ ਕਰ ਦਿਓ। ਹੁਣ ਤੁਸੀਂ 5 ਚ ਕੰਫਰਟੇਬਲ ਹੋ ਗਏ ਤਾਂ ਉਹਦਾ ਡਬਲ ਕਰ ਦਿਓ, 10 ਚੱਕਣੇ ਸ਼ੁਰੂ ਕਰ ਦਿਓ। ਪਰ ਇੱਕੋ ਦਮ ਜੰਪ ਨਾ ਕਰਿਓ ਜੋ ਕਿ ਮੈਨੂੰ ਇੱਕ ਜੋ ਪ੍ਰੋਫਿਟ ਹੋ ਰਿਹਾ ਮੈਂ ਸਿੱਧੇ 10 ਲੈ ਲਵਾਂ, ਉਹ ਚੀਜ਼ ਨਾ ਕਰੋ। ਜੋ ਹੌਲੀ ਹੌਲੀ ਕਰਦੇ ਇਸ ਤੋਂ ਬਾਅਦ ਫਿਰ ਬਾਕੀ ਹੋਈ ਨਾ ਵੀ ਆਪਣੀ ਕਿੰਨੀ ਹੈਗੀ ਹੈ। ਬਾਕੀ ਕਹਿੰਦਾ ਇਹਨੂੰ ਆਪਾਂ ਕੱਲ ਫੁੱਲੀ ਐਕਸਪਲੇਨ ਮੈਂ ਕਰੂੰਗਾ ਜਦੋਂ ਆਪਾਂ ਕੱਲ ਮਨੀ ਐਲੋਕੇਸ਼ਨ ਕਰਾਂਗੇ ਨਾ, ਤਾਂ ਆਪਾਂ ਉਹਦੇ ਵਿੱਚ ਇਹ ਚੀਜ਼ ਡਿਸਕਸ ਕਰਾਂਗੇ ਕਿ ਕਿੰਨੀ ਆਪਾਂ ਇਨੀਸ਼ੀਅਲ ਅਮਾਉਂਟ ਨਾਲ ਸਟਾਰਟ ਕਰਕੇ ਤੇ ਕਿੱਥੋਂ ਤੱਕ ਜਾਣਾ। ਬੇਸਿਕਲੀ ਇਮੋਸ਼ਨਸ ਹੀ ਕੰਟਰੋਲ 'ਚ ਰੱਖਣੇ ਆ। ਨਹੀਂ ਆਪਾਂ ਕਰਾਂਗੇ ਵੀ ਇਹ ਨਾ ਵੀ ਆਪਾਂ ਸਾਰਾ ਪੈਸਾ ਮਾਰਕੀਟ 'ਚ ਹੀ ਲਾਈ ਚੱਲੀਏ, ਆਪਾਂ ਵਿਡਰੋ ਕਰੀਏ ਨਾ ਤੇ ਇੱਕ ਦਿਨ ਮਾਰਕੀਟ ਸਾਰੇ ਪੈਸੇ ਆਪਣੇ ਪਏ ਸਾਰੇ ਹੁਣ ਕੀ ਲੈ ਜੀ। ਆਪਾਂ ਦੋਵੇਂ ਚੀਜ਼ਾਂ ਕਰਾਂਗੇ ਨਾ ਸਰ। ਆਪਾਂ ਪੈਸੇ ਸਿਰਫ ਆਪਾਂ ਮਾਰਕੀਟ 'ਚੋਂ ਪੈਸੇ ਕੱਢਣੇ ਨਹੀਂ, ਬਾਅਦ ਆਪਾਂ ਨੂੰ ਆਪਦੇ ਦੂਜੇ ਅਕਾਊਂਟ 'ਚ ਵੀ ਪਾਉਣੇ ਆ, ਆਪਾਂ ਨੂੰ ਡੀਮੈਟ ਅਕਾਊਂਟ 'ਚੋਂ ਵੀ ਕੱਢਣੇ ਆ, ਕੱਲੇ ਮਾਰਕੀਟ 'ਚੋਂ ਨਹੀਂ ਕੱਢਣੇ। ਜੇ ਐਟ ਦ ਐਂਡ ਆਪਣੇ ਪੈਸੇ ਕੱਢ ਕੇ ਆਪਣੇ ਦੂਜੇ ਅਕਾਊਂਟ 'ਚ ਨਾ ਆਏ ਤਾਂ ਫਿਰ ਫਾਇਦਾ ਕੀ। ਹਾਂਜੀ। ਓਕੇ ਸਰ, ਕਿਸੇ ਹੋਰ ਦਾ ਡਾਊਟ ਹੈ ਜੀ? ਨਹੀਂ ਸਰ, ਠੀਕ ਹੈ ਸਰ। ਓਕੇ ਸਰ, ਠੀਕ ਹੈ ਜੀ। ਫਿਰ ਆਪਾਂ ਕੱਲ ਹੁਣ ਮਿਲਦੇ ਹਾਂ। ਕੱਲ ਆਪਣਾ ਲਾਸਟ ਸੈਸ਼ਨ ਹੋਏਗਾ ਮਨੀ ਐਲੋਕੇਸ਼ਨ ਤੇ ਰਿਸਕ ਮੈਨੇਜਮੈਂਟ। ਠੀਕ ਹੈ ਭਾਈ।